Thank you for joining. So ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਲਾਸਟ ਟਾਈਮ ਜਦੋਂ ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਉੱਤੇ ਥੋੜਾ ਜਿਹੜੀ ਡਿਸਕਸ ਕੀਤਾ ਸੀ, there was a very short session that we had about an hour or so on his life. ਦੇਖੋ ਉਹਨਾਂ ਦੀ ਲਾਈਫ ਨੂੰ ਪੂਰੇ 2 ਸਾਲ ਲੱਗੇ ਰਹੋ ਤੇ ਉਹ ਕਵਰ ਨਹੀਂ ਹੋ ਸਕਦੀ, ਬਿਕਾਜ਼ ਉਹ ਵੱਡਿਆਂ ਦੀਆਂ ਵੱਡੀਆਂ ਗੱਲਾਂ ਹਨ, ਸਿਰਫ ਛੋਟੀਆਂ ਦੀਆਂ ਛੋਟੀਆਂ ਹਨ। ਪਰ ਜਿਹੜਾ ਵੱਡੇ ਤੋਂ ਵੱਡਾ ਹੋਵੇ ਫਿਰ ਉਹਦੇ ਬਾਰੇ ਕੀ ਤੁਸੀਂ ਕਹਿ ਸਕਦੇ ਹੋ, ਕੀ ਕਿੰਨਾ ਕੋ ਬੰਦਾ ਬੋਲ ਸਕਦਾ ਹੈ, ਮੁਸ਼ਕਿਲ ਹੈ ਕਹਿਣਾ ਬੜਾ, ਉਹਨਾਂ ਦੀ ਲਾਈਫ ਨੂੰ ਕਵਰ ਕਰਨਾ ਬਹੁਤ ਚੈਲੰਜਿੰਗ ਹੈ। ਜਿਹੜਾ ਬੋਲਦਾ ਹੈ ਉਹਦੇ ਵਾਸਤੇ ਬੜਾ ਵੱਡਾ ਚੈਲੰਜ ਹੈ, ਸੋ whoever speaks on his life, ਇਹ ਚੈਲੰਜ ਹੈ ਉਹਨਾਂ ਵਾਸਤੇ ਬੋਲਣਾ, ਬਿਕਾਜ਼ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਉਹਨਾਂ ਤੋਂ ਵੱਡਾ ਹੋਰ ਕੋਈ ਨਹੀਂ। ਸੋ ਉਹਨਾਂ ਬਾਰੇ ਬੋਲਣਾ, ਫਿਰ ਉਹਨਾਂ ਦੀਆਂ ਸਿੱਖਿਆ ਜਿਹੜੀਆਂ ਹਨ ਉਹ ਬਾਹਰ ਲੈ ਕੇ ਆਣੀਆਂ and everything, ਉਹ ਇੰਨਾ easy if everybody can please mute themselves. Surinder ji, you can make me the co-host and I can do all that. Yeah, hold on. Yeah. So ਪਹਿਲੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਜਿਨ੍ਹਾਂ ਦੇ ਕੈਮਰਾਜ਼ ਔਨ ਨਹੀਂ ਹੁੰਦੇ, ਜਿਨ੍ਹਾਂ ਦੇ, that's fine with me. I would prefer ki sare cameras, very hard to speak to a blank screen, ਜਿਨ੍ਹਾਂ ਦੇ on ਨਹੀਂ ਹੁੰਦੇ cameras ਤੇ ਉਹਦੇ that's fine, but ਇੱਕ ਹੋਣੀ ਚਾਹੀਦੀ ਹੈ ਗੱਲ ਕਿ ਗੁਰਬਾਣੀ ਦੀ ਜਦੋਂ ਗੱਲ ਹੋ ਰਹੀ ਹੋਵੇ ਤੇ as a general rule ਤੁਸੀਂ background ਕੁਝ ਹੋਰ ਕੁਝ ਨਾ ਕਰਿਆ ਕਰੋ, because ਇਹ ਬੇਦਬੀ ਹੈ ਗੁਰਬਾਣੀ ਦੀ, it's not right, ਜਾਂ ਫਿਰ ਨਹੀਂ ਹੈ ਟਾਈਮ ਤੇ ਕੋਈ ਗੱਲ ਨਹੀਂ, you don't have to join, you can join next time or you can listen to the recording, but ਜਦੋਂ join ਕਰੋ ਤੇ then ਕੋਸ਼ਿਸ਼ ਕਰੋ ਕਿ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਸੁਣੋ ਉਹਨਾਂ ਦੀ, ਗੁਰੂ ਦੀ। ਸੋ ਐਨੀਵੇ, ਸੋ ਲਾਸਟ ਟਾਈਮ ਦੇ ਵਿੱਚੋਂ ਕੋਈ ਕੁਐਸਚਨ ਹੋਵੇ ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਉੱਤੇ ਕੋਈ, ਤੇ ਜਾਂ ਕੋਈ ਐਸਪੈਕਟ ਮੇਰੇ ਕੋਲ ਰਹਿ ਗਿਆ ਹੋਵੇ, ਸਾਰੇ ਐਸਪੈਕਟ ਤੇ ਕਵਰ ਨਹੀਂ ਹੋ ਸਕਦੇ, I can pause for a few seconds and see if somebody has any questions. If nobody has any question, then I'll continue on the concept of Guru that we started to discuss 3 hafte pehle, and hopefully today will be the last day that we will end the chapter today. Hanji, Guru de bare. So I'll wait to see if anybody has any questions. Viji, Hanji, ਇੱਕ ਰਿਕੁਐਸਟ ਸੀ, ਜਿਹੜੀ ਜਪਜੀ ਸਾਹਿਬ ਵਿੱਚ ਸੋਦਰ ਦੀ ਪੌੜੀ ਆਂਦੀ ਹੈ, ਹਾਂਜੀ, ਉਸਦੀ ਕੁਛ ਇਨਲਾਈਟਮੈਂਟ ਦੇ ਸਕਦੇ ਹੋ, ਕਿਉਂਕਿ ਉਹ ਪੌੜੀ ਸੋਦਰ ਵਿੱਚ ਵੀ ਆਂਦੀ ਹੈਗੀ ਹੈ, ਫਿਰ ਰਹਿਰਾਸ ਵਿੱਚ ਵੀ ਆਂਦੀ ਹੈ, ਤੇ ਫਿਰ ਅੰਗ 347 ਤੇ ਵੀ। yeah, that's probably the only podi, only lines and ਜਿਹੜੀਆਂ 3 ਵਾਰੀ ਰਿਪੀਟ ਹੋ, ਬਹੁਤ ਇੰਪੋਰਟੈਂਟ ਹਨ, ਬਟ ਦੀਦੀ ਉਹਨਾਂ ਦੇ ਉਹਦੇ ਲਾਈਟ ਵਾਸਤੇ ਫਿਰ ਪੂਰੇ 2 ਜਾਂ 3 ਸੈਸ਼ਨ ਚਾਹੀਦੇ ਨੇ ਲਾਈਟ ਵਾਸਤੇ। ਓਕੇ, ਛੋਟੀ ਮੋਟੀ ਲਾਈਟ ਨਹੀਂ ਹੈ, ਇਹ ਪੂਰੀ ਸਰਚ ਲਾਈਟ ਵੱਡੀ ਹੈ, ਉਹਦੇ ਚ ਵੱਡੀ। ਓਕੇ, ਜਿਸ ਜੇ ਚਾਂਸ ਮਿਲੇ ਤੇ ਫਿਰ ਫਿਊਚਰ ਵਿੱਚ yeah, maybe we can devote some time, yeah. So ਇਹ ਲਾਈਟ ਕੋਈ ਆਮ ਲਾਈਟ ਨਹੀਂ ਹੈ, ਬੋਲੋ ਸੋਦਰ ਦੀਆਂ ਪੌੜੀਆਂ। ਓਕੇ, ਪਰਮਾਤਮਾ ਦੇ ਦਰ ਤੇ ਦਰਵਾਜ਼ੇ ਤੇ ਖੜੇ ਹੋ ਕੇ ਤੇ ਅੰਦਰ ਝਾਤਿਆ ਨੇ, ਤੇ ਜੋ ਦੇਖਿਆ ਉਹਨਾਂ ਨੇ ਉਹ ਲਿਖਿਆ ਉਹਨਾਂ ਨੇ। ਸੋ ਜੋ ਉਹਨਾਂ ਨੂੰ ਮਹਿਸੂਸ ਹੋਇਆ, ਜੋ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਹਨ ਦੇ ਨਾਲ, ਜਿਸ ਘਰ ਵਿੱਚ ਸਾਰਿਆਂ ਦੀ ਸੰਭਾਲ ਹੁੰਦੀ ਹੈ ਤੇ ਜਿਸ ਘਰ ਵਿੱਚ ਉਹ ਦੇਖਦਾ ਹੈ, ਉਹ ਰਹਿੰਦਾ ਹੈ ਪ੍ਰਭੂ ਮੇਰਾ, ਤੇ ਉੱਥੇ ਦਾ ਹਾਲ ਸੁਣਾਇਆ ਹੈ, ਤੇ ਫਿਰ ਉੱਥੇ ਦਾ ਹਾਲ ਸੁਣਾਉਣ ਵਾਸਤੇ ਫਿਰ ਟਾਈਮ ਜ਼ਿਆਦਾ ਲੱਗੇਗਾ, but hopefully maybe we can once this series ends, then we can think about that, ਪਰ meanwhile ਤੁਸੀਂ ਆਪ ਮਿਹਨਤ ਕਰ ਸਕਦੇ ਹੋ ਪੜ੍ਹਨ ਵਾਸਤੇ, ਬੜਾ ਕੁਝ ਲਿਖਿਆ ਗਿਆ ਹੈ ਉਹਨਾਂ ਪੌੜੀਆਂ ਉੱਤੇ, ਤੁਸੀਂ ਖੁਦ ਦੇਖ ਸਕਦੇ ਹੋ, ਓਕੇ, ਦੱਸਣਾ ਸਾਨੂੰ ਰਿਸੋਰਸਸ ਫਿਰ। yeah, ਸੰਥਿਆ ਹੈ, ਅੱਛੀ ਰਿਸੋਰਸ ਹੈ, ਭਾਈ ਹਰਬੰਸ ਸਿੰਘ ਇਹਨਾਂ ਦੇ ਟੀਕਾ ਅੱਛਾ ਹੈ, ਪ੍ਰੋਫੈਸਰ ਸਾਹਿਬ ਸਿੰਘ ਇਹਨਾਂ ਦੀ, ਉਹਨਾਂ ਤੋਂ ਦੇਖ ਸਕਦੇ ਹੋ ਤੁਸੀਂ, ਦਰਪਣ ਵਿੱਚੋਂ ਵੀ ਬੜਾ ਕੁਝ ਲਿਖਿਆ ਗਿਆ ਉਹਨਾਂ ਪੌੜੀਆਂ ਬਾਰੇ। ਇਟਸ ਵੈਰੀ ਇੰਪੋਰਟੈਂਟ ਹਨ ਉਹ, ਤੇ ਰੋਜ਼ ਗਾਈਆਂ ਜਾਂਦੀਆਂ ਨੇ। ਬਾਈ ਦਾ ਵੇ, ਸੋਦਰ ਦੀ ਚੌਂਕੀ ਜਿਹੜੀ ਹੈ ਉਹ ਰੋਜ਼ ਸ਼ਾਮੀ ਲਾਉਣ ਦਾ ਹੁਕਮ ਹੈ। ਸੋ ਸੋਦਰ ਦੀ ਚੌਂਕੀ ਜਿਹੜੀ ਹੈ ਹਰ ਵੱਡੇ ਗੁਰਦੁਆਰਿਆਂ 'ਚ ਲੱਗਦੀ ਹੈ। ਦਰਬਾਰ ਸਾਹਿਬ ਰੋਜ਼ ਹੁੰਦਾ ਹੈ, ਤੇ ਵੱਡੇ ਗੁਰਦੁਆਰੇ ਬੰਗਲਾ ਸਾਹਿਬ ਵਗੈਰਾ ਸੋਦਰ ਦੀ ਚੌਂਕੀ ਜਿਹੜੀ ਹੈ ਲੱਗਦੀ ਹੈ। ਆਸਾ 'ਚ ਗਾਈ ਜਾਂਦੀ ਹੈ, ਅਸੀਂ ਆਸਾ 'ਚ ਹੀ ਗਾਉਂਦੇ ਹਾਂ ਉਸਨੂੰ। ਸ਼ੁਰੂ ਤੋਂ ਮਰਿਆਦਾ ਆਸਾ 'ਚ ਗਾਉਣ ਵਿੱਚ ਹੀ ਹੈ। ਸੋ ਅਸੀਂ ਵੀ ਆਸਾ ਵਿੱਚ ਹੀ ਸਿੱਖੀ ਹੈ, ਕਲਾਸ ਵਿੱਚ ਵੀ ਤੇ
ਆਸਾ ਚ ਗਾਉਂਦੇ ਆ ਜਨਰਲੀ ਸਪੀਕਿੰਗ। ਰਹਿਰਾਸ ਤੋਂ ਪਹਿਲੇ ਇਹਨਾਂ ਸੋਦਰ ਦੀਆਂ ਪੌੜੀਆਂ ਦਾ ਜਿਹੜਾ ਕੀਰਤਨ ਜਿਹੜਾ ਹੈ ਇਹ ਚੌਂਕੀ ਹੈ ਬੜੀ ਇੰਪੋਰਟੈਂਟ ਸੋਦਰ ਦੀ, ਉਹਨੂੰ ਉਹਦੇ ਚ ਗਾਇਆ ਜਾਂਦਾ। ਹਾਂਜੀ, anybody else has any questions from that point? Otherwise no. Okay, so we were talking about the concept of guru in ਮੈਂ ਉਸ ਪ੍ਰਸਾਦ ਵਰਡ ਦੇ ਉੱਤੇ ਇੱਕ ਵਾਰੀ ਦੁਬਾਰਾ ਮੈਂ ਪਾ ਦਿਆਂ ਕਿ ਤੁਸੀਂ ਦੇਖੋਗੇ ਕਿ ਮੂਲ ਮੰਤਰ ਦੀ ਵਿਆਖਿਆ ਇੱਕ ਓੰਕਾਰ ਤੋਂ ਲੈ ਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਤੇ ਇਹਨਾਂ ਤੋਂ ਬਾਅਦ ਗੁਰਪ੍ਰਸਾਦ ਲਿਖਿਆ ਨੇ। ਸੋ ਮੈਂ ਲਾਸਟ ਟਾਈਮ ਵੀ ਇਹ ਗੱਲ ਕਹੀ ਸੀ ਕਿ ਇਹ ਇਨਫੋਰਮੇਸ਼ਨ ਗੈਦਰਿੰਗ ਸੈਸ਼ਨ ਨਹੀਂ ਸੀ ਉਹਨਾਂ ਵਾਸਤੇ। ਇਟਸ ਨਾਟ ਲਾਈਕ ਓਕੇ ਉਹ ਨਿਰਵੈਰ ਹੈ ਤੇ ਉਹ ਨਿਰਭਉ ਹੈ ਤੇ ਉਹ ਸੈਭੰਗ ਹੈ, ਉਹ ਕਰਤਾ ਹੈ, ਉਹ ਪੁਰਖ ਹੈ, ਉਹ ਸਤ ਹੈ, ਉਹ ਨਾਮ ਸਰੂਪ ਵਿੱਚ ਹੈ, ਉਹ ਇੱਕੋ ਹੀ ਇੱਕ ਹੈ ਹੋ ਕੇ ਵੀ ਲੇਕਿਨ ਓਂਕਾਰ ਰੂਪ ਵਿੱਚ ਕ੍ਰੀਏਟਿਵ ਵੀ ਹੈ। ਇਹ ਕੋਈ ਇਨਫੋਰਮੇਸ਼ਨ ਸੈਸ਼ਨ ਨਹੀਂ ਦੇ ਰਹੇ ਉੱਥੇ। ਹਾਂਜੀ, ਜੇ ਇਨਫੋਰਮੇਸ਼ਨ ਸੈਸ਼ਨ ਦੇ ਰਹੇ ਹੁੰਦੇ, ਜੇ ਸਿਰਫ ਇਨਫੋਰਮੇਟਿਵ ਇਨਫੋਰਮੇਸ਼ਨ ਹੁੰਦੀ ਹੈ ਵਾਲੀ ਵੀ ਇਹ ਤੁਹਾਡੇ ਵਾਸਤੇ ਤੁਹਾਡੀ ਜਗਿਆਤ ਵਾਸਤੇ ਦੱਸਦੀ ਹੈ ਤੁਹਾਨੂੰ ਕਿ ਇਹ ਨਿਰਵੈਰ ਹੈ ਉਹ ਆਪ। ਹਾਂਜੀ, ਤੁਹਾਡੇ ਜਿਗਿਆਸੂ ਵਾਸਤੇ ਦੱਸਦੀ ਹੈ ਕਿ ਉਹ ਨਿਰਭਉ ਹੈ, ਉਹ ਕਰਤਾ ਹੈ, ਉਹ ਪੁਰਖ ਹੈ। ਹਾਂਜੀ, ਉਹ ਸੈਭੰਗ ਹੈ, ਉਹ ਅਕਾਲ ਹੈ, ਉਹ ਮੂਰਤ ਹੈ। ਇਹ ਤੁਹਾਡੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਸਾਰਾ। ਇਹ ਉਹ ਉਸ ਤਰ੍ਹਾਂ ਦਾ ਨਹੀਂ ਹੈ ਕੋਈ ਉਹ ਜੀ ਗੱਲ, ਇਨਫੋਰਮੇਸ਼ਨ ਨਹੀਂ ਹੈ ਇੱਥੇ। ਜੇ ਇਨਫੋਰਮੇਸ਼ਨ ਹੁੰਦੀ ਤੇ ਗੁਰਪ੍ਰਸਾਦ ਲਿਖਿਆ ਨਾ ਹੁੰਦਾ ਫਿਰ। ਹਾਂਜੀ, ਗੁਰਪ੍ਰਸਾਦ ਤਾਂ ਲਿਖਿਆ ਆਇਆ ਹੈ ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਉੱਪਰਲੇ ਲਿਖੇ ਹੋਏ ਜਿਹੜੇ ਵਰਡ ਆਏ ਹਨ ਇਹ ਤੁਹਾਡੀ ਲਾਈਫ ਵਿੱਚ ਐਕਸੈਪਟ ਹੋ ਸਕਦੇ ਹਨ ਤੁਹਾਡੀ। ਤੁਸੀਂ ਉਹਨਾਂ ਵਰਗੇ ਬਣੋ। ਜੋ ਉਹ ਸਹਿਭੰਗ ਹੈ ਤੁਸੀਂ ਵੀ ਸਹਿਭੰਗ ਬਣੋ। ਜੇ ਉਹ ਨਿਰਵੈਰ ਹੈ ਤੁਸੀਂ ਵੀ ਨਿਰਵੈਰ ਬਣੋ। ਜੇ ਉਹ ਕਰਤਾ ਹੈ ਤਾਂ ਉਸ ਕਰਤੇ ਵਿੱਚ ਸਮਾ ਜਾਓ। ਜੇ ਉਹ ਪੁਰਖ ਹੈ ਤਾਂ ਉਸ ਪੁਰਖ ਵਿੱਚ ਸਮਝਾਓ। ਹਰ ਇੱਕ ਵਿੱਚ ਪੁਰਖ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਸੇਵਾ ਦੇ ਰੂਪ ਵਿੱਚ ਆਓ। ਹਾਂਜੀ, ਇਹ ਮੂਲ ਹੈ ਮੂਲ ਮੰਤਰ ਦਾ। ਇਹ ਮੂਲ ਨਹੀਂ ਹੈ ਕਿ ਇਹ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਤੁਹਾਨੂੰ। ਹੁਣ ਗੁਰਪ੍ਰਸਾਦ ਲਿਖਿਆ ਨੇ ਵੀ ਇਹ ਉੱਪਰਲੇ ਲਿਖੇ ਹੋਏ ਜਿਹੜੇ ਐਟਰੀਬਿਊਟਸ ਦਿੱਤੇ ਹਨ ਤੁਹਾਨੂੰ, ਇਹਨਾਂ ਨੂੰ ਤੁਸੀਂ ਗੁਰੂ ਦੇ ਦੁਆਰਾ ਰਿਅਲਾਈਜ਼ ਕਰੋ। ਇਹਨਾਂ ਐਟਰੀਬਿਊਟਸ ਨੂੰ ਤਾਂ ਆਪਣੇ ਜੀਵਨ ਵਿੱਚ ਸ਼ਾਮਿਲ ਕਰੋ ਉਸਨੂੰ। I hope that message is very loud and clear here. ਹਾਂਜੀ, ਗੁਰਬਾਣੀ ਵਿੱਚ ਕਿਧਰੇ ਵੀ ਇਨਫੋਰਮੇਟਿਵ ਦੇ ਵੇ ਦੇ ਨਾਲ ਕੋਈ ਐਕਸਪੀਰੀਐਂਸਸ ਨਹੀਂ ਆਣੇ ਹੋ ਜੇ। ਅਸੀਂ ਬਣਾ ਲਏ ਹਨ ਉਹ ਜੇ। ਅਸੀਂ ਕਿਤਾਬਾਂ ਇਹੋ ਜਿਹੀਆਂ, ਅਸੀਂ ਡਿਸਕਸ਼ਨ ਇਹੋ ਜਿਹੀਆਂ ਕਰਦੀਆਂ ਜਿਹੜੀਆਂ ਕਿ ਸਿਰਫ ਇਨਫੋਰਮੇਸ਼ਨ ਦੇ ਉੱਤੇ ਆਧਾਰਿਤ ਹੋਵਣ। ਇਨਫੋਰਮੇਸ਼ਨ ਤੇ ਆਧਾਰਿਤ ਨਹੀਂ ਹਨ, ਉਹ ਰੀਅਲ ਲਾਈਫ ਐਕਸਪੀਰੀਐਂਸਸ ਹਨ ਜੋ ਗੁਰੂ ਕਹਿੰਦੇ ਹਨ, ਜੋ ਤੁਹਾਡੇ ਮਨ ਵਿੱਚ ਹੀ ਚੱਲਣ ਉਹ ਚੀਜ਼ਾਂ। So I want to make sure we are on the same page here. ਤੇ ਗੁਰੂ ਦੀ ਵਿਆਖਿਆ ਮੈਂ ਲਾਸਟ ਟਾਈਮ ਕਰ ਦਿੱਤੀ ਸੀ। ਗੁਰੂ ਕੌਣ ਹੈ? ਗੁਰੂ ਇੱਕ ਰੀਅਲਾਈਜ਼ ਸੋਲ ਹੈ ਜਿਹੜਾ ਹਰ ਜੀਵਨ ਦੇ ਹਰ ਪੱਖ ਵਿੱਚ ਤੁਹਾਨੂੰ ਦੇਖੋਗੇ ਤੁਸੀਂ ਕਿ ਤੁਹਾਨੂੰ ਲੋੜ ਪੈਂਦੀ ਹੈ ਕਿਸੇ ਹੈਂਡ ਹੋਲਡਿੰਗ ਦੀ। ਕੋਈ ਉਹ ਜੀ ਆਰਟ ਨਹੀਂ ਹੈ ਜੀਵਨ ਵਿੱਚ ਜਿਹਦੇ ਤੁਸੀਂ ਜਿਹੜੀ ਲੈ ਸਕਦੇ ਹੋ without somebody teaching you that art. Whether you go to medical school, whether you go to law school, whether whatever you go to business school, you become a musician, ਕੀਰਤਨ ਸਿੱਖਣਾ ਹੋਵੇ, ਮਿਊਜ਼ਿਕ ਹੋਵੇ, ਕੋਈ ਵੀ ਜੀਵਨ ਦਾ ਕੋਈ ਵੀ ਅੰਗ ਹੋਵੇ ਜਿਹਦੇ ਚ ਤੁਹਾਨੂੰ ਨਿਪੁਣਤਾ ਲੈਣੀ ਹੋਵੇ, you want to be an expert in that, you always seek help, And who do you seek help from? People who are very knowledgeable about that subject matter, people who have dealt with that subject matter, people who have taught that thing. ਸਰਜਰੀ ਕਰਾਣੀ ਹੋਵੇ ਤੇ ਸਰਜਨ ਬੰਦਾ ਉਹ ਢੂੰਡਦਾ ਜਿਹਨੇ ਇਹ ਵਾਲੀ ਸਰਜਰੀ ਬੜੀ ਵਾਰੀ ਕੀਤੀ ਹੋਏ ਪਹਿਲੇ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕੀ ਕਰਨਾ ਹੈ। ਉਹ ਢੂੰਡਦਾ ਨਹੀਂ ਪਿਆ ਆਨਸਰ, he knows what he or she is doing, ਹੈ ਨਾ। ਉਹਨੂੰ ਪਤਾ ਹੈ ਕਿ ਇਹ ਪਹਿਲੇ ਇਹ ਕਰਨਾ ਹੈ, ਪ੍ਰੋਸੈਸ ਇਹ ਹੈ ਸਾਰਾ ਮੇਰਾ ਕਰ। ਬਿਕੋਜ਼ ਉਹ ਹਜ਼ਾਰਾਂ ਸਰਜਰੀਆਂ ਇਹੋ ਜਿਹੀਆਂ ਕਰ ਚੁੱਕੀ ਹੈ ਜਾਂ ਕਰ ਚੁੱਕਾ ਹੈ ਨਾ। ਤੁਸੀਂ ਉਸ ਬੰਦੇ ਕੋਲ ਨਹੀਂ ਜਾਂਦੇ ਜਿਹਨੂੰ ਆਪੇ ਹੀ ਪਤਾ ਨਾ ਹੋਵੇ ਖਾਸ ਕੁਝ, ਜਾਂ ਹੁਣੇ ਸਿੱਖਿਆ ਹੋਵੇ, ਉਹ ਨਹੀਂ ਹੁੰਦਾ ਕਿਤੇ ਵੀ। ਉਸੇ ਤਰ੍ਹਾਂ ਸਪਿਰਿਚੁਅਲ ਲਾਈਫ ਵਿੱਚ ਵੀ ਸੇਮ ਇਸ਼ੂਜ਼ ਹਨ, ਸਪਿਰਿਚੁਅਲ ਪ੍ਰੋਗਰੈਸ ਵਿੱਚ ਵੀ ਸੇਮ ਇਸ਼ੂਜ਼ ਆਉਂਦੇ ਹਨ। ਸਪਿਰਿਚੁਅਲ ਪ੍ਰੋਗਰੈਸ ਵਿੱਚ ਵੀ ਬੰਦਾ ਉਸੇ ਦੀ ਹੈਲਪ ਸੀਕ ਕਰਦਾ ਹੈ ਜਿਸ ਨੂੰ ਉਸ ਪ੍ਰਮਾਤਮਾ ਬਾਰੇ ਪੂਰੀ ਤਰ੍ਹਾਂ ਜਾਣੂ ਹੋਵੇ, ਜਿਹੜਾ ਪੂਰੀ ਤਰ੍ਹਾਂ ਰੀਅਲਾਈਜ਼ ਹੋਵੇ। ਤੇ ਸਿੱਖੀਜ਼ਮ ਵਿੱਚ ਅਸੀਂ ਗੁਰੂ ਨੂੰ ਉਹ ਜਿਹੜੀ ਉਪਾਧੀ ਜਿਹੜੀ ਹੈ ਉਹ ਗੁਰੂ ਨੂੰ ਦਿੱਤੀ ਹੈ। ਹਾਂਜੀ, ਸੋ ਇਹ ਇੱਥੇ ਤੱਕ ਤੇ ਸਾਰੀ ਗੱਲ ਕਲੀਅਰ ਹੈ ਬਿਲਕੁਲ। ਸੋ ਹੁਣ ਗੁਰੂ ਦੀ ਲੋੜ ਹੈ, ਸਭ ਨੂੰ ਲੋੜ ਹੈ ਗੁਰੂ ਦੀ, ਤੇ ਗੁਰੂ ਤੋਂ ਸਭ ਕੁਝ ਮਿਲਦਾ ਹੈ। ਤੇ ਗੁਰੂ ਜਿਹੜਾ ਹੈ ਇੰਪੋਰਟੈਂਟ ਇਸ ਵਾਸਤੇ ਹੈ ਕਿਉਂਕਿ ਗੁਰੂ ਕੋਲ ਸਾਰੇ ਐਕਸਪੀਰੀਐਂਸਸ ਕੀਤੇ ਹੋਏ ਨੇ ਉਹਨੇ ਪ੍ਰਮਾਤਮਾ ਮਿਲਣ ਦੇ। ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਹੈ। ਹਾਂਜੀ, ਸੋ ਉਹਨਾਂ ਨੇ ਐਕਸਪੀਰੀਐਂਸ ਕੀਤਾ ਹੋਇਆ ਹੈ, ਉਹਨਾਂ ਨੂੰ ਮਿਲਿਆ ਹੋਇਆ ਪ੍ਰਮਾਤਮਾ, ਉਹਨਾਂ ਦੇ ਅੰਦਰ ਵਸਿਆ ਹੋਇਆ ਹੈ। ਉਹ ਜੋ ਮੂੰਹੋਂ ਬੋਲਦੇ ਹਨ ਉਹ ਗੁਰਬਾਣੀ ਰੂਪ ਵਿੱਚ ਹੈ।
ਇਸ ਵਾਸਤੇ ਉਹਨਾਂ ਦੀ ਜੀਵਨ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਫੋਲੋ ਕੀਤਿਆਂ ਤੁਸੀਂ ਵੀ ਉੱਥੇ ਪਹੁੰਚ ਸਕਦੇ ਹੋ ਜਿੱਥੇ ਉਹ ਪਹੁੰਚੇ ਹਨ। ਦੈਟ ਇਜ਼ ਦ ਹੋਲ crux of the matter here, you know। ਹੁਣ ਪ੍ਰੋਬਲਮ ਹੈ ਕਿ ਆਪਣੇ ਗੁਰੂ ਤੋਂ, ਆਪਣੇ ਟੀਚਰ ਤੋਂ ਤੇ ਬੰਦਾ ਇੰਪ੍ਰੈਸ ਹੋ ਜਾਂਦਾ ਹੈ you know, ਮੈਡੀਕਲ ਸਕੂਲ ਜਾਏ ਤੇ ਆਪਣੇ ਟੀਚਰ ਤੋਂ ਬੰਦਾ ਇੰਪ੍ਰੈਸ ਹੋ ਜਾਂਦਾ ਹੈ, ਕਿਸੇ ਵੀ ਮਿਊਜ਼ਿਕ ਟੀਚਰ ਤੋਂ ਇੰਪ੍ਰੈਸ ਹੋ ਜਾਂਦਾ ਹੈ, ਹੋਰ ਕਿਸੇ ਚੀਜ਼ ਤੋਂ ਬੰਦਾ ਇੰਪ੍ਰੈਸ ਹੋ ਜਾਂਦਾ ਹੈ, ਪਰ ਆਪਣੇ ਗੁਰੂ ਤੋਂ ਇੰਪ੍ਰੈਸ ਹੋਣ ਵਾਸਤੇ ਉਸ ਪ੍ਰਮਾਤਮਾ ਦੀ ਮਿਹਰ ਚਾਹੀਦੀ ਹੈ ਬਹੁਤ ਵੱਡੀ। ਜੇ ਸਾਰੇ ਇੰਪ੍ਰੈਸ ਹੋ ਜਾਣ ਆਪਣੇ ਗੁਰੂ ਤੋਂ ਤੇ ਫਿਰ ਤੇ ਪ੍ਰੋਬਲਮ ਹੀ ਰਿਜ਼ੋਲਵ ਹੋ ਜਾਏ, ਪਰ ਹੁੰਦੇ ਨਹੀਂ। ਅਸੀਂ ਕਰਦੇ ਉਹੀ ਆ ਜੋ ਸਾਡਾ ਮਨ ਕਰਦਾ ਹੈ, ਅਸੀਂ ਉਹ ਨਹੀਂ ਕਰਦੇ ਜੋ ਗੁਰੂ ਕਰਾਉਣਾ ਚਾਹੁੰਦਾ ਸਾਡੇ ਕੋਲੋਂ, ਜਾਂ ਉਹ ਚਾਹੁੰਦੇ ਨੇ ਤੁਸੀਂ ਕਰੋ। ਸੋ ਇਹ ਜਿਹੜਾ ਪਾਰਟ ਜਿਹੜਾ ਹੈ ਵੀ ਕਿਸ ਤਰ੍ਹਾਂ ਬੰਦਾ ਇੰਪ੍ਰੈਸ ਹੋਏ ਉਹਨਾਂ ਤੋਂ, ਕਿਸ ਤਰ੍ਹਾਂ ਉਹ ਪਤੀਚ ਜਾਏ ਤੁਹਾਡਾ ਮਨ, ਇਹ ਪ੍ਰਮਾਤਮਾ ਦੀ ਭਗਤੀ ਤੇ ਡਿਪੈਂਡ ਕਰਦਾ ਤੁਸੀਂ ਕਿਤਨੇ ਨੇੜੇ ਹੋ ਗੁਰਬਾਣੀ ਦੇ। ਸੋ ਉਹ ਐਕਸਪੀਰੀਅੰਸ ਜਿਹੜੇ ਗੁਰੂ ਦੇ ਆਪਣੇ ਜਿਹੜੇ ਦਿੱਤੇ ਹੋਏ ਐਕਸਪੀਰੀਅੰਸ ਜਿਹੜੇ ਹਨ, ਜਿਹੜੇ ਉਹ ਗੁਰੂ ਦੇ ਐਕਸਪੀਰੀਅੰਸ ਗੁਰਬਾਣੀ ਵਿੱਚ ਅੱਛੀ ਤਰ੍ਹਾਂ ਨਿਰੂਪਿਤ ਕੀਤੇ ਹੋਏ ਨੇ, ਸਾਰਾ ਕੁਝ ਦੱਸਿਆ ਹੋਇਆ ਸਾਰਾ ਕੁਝ ਉਹਨਾਂ ਨੂੰ। ਤੇ ਇਹੋ ਜਿਹਾ ਗੁਰੂ ਸਿਰਫ ਟੀਚਰ ਨਹੀਂ ਹੈ, ਇਹ ਅਵਤਾਰੀ ਪੁਰਖ ਮੰਨਿਆ ਗਿਆ ਹੈ। ਅਸੀਂ ਇਹ ਕੋਈ ਆਮ ਗੁਰੂ ਦੀ ਡੈਫੀਨੇਸ਼ਨ ਨਹੀਂ ਹੈ ਗੁਰਬਾਣੀ ਵਿੱਚ। ਗੁਰੂ ਦੇ ਵਰਡ ਇੱਥੇ ਸਿਰਫ ਕੋਈ ਆਮ ਟੀਚਰ ਬਾਰੇ, ਹੁਣ ਮੈਂ ਵੀ ਟੀਚਰ ਹਾਂ, ਗੁਰਬਾਣੀ ਦਾ ਟੀਚਰ ਹਾਂ, ਮਿਊਜ਼ਿਕ ਦਾ ਵੀ ਟੀਚਰ ਹਾਂ, ਹਾਂਜੀ, ਕਈ ਵਾਰੀ ਹੋਰ ਵੀ ਕੁਝ ਪੜ੍ਹਾ ਦਿੰਦਾ ਮੈਂ ਉੱਥੇ ਆਪਣੇ ਫਰਮ ਵਿੱਚ। ਮੈਂ ਆਈ ਟੀਚ ਟੈਕਸ ਲਾਅ ਆਲਸੋ। ਦੈਟ ਡਜ਼ਨਟ ਮੀਨ ਕਿ ਆਈ ਐਮ ਅ ਗੁਰੂ ਜਸਟ ਬਿਕਾਜ਼ ਸਮਬਡੀ ਇਜ਼ ਅ ਟੀਚਰ। ਗੁਰੂ ਦੇ ਜਿਹੜਾ ਵਰਡ ਜਿਹੜਾ ਹੈ ਗੁਰਬਾਣੀ ਵਿੱਚ, ਉਹ ਇੱਕ ਸਪੈਸ਼ਲ ਬੰਦਿਆਂ ਵਾਸਤੇ ਹੈ। 10 ਗੁਰੂ ਸਾਹਿਬਾਨ ਵਾਸਤੇ ਆਇਆ ਵਰਡ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਾਸਤੇ ਆਇਆ ਹੈ, ਦਸਮ ਬਾਣੀ ਵਾਸਤੇ ਆਇਆ ਹੈ। ਤੇ ਹੋਰ ਜਿਹੜੀਆਂ ਸੁੱਚੀਆਂ ਬਾਣੀਆਂ ਨਿਸ਼ਚਿਤ ਹੋਈਆਂ, ਭਾਈ ਗੁਰਦਾਸ ਦੀ ਤੇ ਭਾਈ ਨੰਦ ਲਾਲ ਜੀ ਦੀ, ਇਹ ਸਪੈਸੀਫਿਕ ਵਰਡ ਹੈ ਉਹਨਾਂ ਵਾਸਤੇ। ਕਿਉਂਕਿ ਗੁਰੂ ਵਰਡ ਬੜਾ ਲੂਜ਼ਲੀ ਵਰਡ ਵੀ ਯੂਜ਼ ਹੁੰਦਾ ਹੈ ਹਿੰਦੀ ਵਿੱਚ, ਇੰਡੀਆ ਵਿੱਚ। ਇਹ ਮੇਰੇ ਗੁਰੂ ਜੀ ਹਨ, ਇਹ ਗੁਰੂ ਹੈ ਮੇਰਾ। ਉਹ ਇੱਥੇ ਉਹ ਗੁਰੂ ਨਹੀਂ ਵਰਡ ਯੂਜ਼ ਕਰਦੇ ਪਏ ਅਸੀਂ, ਜਿਹੜਾ ਹੈ ਇਹ ਅਵਤਾਰੀ ਪੁਰਖ ਹੈ। ਇਹ 10 ਗੁਰੂਆਂ ਵਾਸਤੇ ਇਹ ਵਰਡ ਯੂਜ਼ ਕੀਤਾ ਜਾਂਦਾ ਹੈ ਸਿੱਖੀਜ਼ਮ ਵਿੱਚ, ਹਾਂਜੀ। ਸੋ ਆਈ ਵਾਂਟ ਟੂ ਮੇਕ ਸ਼ੋਰ ਦੈਟ ਵੀ ਆਰ ਔਨ ਦ ਸੇਮ ਪੁਰਜ। ਤੇ ਇਹ ਗੁਰੂ ਦੀ ਹਾਊ ਡੂ ਵੀ ਨੋ ਕਿ ਇਹ ਸੱਚਾ ਗੁਰੂ। ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਹੁਣ ਵੀ ਗੱਲ ਕਹਿ ਰਿਹਾ, ਬਿਫੋਰ ਆਈ ਬ੍ਰਿੰਗ ਇਨ ਗੁਰਬਾਣੀ ਟੂ ਐਗਜ਼ਾਮਪਲ। Vichi, a very quick question, if you don't mind. This is the first time I'm hearing ki Bhai Gurdas and Bhai Nandlal are also given that status of Guru. ਗੁਰੂ ਦਾ ਸਟੇਟਸ ਨਹੀਂ ਹੈ, ਪਰ ਗੁਰਬਾਣੀ ਵਰਗਾ ਇਕੁਅਲ ਸਟੇਟਸ ਹੈ। ਸੋ ਫॉर ਐਗਜ਼ਾਮਪਲ ਦਰਬਾਰ ਸਾਹਿਬ ਅੰਦਰ ਜਦੋਂ ਕੀਰਤਨ ਹੁੰਦਾ ਹੈ ਵੀਰ ਜੀ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਤੇ ਦਸਮ ਪਿਤਾ ਦੀ ਬਾਣੀ ਤੋਂ ਇਲਾਵਾ ਸਿਰਫ 2 ਹੋਰ ਬਾਣੀਆਂ ਨਿਸ਼ਚਿਤ ਹੋਈਆਂ ਜਿਹੜੀਆਂ ਕਿ ਉਸ ਲੈਵਲ ਦੀਆਂ ਆਈਆਂ ਜਿਹਨੂੰ ਗਾਣ ਦਾ ਹੁਕਮ ਹੈ, ਜਿਹਨੂੰ। ਸੋ ਕਿਉਂਕਿ ਉਹਨਾਂ ਬਾਣੀਆਂ ਨੂੰ ਦਰਬਾਰ ਸਾਹਿਬ ਅੰਦਰ, ਉਸ ਸੈਂਕਟਮ ਅੰਦਰ ਗਾਣ ਦਾ ਹੁਕਮ ਹੈ ਅੰਦਰ, ਕਿ ਉਹ ਗੁਰਬਾਣੀ ਦੇ ਤੁਲ ਮੰਨੀਆਂ ਗਈਆਂ ਹਨ। ਇਹ ਦੋ ਐਕਸੈਪਸ਼ਨਸ ਹਨ ਵੀਰ ਜੀ, ਜਿਹੜੀਆਂ ਭਾਈ ਗੁਰਦਾਸ ਜੀ ਦੇ ਕਬਿਤ ਸਵਈਏ ਤੇ ਉਹਨਾਂ ਦੀਆਂ ਵਾਰਾਂ, ਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਜਿਹੜੀਆਂ ਹਨ, ਇਹ 2 ਐਕਸੈਪਸ਼ਨਸ ਹਨ ਟੂ ਦ ਜਨਰਲ ਰੂਲ। ਇਹਨਾਂ ਨੂੰ ਗੁਰੂ ਘਰ ਵਿੱਚ ਗੁਰਬਾਣੀ ਵਰਗਾ ਸਤਕਾਰ ਮਿਲਿਆ ਹੈ। ਲੈਟਸ ਮੀ ਪੁੱਟ ਇਟ ਦਿਸ ਵੇ। ਗੁਰਬਾਣੀ ਵਰਗੀ ਇੱਜ਼ਤ ਮਿਲੀ ਹੈ ਉਹਨਾਂ ਨੂੰ। ਇਹ ਗੁਰੂ ਦੇ ਵਰ ਹਨ ਉਹਨਾਂ ਦੋਨਾਂ। ਤੇ ਇਹ ਇੱਕ ਚੀਜ਼ ਨੂੰ ਹੋਰ ਪ੍ਰੂਵ ਕਰਦੇ ਹਨ ਕਿ ਦੋਨੋਂ ਰੀਅਲਾਈਜ਼ ਸੋਲ ਸਨ ਦੋਨੋਂ, ਲੇਕਿਨ ਫਿਰ ਵੀ ਗੁਰੂ ਨਹੀਂ ਸਨ ਉਹ। ਲੇਕਿਨ ਉਹਨਾਂ ਦੀਆਂ ਲਿਖਤਾਂ ਨੂੰ, ਉਹਨਾਂ ਦੀਆਂ ਰਾਈਟਿੰਗਸ ਨੂੰ ਗੁਰਬਾਣੀ ਵਰਗਾ ਸਟੇਟਸ ਦਿੱਤਾ ਗਿਆ ਹੈ, ਗੁਰਬਾਣੀ ਵਰਗੀ ਇੱਜ਼ਤ ਦਿੱਤੀ ਗਈ ਹੈ। ਇੱਥੇ ਤੱਕ ਕਿ ਸੂਰਜ ਪ੍ਰਕਾਸ਼ ਵਿੱਚ ਵਰਡ ਇਹ ਵੀ ਆਏ ਹਨ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਮੰਨੀ ਗਈ ਹੈ। ਭਾਈ ਗੁਰਦਾਸ ਜੀ ਦੀ ਬਾਣੀ ਕੁੰਜੀ ਚਾਬੀ ਨੂੰ ਕਹਿੰਦੇ ਹਨ, ਜਿਹੜਾ ਤਾਲਾ ਖੋਲਦੀ ਹੈ, ਉਹਨੇ ਰਹੱਸ ਨੂੰ ਖੋਲਦੀ ਹੈ। ਤੇ ਇਹ ਕਿਹਾ ਗਿਆ ਜਿਹੜਾ ਭਾਈ ਗੁਰਦਾਸ ਨੂੰ ਪੜ੍ਹੇਗਾ ਉਹ ਗੁਰਬਾਣੀ ਦੀ ਕੁੰਜੀ ਮੰਨਿਆ ਗਿਆ ਹੈ, ਕਿਉਂਕਿ ਉਹਨਾਂ ਨੇ ਰਿਕੁਐਸਟ ਤੇ ਆਈ ਸੀ ਗੁਰੂ ਸਾਹਿਬ ਵੱਲੋਂ ਕਿ ਤੁਹਾਡੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਚੜਾ ਦਈਏ, ਇਟਸ ਵਰਥ ਪੁੱਟਿੰਗ ਇਟ ਦੇਅਰ। ਪਰ ਉਹਨਾਂ ਨੇ ਆਪ ਕਿਹਾ ਨਹੀਂ, ਤੁਸੀਂ ਨਹੀਂ, ਤੁਹਾਡੇ ਵਰਗਾ ਕੋਈ ਨਹੀਂ ਹੋਰ। ਤੇ ਉੱਥੇ ਫਿਰ ਵਰਡ ਆਏ ਹਨ ਕਿ ਠੀਕ ਹੈ ਅਸੀਂ ਚੜਾਵਾਂਗੇ ਤੇ ਨਹੀਂ, ਪਰ ਚਲੋ ਤੁਹਾਡੀ ਬਾਣੀ ਜਿਹੜੀ ਹੈ ਉਹ ਤੁਲ ਹੋਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਫਰਕ ਨਹੀਂ ਸਿੱਖ ਗੁਰੂ ਕਾ ਸਿੱਖ ਸਮਝੇਗਾ। ਇਸੇ ਵਾਸਤੇ ਹੁਣ ਵੀ ਤੁਸੀਂ ਦੇਖੋਗੇ, ਵੀਰ ਜੀ you attend all the ਕੀਰਤਨ workshops, I know that, so you are familiar with all that stuff. ਤੁਸੀਂ ਦੇਖੋਗੇ ਕਿ ਕਿਤਨੀਆਂ ਪੁਰਾਤਨ ਰੀਤਾਂ ਰਾਗਾਂ ਵਿੱਚ ਭਾਈ ਗੁਰਦਾਸ ਦੀ ਬਾਣੀ ਦੇ ਉੱਤੇ ਨਿਰਧਾਰਿਤ ਹਨ। ਅਸੀਂ ਕਿੰਨੀਆਂ ਸਿੱਖੀਆਂ ਆਪ,
ਅਸੀਂ ਆਪ ਗਾਉਂਦੇ ਹਾਂ, ਸਿੱਖਦੇ ਹਾਂ ਅਸੀਂ, ਔਰ ਪੁਰਾਤਨ ਰਾਗਾਂ ਤੇ ਪੁਰਾਤਨ ਤਾਲਾਂ ਦੇ ਵਿੱਚ ਉਹ ਨਿਰਧਾਰਿਤ ਰੀਤਾਂ ਹਨ। ਮਨੇ ਕਿ ਇਹ ਪ੍ਰਥਾ ਬਹੁਤ ਪੁਰਾਣੀ ਹੈ ਭਾਈ ਗੁਰਦਾਸ ਜੀ ਦੀ ਤੇ ਉਹਨਾਂ ਨੂੰ ਗਾਣ ਦੀ, ਤੇ ਭਾਈ ਧਰਮ ਸਿੰਘ ਜ਼ਖਮੀਰਾਂ ਦਾ ਕੀਰਤਨ ਵੀ ਦੇਖੋਗੇ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਉਹਨਾਂ ਕਿੰਨਾ ਗਾਇਆ ਉਹਨਾਂ ਨੇ। ਸੋ ਉਹ ਬਾਣੀ ਗੁਰਬਾਣੀ ਦੇ ਤੁਲ ਮੰਨੀ ਗਈਆਂ ਨੇ, ਸੋ ਐਕਸੈਪਸ਼ਨਸ ਹਨ। ਸੋ ਗੁਰਬਾਣੀ ਤੇ ਨਹੀਂ ਹੈ, ਗੁਰੂ ਤੇ ਨਹੀਂ ਹੈ, ਪਰ ਗੁਰਬਾਣੀ ਦੇ ਤੁਲ ਹੈ, ਉਹ ਸਤਕਾਰ ਗੁਰਬਾਣੀ ਵਰਗਾ ਹੈ। That's the right word to use. Okay, thank you, Virji. No problem. So what I was saying was कि last time भी मैं दसिया सी कि सच्चे गुरु विच ते उस आम गुरु विच की फर्क हुंदा है। किंज पहचानोगे तुसी? सब तो वड्डी पहचान गुरबाणी विचों आप दसदे कि सच्चा गुरु दी पहचान सब तो वड्डी ये है कि ਉਹ ਬੰਦਾ ਕਦੀ ਆਪਣੇ ਆਪ ਨਾਲ ਨਹੀਂ ਜੋੜਦਾ। ਇਹ ਗੱਲ ਸਭ ਤੋਂ ਵੱਡੀ ਜਿਹੜੀ ਨਿਵੇਕਲਾਪਨ ਹੈ ਇਸ ਗੁਰੂ ਵਿੱਚ। ਉਹ ਕਦੀ ਨਹੀਂ ਕਹੇਗਾ ਕਿ ਮੇਰੇ ਨਾਲ ਜੁੜੋ, ਮੈਂ ਵੱਡਾ ਹਾਂ ਜਾਂ ਮੈਂ ਵੱਡੀ ਹਾਂ। ਤੁਸੀਂ ਦੇਖ ਲਓ ਕਿੰਨੇ ਚੈਨਲ ਹਨ, ਸਪਿਰਿਚੁਅਲ ਚੈਨਲ ਇੰਡੀਆ ਤੋਂ ਆਉਂਦੇ ਨੇ ਜਿਹੜੇ, ਉਹ ਆਪਣਾ ਨਾਮ ਜਪਾਉਂਦੇ ਨੇ, ਉਹ ਇਹ ਉਹਨੂੰ ਬਿਠਾਉਂਦੇ ਨੇ ਵੱਡੇ ਉਹਦੇ ਉੱਤੇ, ਔਰ ਲੇਕਿਨ ਹੀ ਇਜ਼ ਦ ਵਨ ਹੂ ਇਜ਼ ਡੂਇੰਗ ਐਵਰੀਥਿੰਗ, ਯੂ ਨੋ। ਉਹ ਆਪਣੇ ਗੁਰੂ, ਸੱਚਾ ਗੁਰੂ ਕਦੀ ਆਪਣੇ ਨਾਲ ਨਹੀਂ ਜੋੜੇਗਾ। ਗੁਰਬਾਣੀ ਦੀ ਇੱਕ ਲਾਈਨ ਦੱਸ ਦਿਓ ਜਿੱਥੇ ਲਿਖਿਆ ਹੋਵੇ ਕਿ ਗੁਰੂ ਨਾਨਕ ਦਾ ਜਾਪ ਕਰੋ, ਪ੍ਰਮਾਤਮਾ ਦਾ ਜਾਪ ਛੋੜ ਦਿਓ। ਦਸਮ ਪਿਤਾ ਨੇ ਕਿਧਰੇ ਕਿਹਾ ਹੋਵੇ ਕਿ ਮੇਰਾ ਜਾਪ ਸ਼ੁਰੂ ਕਰ ਦਿਓ, ਮੈਂ ਹਾਂ ਤਾਰਨ ਵਾਲਾ, ਪ੍ਰਮਾਤਮਾ ਨਹੀਂ ਹੈ ਕਰਨ ਵਾਲਾ ਕੁਝ। ਉਹਨਾਂ ਨੇ ਕਿਹਾ ਕਦੀ ਤੁਹਾਨੂੰ ਕਿਧਰੇ ਨਹੀਂ ਮਿਲੇਗੀ ਇਹ ਜੀ ਗੱਲ। ਹਾਂ, ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਦੇ ਵੱਡੇ ਹੋਣ ਦੀ, ਉਹਨਾਂ ਦੀ ਸਿਰਫ ਸਲਾਹ ਮਿਲ ਜਾਏਗੀ ਤੁਹਾਨੂੰ। ਇਹ ਵਰਡ ਮਿਲ ਜਾਣਗੇ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਮਿਲ ਜਾਣਗੇ ਵਰਡ, ਪਰ ਇਹ ਨਹੀਂ ਕਿਧਰੇ ਮਿਲੇਗਾ ਕਿ ਪ੍ਰਮਾਤਮਾ ਦਾ ਭਜਨ ਛੋੜ ਕੇ ਗੁਰੂ ਨਾਨਕ ਦਾ ਭਜਨ ਕਰੋ। ਇਹ ਤੁਹਾਨੂੰ ਲਾਈਨਾਂ ਕਿਧਰੇ ਨਹੀਂ ਮਿਲਣਗੀਆਂ। ਢੂੰਡ ਲਓ ਜਿੱਥੇ ਢੂੰਡਲੀਆਂ, ਤੁਹਾਨੂੰ ਇੱਕ ਲਾਈਨ ਨਹੀਂ ਮਿਲੇਗੀ। ਉਹਨਾਂ ਨੇ ਸਿਖਾਇਆ ਸਿਰਫ ਇੱਕ ਨਿਰੰਕਾਰ ਦੀ ਪੂਜਾ, ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਸਿੱਖ ਨੂੰ ਹੁਕਮ ਹੈ ਇੱਕ ਤੋਂ ਸਿਵਾਏ ਕਿਸੇ ਦੀ ਪੂਜਾ ਨਹੀਂ ਕਰਨੀ। ਪੂਜਾ ਉਸ ਇੱਕੋ ਨਿਰੰਕਾਰ ਦੀ ਹੈ, ਹੋਰ ਕਿਸੇ ਦੀ ਨਹੀਂ। ਹਾਂ, ਪਰਚਾ ਸ਼ਬਦ ਦਾ ਹੈ। ਪਰਚਾ ਸ਼ਬਦ ਦਾ ਕਿਉਂ ਹੈ? ਕਿਉਂਕਿ ਸ਼ਬਦ ਹੈਲਪ ਕਰਦਾ ਹੈ ਤੁਹਾਨੂੰ। ਸ਼ਬਦ ਤੁਹਾਨੂੰ, ਸ਼ਬਦ ਲੈਡਰ ਹੈ, ਸ਼ਬਦ ਖੇਵੜ ਹੈ, ਸ਼ਬਦ ਬੋਟ ਹੈ, ਸ਼ਬਦ ਦੇ ਦੁਆਰਾ ਤਰਨਾ ਹੈ ਤੁਸੀਂ, ਹਾਂਜੀ। ਲੇਕਿਨ ਪੂਜਾ ਨਿਰੰਕਾਰ ਦੀ ਹੈ। ਪੂਜਾ ਇੱਕ ਤੋਂ ਸਿਵਾਏ ਹੋਰ ਕਿਸੇ ਦੀ ਨਹੀਂ ਕਰਨੀ ਪੂਜਾ। ਤੇ ਸੱਚਾ ਗੁਰੂ ਜਿਹੜਾ ਹਮੇਸ਼ਾ ਪ੍ਰੇਰਦਾ ਉਸੇ ਵੱਲੇ, ਹੋਰ ਕਿਸੇ ਵੱਲੇ ਨਹੀਂ ਪ੍ਰੇਰਦਾ। ਤੇ instead of me speaking who the guru is, instead of me talking about that, though, I'm going to share a screen now and look at the Sukhmani ਦੀ 18th ਅਸ਼ਟਪਦੀ। ਸੁਖਮਨੀ ਦੀ 18th ਅਸ਼ਟਪਦੀ ਬਹੁਤ ਇੰਪੋਰਟੈਂਟ ਹੈ ਸਾਰਿਆਂ ਆਥਰਸ ਵਾਸਤੇ ਜਿਹੜੇ ਗੁਰੂ ਬਾਰੇ ਡਿਸਕਸ ਕਰਦੇ, ਕਿਉਂਕਿ ਪੂਰੀ ਦੀ ਪੂਰੀ ਅਸ਼ਟਪਦੀ ਗੁਰੂ ਤੇ ਨਿਰਧਾਰਿਤ ਹੈ ਸਾਰੀ। ਇਹ ਪੂਰੀ ਦੀ ਪੂਰੀ ਅਸ਼ਟਪਦੀ ਗੁਰੂ ਦੇ ਉੱਤੇ ਫੋਕਸਡ ਹੈ ਸਾਰੀ, ਹਾਂਜੀ। So I can't discuss the entire Ashpadi. It'll be hard in an hour's class to discuss the concept and discuss the entire Ashpadi. But we'll look at certain portions of that Ashpadi together and try to get the sense out of it कि महाराज की उपदेश देते पैण उत्थे, ਹਾਂਜੀ। So ਹੁਣ ਮੈਂ ਕਰਨ ਲੱਗਾ ਕੰਮ, I always do this and I get nervous because ਮੈਨੂੰ ਪਤਾ ਨਹੀਂ ਹੁੰਦਾ ਕਿ I hope I'm doing the right, ਮੈਂ share ਕਰ ਰਿਹਾ ਹਾਂ screen. So ਪਹਿਲੇ ਮੈਂ make sure ਕਿ ਮੈਂ right screen ਤੇ ਹੋਵਾਂ, and then I'm going to start sharing and hopefully I'll be, and I will need some help to make sure कि ਹਾਂਜੀ, can everybody see these lines now? ਤੇ ਸੇਵਕ ਕੇ ਕਾਰਜ ਰਾਸ। Yes, we. Okay. So Guru di, I'm just making sure कि we are on the right page. श्लोक ਜਿਹੜਾ ਹੈ ਜਦੋਂ ਸ਼ੁਰੂ ਹੁੰਦਾ ਜਿਹੜਾ, ਉਹ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ। ਨਾਮ ਇੱਥੇ ਨਾਮ ਬਾਈ ਦਾ ਵੇ ਨਾਮ ਵਾਸਤੇ ਨਹੀਂ ਆਇਆ, ਜਿਹੜਾ ਰੈਗੂਲਰ ਨਾਮ ਹੈ ਜੀ। ਜਿਹੜਾ ਨਾਮ, ਜਿਹੜਾ ਸਤਨਾਮ ਵਾਲਾ ਨਾਮ ਹੈ, ਉਹ ਨਾਮ ਨਹੀਂ ਹੈ ਇੱਥੇ ਨਾਮ ਨੇਮ ਵਾਸਤੇ ਆਇਆ, ਜਿਹਦਾ ਨਾਂ ਕੀ ਹੈ ਤੁਹਾਡਾ। ਸਤਪੁਰਖ ਜਿਨ ਜਾਣਿਆ, ਜਿਸਨੇ ਉਸ ਪ੍ਰਮਾਤਮਾ ਨੂੰ ਜਾਣ ਲਿੱਤਾ, ਭਾਵ ਜਿਸਨੇ ਉਹਦੀ ਪ੍ਰਾਪਤੀ ਕਰ ਲਿੱਤੀ, ਉਹਦਾ ਨਾਂ ਸਤਗੁਰ ਹੈ। ਤੇ ਤਿਸਕੇ ਸੰਗ ਸਿੱਖ ਉਧਰ ਹੈ, ਉਹਦੇ ਨਾਲ ਗੁਰੂ ਕਾ ਸਿੱਖ ਉਧਰ ਜਾਂਦਾ ਹੈ। Okay, somebody has again, is talking in the background, in this background, so ਆਪਣੇ ਆਪ ਨੂੰ ਮਿਊਟ ਕਰ ਲਓ ਤੁਸੀਂ। ਤਿਸਕੇ ਸੰਗ ਸਿੱਖ ਉਧਰ ਹੈ, ਉਹਦੇ ਸੰਗ ਕਰਨ ਨਾਲ ਸਿੱਖ ਉਧਰ ਜਾਂਦਾ ਹੈ। ਤੇ ਨਾਨਕ ਹਰ ਗੁਣ ਗਾਓ, ਹੇ ਨਾਨਕ, ਤੇ ਪ੍ਰਮਾਤਮਾ ਦੇ ਗੁਣ ਗਾਉਣਾ ਸ਼ੁਰੂ ਕਰ ਦਿੰਦਾ ਹੈ। ਤਾਂ ਅਗਲੀ ਅਸ਼ਟਪਦੀ ਵਿੱਚ ਦੇਖੋਗੇ, ਅਗਲੀ ਲਾਈਨਾਂ ਵਿੱਚ ਗੁਰੂ ਦੀ ਡੈਫੀਨੇਸ਼ਨ ਆਈ ਹੈ, ਸਤਿਗੁਰ ਸਿੱਖੀ ਕਰੇ ਪ੍ਰਤਪਾਲ,
ਸੇਵਕ ਕੋ ਗੁਰ ਸਦਾ ਦਿਆਲ, ਸਿੱਕੀ ਗੁਰ ਦੁਰਮਤ ਮਲ ਹਰੇ, ਗੁਰ ਬਚਨੀ। ਇਹ ਲਾਈਨਾਂ ਬੜੀਆਂ ਸੈਲਫ ਐਕਸਪਲੈਨੇਟਰੀ ਹਨ ਸਾਰੀਆਂ। ਸਤਗੁਰ ਸਿੱਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਸਤਗੁਰ ਸਿੱਖੋ ਨਾਮ ਧਨ ਦੇ। ਹੁਣ ਇੱਥੇ ਰੁਕ ਜਾਣਾ ਇੱਕ ਸੈਕਿੰਡ ਵਾਸਤੇ ਕਿ ਨਾਮ ਦਾ ਧਨ ਜਿਹੜਾ ਹੈ, ਨਾਮ ਦਾ ਧਨ, do you see my cursor also, ਅਨੀਸ਼ਾ ਜੀ? Okay, ਨਾਮ ਦਾ ਧਨ ਦੇਣ ਵਾਲਾ ਸਤਗੁਰ ਹੈ। ਸਤਗੁਰ ਸਿੱਖ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਵਾਲਾ ਹੈ। ਨਾਮ ਦਾ ਧਨ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇਣ ਵਾਲਾ ਗੁਰੂ ਹੈ। ਇਸੇ ਵਾਸਤੇ ਗੁਰ ਕਾ ਸਿੱਖ ਵਡਭਾਗੀ ਹੈ। ਵਡਭਾਗੀ ਹੈ, ਭਾਗ ਵੱਡੇ ਹਨ ਉਹਦੇ। ਕਿਉਂ ਵਡਭਾਗੀ ਹੈ? ਇਸ ਵਾਸਤੇ ਕਿ ਕਈਆਂ ਨੂੰ ਪੂਰੀ ਉਮਰ ਲੰਘ ਜਾਂਦੀ ਹੈ ਗੁਰੂ ਢੂੰਡਦਿਆਂ। ਕਿਹਦੇ ਕੋਲ ਸਿੱਖਿਆ ਲਵਾਂ, ਕਿਹਦੇ ਕੋਲ ਜਾਵਾਂ ਸਿੱਖਿਆ ਲੈਣ, ਕੌਣ ਬੈਟਰ ਹੈ ਗੁਰੂ? A ਬੈਟਰ ਹੈ, B ਬੈਟਰ ਹੈ, C ਬੈਟਰ ਹੈ, D ਬੈਟਰ ਹੈ, F ਬੈਟਰ ਹੈ। ਪਤਾ ਨਹੀਂ ਉਸ ਵਿਚਾਰੇ ਨੂੰ ਕਿੱਥੇ ਭਟਕਾਂ ਮੈਂ, ਕਿੱਥੇ ਜਾਵਾਂ ਲੈਣ। ਪਰ ਇੱਥੇ ਤੇ ਜਨਮ ਹੁੰਦਿਆਂ ਹੀ ਗੁਰੂ ਮਿਲ ਗਿਆ ਹੈ। ਸਿੱਖ ਦਾ ਜਨਮ ਹੁੰਦਾ ਹੈ ਤੇ ਗੁਰੂ ਨਾਲ ਬੈਠਾ ਹੈ। ਕੋਈ ਇਸ਼ੂ ਨਹੀਂ ਹੈ ਕਿਸੇ ਨੂੰ, ਕੋਈ ਪ੍ਰੋਬਲਮ ਨਹੀਂ, ਕੋਈ ਢੂੰਡਣਾ ਨਹੀਂ ਹੈ ਕਿਸੇ ਜਗ੍ਹਾ ਜਾ ਕੇ, ਕਿਸੇ ਕੋਲ ਪੁੱਛਣਾ ਵੀ ਨਹੀਂ ਕੌਣ ਹੈ ਤੇਰਾ। ਜਨਮ ਹੋਇਆ ਹੈ, ਗੁਰੂ ਮਿਲ ਗਿਆ ਨਾਲ। ਇਹ ਵਡਭਾਗ ਹਨ ਸਾਡੇ ਕਿ ਗੁਰੂ ਦੇ ਘਰ 'ਚ ਪੈਦਾ ਹੋਏ ਹੋ। ਇਹ ਸਿੱਖ ਹੋਣ ਦੇ ਇਹ ਮੇਰੇ ਹਿਸਾਬ ਦੇ ਨਾਲ ਹੋਰਾਂ, ਤੁਸੀਂ ਜੋ ਮਰਜ਼ੀ ਪੈ ਸਮਝੋ, ਐਂਡ ਯੂ ਕੈਨ ਟੇਕ ਐਨੀ ਮੀਨਿੰਗਸ ਯੂ ਵਾਂਟ ਮੀ ਟੂ ਮੇਕ ਦੋ। ਮੇਰੇ ਹਿਸਾਬ ਨਾਲ ਜਿਹੜੇ ਤੁਹਾਡੇ ਭਾਗ ਬਹੁਤ ਉੱਤਮ ਹੋਣ ਤੁਹਾਡੇ, ਤੇ ਗੁਰੂ ਨਾਨਕ ਦੇ ਘਰ ਵਿੱਚ ਤੁਹਾਡਾ ਜਨਮ ਹੁੰਦਾ ਹੈ। ਕਿਉਂ? ਅੱਧੀ ਪ੍ਰੋਬਲਮ ਤੇ ਰਿਜ਼ੋਲਵ ਹੋ ਗਈ ਉੱਥੇ ਹੀ। ਢੂੰਡਣ ਦੀ ਲੋੜ ਹੀ ਨਹੀਂ ਹੈ, ਜਾਣ ਦੀ ਕਿਧਰੇ ਲੋੜ ਹੀ ਨਹੀਂ ਹੈ, ਕੋਈ ਦਰ ਠੋਕਰਾਂ ਖਾਣ ਦੀ ਲੋੜ ਨਹੀਂ ਹੈ ਕਿ ਮਿਲੇ ਕੌਣ ਤੇ ਸਮਝਾਏ ਕੌਣ। ਇੱਥੇ ਆਲਰੇਡੀ ਪਿਆ ਹੋਇਆ ਹੈ ਨਾਲ, ਦੇ ਦਿੱਤੇ ਨਾਮ। ਇਹੀ ਹੈ ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦੇ ਸਿੱਖ ਦੇ ਭਾਗ ਵੱਡੇ ਹਨ। ਕਿਉਂ? ਕਿਉਂਕਿ ਉਹ ਗੁਰੂ ਘਰ 'ਚ ਜਨਮ ਲਿੱਤਾ ਹੈ ਕਿ ਸਤਗੁਰ ਸਿੱਖ ਕੀ ਹਲਤ ਪਲਤ ਸਵਾਰੇ, ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ। ਜੀ ਦਾਨ ਦੇਣ ਵਾਲਾ ਗੁਰੂ ਹੈ। ਲੇਕਿਨ ਗੁਰੂ ਦੀ ਡੈਫੀਨੇਸ਼ਨ ਤੇ ਉੱਤੇ ਆ ਗਈ ਹੈ, ਗੁਰਬਚਨੀ ਮਨ ਨਾਮ ਉਚਰੇ, ਸਤਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਲੇਕਿਨ ਹੁਣ ਕਿਹੜਾ ਜਿਹੜਾ ਚੇਲਾ ਹੈ, ਕਿਹੜਾ ਸਿੱਖ ਹੈ, ਕੀ ਕਰੇ? ਉਹ ਕਰਨ ਦਾ ਇਹ ਹੈ ਕਿ ਉਹ ਗੁਰੂ ਦੀ ਆਗਿਆ ਵਿੱਚ ਚੱਲੇ, ਗੁਰੂ ਕਾ ਸੇਵਕ ਬਣੇ, ਗੁਰ ਸੇਵਾ ਵਿੱਚ ਜੁੜੇ। ਤੇ ਗੁਰ ਸੇਵਾ ਕੀ ਹੈ? ਗੁਰ ਸੇਵਾ ਹੈ ਆਪਣੇ ਗੁਰੂ ਦੇ ਜੀਵਨ ਜਿਹੜਾ ਦੱਸਿਆ ਉਹਨਾਂ ਨੇ, ਜਿਸ ਤਰ੍ਹਾਂ ਜੀਵਨ ਜੀਣਾ ਹੈ ਉਸ ਤਰ੍ਹਾਂ ਜੀਵਨ ਜੀਏ, ਉਹ ਗੁਰੂ ਕੀ ਸੇਵਾ ਹੈ। ਹੋਰ ਕੋਈ ਗੁਰ ਸੇਵਾ ਨਹੀਂ ਹੈ। ਹਾਂ, ਜੋੜੇ ਝਾੜਨੇ ਗੁਰੂ ਕੀ ਸੇਵਾ ਹੈ, ਲੰਗਰ ਦੀ ਸੇਵਾ ਗੁਰੂ ਕੀ ਸੇਵਾ ਹੈ, ਪਰ ਅਸਲੀ ਗੁਰੂ ਦੀ ਸੇਵਾ ਉਹ ਹੈ ਕਿ ਗੁਰੂ ਨੇ ਜਿਹੜੇ ਪ੍ਰਿੰਸੀਪਲ ਦੱਸੇ ਹਨ ਗੁਰਬਾਣੀ ਵਿੱਚ, ਉਹ ਆਪਣੇ ਪ੍ਰਿੰਸੀਪਲ ਆਪਣੀ ਲਾਈਫ ਵਿੱਚ ਅਡਾਪਟ ਕਰੇ ਉਸਨੂੰ। ਤੇ ਉਹਦੇ ਉੱਤੇ ਸੈਕੰਡ ਜਿਹੜਾ ਪੋਰਸ਼ਨ ਹੈ ਵਿਚ ਆਈ ਵਾਂਟ ਟੂ ਫੋਕਸ, ਕਿ ਗੁਰ ਕੈ ਗ੍ਰਹਿ सेवक जो रहे, गुर की आज्ञा मन में सहे। हुण गुर के ग्रह, ग्रह मने घर, घर मने हृदय अंदर। सेवक जो रहे, जे सेवक गुरु की अंदर ग्रह अंदर तुहाडे अंदर गुरु नू वसाए, कौन है? ओ वसा सकदा है जिहड़ी गुरु की आज्ञा है। इत्थे मैं दस दियां, बेनती नहीं है बाणी विच। बाणी भी बड़ी जगह बेनती आए इन वर्ड, उन्होंने निम्रता सहित बेनती की थी। हाँ जी, उन्होंने निम्रता विच आके किया है, मेरे भाई तुसी ये गल सुन लो, हे मेरे मीतो ये गल सुन लो। लेकिन गुरु की बाणी आज्ञा है, गुरु की बाणी बेनती नहीं है। आज्ञा मतलब ऑर्डर है तुहानू। हाँ जी, ये तुहाडी ये नहीं कि ओ जी मेरा मन नहीं मनदा जी, मैं अमृत छक्कां कि ना छक्कां जी, ये मैं केस रखां कि ना रखां जी, मैं झूठ बोला कि ना बोला जी, मैं सेवा करा कि ना करा जी, मैं कीर्तन सिखा कि ना सिखा जी, मैं सेवा करा कि ना करा जी, मैं हर विच परमात्मा नू देखा कि ना देखा जी। ये तुहाडी मर्जी नहीं है, आज्ञा है गुरु की। गुर कै गृह सेवक जो रहे, ओही सेवक गुरु दे घर रह सकता है, ओही सेवक गुरु तुहाडे अंदर रह सकता है। गुरु की आज्ञा मन में से, जेड़े मन विच गुरु की आज्ञा नू वसाए। जेड़ा ते कौन कर सकता है? जेड़ा निमाणता विच होवे, जेड़ा पहले ही आप सोचे मैनू सब कुछ पता है, तो ओ की करेगा? अगली लाइन देख लो, आपस को कर कछ ना जनावे, ते हर हर नाम हृदय सद ध्यावे। जेड़े अपने आप नू कुछ नहीं जणांदे, जेड़े अपने आप नू छोटा समझदे हन, जेड़े अपने आप नू निमाणा समझदे हन, ओही परमात्मा दे उस प्रेमा भक्ति नू हमेशा ਉਹਦੇ ਉੱਤੇ ਕਨਸੈਂਟਰੇਟ ਕਰ ਸਕਦੇ, ਕਿਉਂਕਿ ਗੁਰੂ ਦੀ ਗੱਲ ਸੁਣਦੇ ਹਨ ਨਾ। ਹੁਣ ਤੇ ਗੁਰੂ ਕੀ ਗੱਲ ਕਿਸ ਤਰ੍ਹਾਂ ਸੁਣਦੇ ਹਨ ਕਿ
ਆਪਣੀ ਥਾਟ ਪ੍ਰੋਸੈਸ ਨੂੰ ਬੰਦ ਕਰ ਦਿੰਦੇ ਹਨ, ਆਪਣੀ ਥਾਟ ਪ੍ਰੋਸੈਸ ਨਹੀਂ ਲੈਂਦੇ। ਉਹ ਮਨ ਵੇਚੈ ਸਤਿਗੁਰ ਕੇ ਪਾਸ। ਹੁਣ ਵੇਚਣਾ ਮਤਲਬ ਹੁੰਦਾ ਹੈ ਵੇਚ ਦੇਣਾ ਕਿਸੇ ਨੂੰ ਚੀਜ਼, ਤੇ ਹੁਣ ਵੇਚਦਾ ਉਹ ਹੈ ਜਿਹੜਾ ਬੰਦਾ ਜਿਹਨੂੰ ਮੁੱਲ ਠੀਕ ਮਿਲੇ, ਹੈ ਨਾ। You can't take a gold the necklace that is worth $10,000 and go to and sell it for $2, It doesn't work that way. ਜਿਸ ਚੀਜ਼ ਦਾ ਜਿਤਨਾ ਮੁੱਲ ਹੈ ਉਸ ਮੁੱਲ ਦੇ ਹਿਸਾਬ ਦੇ ਨਾਲ ਉਹਦੀ ਚੀਜ਼ ਦੀ ਮਿਲਦੀ ਹੈ। ਤੇ ਜਦੋਂ ਮਨ ਵੇਚਦਾ ਹੈ ਗੁਰੂ ਕੋਲ, ਤੇ ਗੁਰੂ ਦੀ ਮੱਤ ਲੈਂਦਾ ਹੈ ਜਿਹਦੀ ਅਮੁੱਲ ਹੈ, ਜਿਸ ਮੱਤ ਨਾਲ ਸੰਸਾਰ ਤੋਂ ਪਾਰ ਉਤਾਰਾ ਹੋ ਜਾਣਾ ਹੈ, ਜਿਸ ਮੱਤ ਨਾਲ ਤੁਹਾਡੇ ਅੰਦਰੋਂ ਦੁੱਖ ਸਭ ਦੂਰ ਹੋ ਜਾਣੇ ਹਨ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਨਾਂ ਸੇਵਕਾਂ ਦੇ ਕਾਰਜ ਰਾਸ ਹੁੰਦੇ ਹਨ। ਤੇ ਜਿਹੜੀ ਸੇਵਾ ਬਾਰ-ਬਾਰ ਕਰਦੇ ਹਨ ਗੁਰੂ ਦੀ, ਸੇਵਾ ਕਰਤ ਹੋਏ ਨਹਿ ਕਾਮੀ। ਨਹਿ ਕਾਮੀ ਮਨੇ ਜਿਹਦੇ ਚ ਕਾਮਨਾ ਨਾ ਰਹੇ, ਜਿਹਦੇ ਚ ਹੋਰ ਥਾਟ ਪ੍ਰੋਸੈਸ ਮਿਟ ਜਾਵਣ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਸ ਬੰਦੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਹਰ ਇੱਕ ਦੇ ਉੱਤੇ ਕਿਰਪਾ ਨਹੀਂ ਹੋ ਸਕਦੀ, ਜਿਹਦੇ ਉੱਤੇ ਮੇਰਾ ਮਾਲਕ ਕਿਰਪਾ ਕਰਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਜਿਹਦੀ ਕਿਰਪਾ ਦੇ ਨਾਲ, ਜਿਹਦੀ ਕਿਰਪਾ ਦਿੰਦਾ ਹੈ ਜਿਸ ਨੂੰ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਉਹੀ ਸੇਵਕ ਗੁਰੂ ਦੀ ਮਤ ਲੈ ਸਕਦਾ ਹੈ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਨਹੀਂ ਤਾਂ ਸਾਡੇ ਵਰਗੇ ਸਾਰੇ ਮਤ ਲੈਣ ਵਰਗੇ ਹੋਈਏ ਤੇ ਸਾਡੇ ਚ ਹੁਣ ਵੀ ਅਸੀਂ ਵੀ ਆਨੰਦ ਰੂਪ ਹੋ ਜਾਈਏ। ਆਨੰਦ ਸਾਹਿਬ ਦਾ ਪਾਠ ਰੋਜ਼ ਕਰਦੇ, ਆਨੰਦ ਰੂਪ ਤੇ ਹੋਏ ਨਹੀਂ ਕਦੀ ਅਸੀਂ, ਕਿਉਂਕਿ ਗੁਰੂ ਦੀ ਮਤ ਲਿੱਤੀ ਨਹੀਂ। ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਉਹ ਗੁਰੂ ਦਾ ਸੇਵਕ ਗੁਰੂ ਦੀ ਮਤ ਲੈਂਦਾ ਹੈ। ਤੇ ਅੱਗੇ ਜਾ ਕੇ ਹੋਰ ਆਣੀਆਂ, ਮੈਂ ਜਿਹੜੀਆਂ ਥਰਡ ਜਿਹੜੀ ਹੈ, ਜਿਹੜੀ ਮੈਂ ਉਹਦੇ ਉੱਤੇ ਜ਼ਿਆਦਾ ਕੌਨਸੈਂਟਰੇਟ ਕਰਨਾ ਹੈ, ਉਹਦੇ ਉੱਤੇ 20 ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ। ਮਨੇ ਕਿ 20 ਬਿਸਵੇ ਨੇ 20 ਵਿੱਚੋਂ 20 ਮਨੇ 100% ਜਿਹੜਾ ਗੁਰੂ ਦੀ ਗੱਲ ਮੰਨੇ, ਜਿਹੜਾ 98% ਵਾਲਾ ਨਹੀਂ ਮਨ ਸਕਸੈਸਫੁਲ ਹੋ ਸਕਦਾ। 98% ਵਾਲੇ ਦੀ ਗੱਲ ਨਹੀਂ ਬਣ ਸਕਦੀ, 95% ਵਾਲੇ ਦੀ ਗੱਲ ਨਹੀਂ ਬਣ ਸਕਦੀ, 50% ਵਾਲੇ ਤੇ ਕੋਈ ਚਾਂਸ ਹੀ ਨਹੀਂ ਹੈ ਕੋਈ। 20 ਬਿਸਵੇ ਮੈਨੇ ਇਹ ਨਹੀਂ ਕਹਿ ਸਕਦਾ ਕਿ ਮੈਂ ਇੱਕ ਪਾਈ ਚਾਰਟ ਬਣਾ ਲਾਵਾਂ, ਇਹ 4 ਚੀਜ਼ਾਂ ਮੰਨ ਲਾਂਗਾ ਤੇ ਇਹ 5 ਮੰਨਣ ਨੂੰ ਤਿਆਰ ਹਾਂ। ਇਸ ਤਰ੍ਹਾਂ ਨਹੀਂ ਜੀਵਨ ਜੀਣਾ ਮੈਂ। ਹਾਂ, ਇਹ 3 ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ, ਇਹ 3 ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਉਹ ਮੈਂ ਹਟਾ ਦੇਣਾ, ਉਹ ਕੋਨੇ ਚ ਕਰ ਦੇਣਾ ਉਹਨੂੰ, ਤੇ ਇਹ 3 ਚੀਜ਼ਾਂ ਅਡਾਪਟ ਕਰ ਲੈਂਦਾ, ਉਹਦੇ ਨਾਲ ਗੱਲ ਨਹੀਂ ਬਣਦੀ। ਆਈ ਐਮ ਸੌਰੀ ਟੂ ਸੇ ਦਿਸ। ਇਹ ਤੁਸੀਂ ਮੰਨੋ ਚਾਹੇ ਨਾ ਮੰਨੋ, ਦਿਸ ਇਜ਼ ਵਾਟ ਗੁਰਬਾਣੀ ਸੇ, ਦਿਸ ਇਜ਼ ਵਾਟ ਆਈ ਬਿਲੀਵ ਇਨ, ਦਿਸ ਇਜ਼ ਵਾਟ ਆਥਰ ਹੈ। 20 ਬਿਸਵੇ ਗੁਰ ਕਾ ਮਨ ਮਾਨੇ। 20 ਵਿੱਚੋਂ 20 ਮਨੇ 100%। ਜਦ ਤੱਕ ਤੁਸੀਂ ਆਪਣੀ ਗੁਰੂ ਦੀ ਥਾਟ ਪ੍ਰੋਸੈਸ ਸਹਿਮਤ ਨਹੀਂ ਹੁੰਦੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਪ੍ਰਮਾਤਮਾ ਤੱਕ ਪਹੁੰਚਣ ਵਾਲਾ ਉਹੀ ਹੁੰਦਾ ਹੈ, ਅੱਗੇ ਨਾਓ। ਸੋ ਸਤਗੁਰ ਜਿਸ ਹਿਰਦੇ ਹਰ ਨਾਉ, ਅਨੇਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪ੍ਰਭ ਰੰਗ ਰੰਗਨਾਤਾ। ਅਗਲੀ ਲਾਈਨ ਦੇਖੋਗੇ ਤੇ ਕਮਾਲ ਹੈ, ਗ੍ਰਾਮਰ ਦਾ ਵੀ ਕਮਾਲ ਹੈ ਤੇ ਗੁਰਬਾਣੀ ਦਾ ਵੀ ਕਮਾਲ ਹੈ। ਬ੍ਰਹਮ ਮੈਂ ਜਨ, ਇੱਥੇ ਮਮਾ ਮੁਕਤਾ ਹੈ ਬ੍ਰਹਮ ਦਾ, ਜਨ ਦੇ ਨਨੇ ਨੂੰ ਔਕੜ ਹੈ। ਜਨ ਇੱਥੇ ਸਿੰਗੂਲਰ ਚ ਆਇਆ ਹੈ। ਇੱਕ ਉਹ ਵੱਡਾ ਪਾਰ ਬ੍ਰਹਮ ਜਿਹੜਾ ਹਰ ਤਰਫ ਫੈਲਿਆ ਹੋਇਆ ਹੈ, ਉਹਦੇ ਵਿੱਚ ਹਰ ਇੱਕ ਸਿੰਗੂਲਰ ਜਨ ਹੈ। ਹਰ ਜਨ ਉਸ ਪ੍ਰਮਾਤਮਾ ਵਿੱਚ ਹੈ। ਤੇ ਜਨ ਮੈਂ ਪਾਰ ਬ੍ਰਹਮ, ਤੇ ਸਾਰੇ ਜਨ, ਸਾਰੇ ਜੀਵ ਜੰਤੂ, ਸਾਰੀਆਂ ਕੌਨਸ਼ੀਅਸਨੈਸ ਉਸ ਇੱਕ ਪ੍ਰਮਾਤਮਾ ਵਿੱਚ ਹੈ। ਇੱਥੇ ਪ੍ਰਮਾਤਮਾ ਦੇ ਬ੍ਰਹਮ ਨੂੰ ਔਕੜ ਹੈ, ਇੱਥੇ ਜਨ ਦੇ ਆਨੰਦ ਨੂੰ ਔਕੜ ਹੈ। ਇੱਥੇ ਇਹ ਸਿੰਗੂਲਰ ਹੈ, ਇੱਥੇ ਇਹ ਪਲੂਰਲ ਹੈ, ਤੇ ਇੱਥੇ ਇਹ ਪਲੂਰਲ ਹੈ। ਇੱਥੇ ਜਨ ਸਿੰਗੂਲਰ ਹੈ, ਇੱਥੇ ਪਾਰ ਬ੍ਰਹਮ ਸਿੰਗੂਲਰ ਹੈ। ਇਹ ਨਿਰਗੁਣ ਰੂਪ ਵਿੱਚ ਆਇਆ ਹੈ, ਇਹ ਸਰਗੁਣ ਰੂਪ ਵਿੱਚ ਆਇਆ ਹੈ। ਸਰਗੁਣ ਰੂਪ ਵਿੱਚ ਹਰ ਇੱਕ ਉਹ ਜਨ ਉਸ ਸਰਗੁਣ ਰੂਪ ਦਾ ਰੂਪ ਹੈ, ਤੇ ਨਿਰਗੁਣ ਰੂਪ ਵਿੱਚ ਜਦੋਂ ਕੱਲਾ ਦਾ ਕੱਲਾ ਹੈ, ਜਦੋਂ ਤੇ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਸਾਰੇ ਜਨ ਉਸ ਇੱਕ ਵਿੱਚ ਹਨ ਸਾਰੇ। ਤੇ ਦੇਖੋ ਇੱਥੇ ਗੁਰੂ ਦੀ ਗੱਲ ਚਲਦੀ ਪਈ ਹੈ, ਗੱਲ ਗੁਰੂ ਦੀ ਚਲਦੀ ਪਈ ਹੈ, ਕਿਉਂਕਿ ਉੱਤੇ ਗੱਲ ਕਰ ਰਹੇ ਹਨ ਸਤਿਗੁਰ, ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਲੇਕਿਨ ਜੋੜਦੇ ਕਿਸ ਨਾਲ ਪਏ? ਹਿਦਾਇਤ ਕੀ ਦੇ ਰਹੇ ਹਨ ਇੱਥੇ? ਗੁਰੂ ਨਾਲ ਤੇ ਜੋੜਨ ਦੀ ਇਹ ਗੱਲ, ਗੁਰੂ ਹੈਲਪ ਕਰੇਗਾ ਤੁਹਾਡੀ, ਲੇਕਿਨ ਜੁੜਨ ਦੀ ਹਦਾਇਤ ਤੇ ਪ੍ਰਮਾਤਮਾ ਨਾਲ ਹੈ ਨਾ। ਏਕੇ ਆਪ ਨਹੀਂ ਕਿਛ ਭਰਮ, ਸਹਿਜ ਸਿਆਣਪ ਲਿਆ ਨਾ ਜਾਏ। ਨਾਨਕ ਐਸਾ ਗੁਰ ਵਡਭਾਗੀ ਪਾਈਏ। ਐਸਾ ਇਹੋ ਜਿਹਾ ਪਵਿੱਤਰ ਗੁਰੂ ਕਿਸੇ ਭਾਗਾ ਨਾਲ ਮਿਲਦਾ ਹੈ ਕਿਸੇ ਨੂੰ। ਚੌਥਾ ਜਿਹੜਾ ਪੋਰਸ਼ਨ ਹੈ ਨਾ, ਇਹ ਮੇਰਾ ਫੇਵਰੇਟ ਹੈ ਆਲ ਟਾਈਮ, ਔਰ ਆਥਰਸ ਦਾ ਵੀ ਫੇਵਰੇਟ ਹੈ।
ਕਮਾਲ ਹੀ ਕਰ ਦਿੱਤੀ ਹੈ ਚੌਥੇ ਸਟੈਂਜ਼ਾ ਵਿੱਚ ਇਸ ਸੁਖਮਨੀ ਸਾਹਿਬ ਦੀ ਇਹਨਾਂ ਅਸ਼ਟਪਦੀਆਂ ਵਿੱਚ ਮੋਤੀ ਪਰੋ ਕੇ ਰੱਖ ਦਿੱਤੇ ਹਨ ਗੁਰੂ ਦੇ ਮਹਾਰਾਜ ਨੇ। ਇੱਕ ਇੱਕ ਲਾਈਨ ਜਿਹੜੀ ਹੈ ਲੱਗਦਾ ਜਿਸ ਤਰ੍ਹਾਂ ਦੀ ਪ੍ਰਮਾਤਮਾ ਆਪਣੇ ਮੂੰਹੋਂ ਕਢਵਾਈ ਹੋਵੇ ਉਹਨਾਂ ਚੋਂ, ਇਸ ਤਰ੍ਹਾਂ ਆਈ ਹੈ ਥੱਲੇ ਹੈ। ਦੇਖੋ ਕਿਤਨੀਆਂ ਸਟਰੋਂਗ ਵਰਡਸ ਆਏ ਹਨ ਚੌਥੇ ਸਟੈਂਜ਼ਾ ਵਿੱਚ ਗੁਰੂ ਬਾਰੇ। ਸਫਲ ਦਰਸ਼ਨ ਪੇਖਤ ਪੁਨੀਤ, ਪੇਖਤ ਮਨੇ ਦੇਖਣਾ, ਪੁਨੀਤ ਮਨੇ ਪਵਿੱਤਰ ਹੋ ਜਾਣਾ, ਮਤਲਬ ਕਿ ਪਤੀਜ ਜਾਣਾ, ਕਿਸੇ ਤੋਂ ਇੰਪ੍ਰੈਸ ਹੋ ਜਾਣਾ, ਪੁਨੀਤ ਹੋ ਜਾਣਾ। ਸਫਲ ਕਹਿੰਦੇ ਹਨ ਜਿਹੜਾ ਸਕਸੈਸਫੁਲ ਹੋਵੇ, ਦਰਸ਼ਨ ਕਹਿੰਦੇ ਹਨ ਅੱਖਾਂ ਨਾਲ ਹੀ ਦੇਖਣਾ ਜਾਂ ਹਿਰਦੇ ਰਾਹੀਂ ਉਸਨੂੰ ਮਹਿਸੂਸ ਕਰਨਾ, ਉਸਨੂੰ ਹਿਰਦੇ ਰਾਹੀਂ ਬਾਣੀ ਨੂੰ ਅੰਦਰ ਮਹਿਸੂਸ ਕਰਨਾ। ਸਫਲ ਦਰਸ਼ਨ ਪੇਖਤ ਪੁਨੀਤ, ਇਹੋ ਜਿਹਾ ਦਰਸ਼ਨ ਗੁਰੂ ਦਾ ਸਫਲ ਹੈ, ਦੇਖਦਿਆਂ ਸਾਰ ਮਹਿਸੂਸ ਕਰਦਿਆਂ ਸਾਰ ਹੀ ਬੰਦਾ ਪੁਨੀਤ ਹੋ ਜਾਂਦਾ ਹੈ। ਦੇਖਦਿਆਂ ਸਾਰ ਅੰਦਰ ਤੁਹਾਡੇ ਹਲਚਲ ਮਚ ਜਾਂਦੀ ਹੈ। ਪਰ ਇਹ ਸਾਰੇ ਨਹੀਂ ਹੋ ਪਾਉਂਦੇ ਇੰਪ੍ਰੈਸ, ਸਾਰੇ ਬਾਣੀ ਨਾਲ ਇਸ ਤਰ੍ਹਾਂ ਇੰਪ੍ਰੈਸ ਨਹੀਂ ਹੋ ਪਾਉਂਦੇ ਜਿਹੜੇ ਜਿਨ੍ਹਾਂ ਤੇ ਉੱਤੇ ਮੇਰੇ ਬਾਲਕ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਕੋਲ ਕਿਰਪਾ ਕਰਵਾਉਂਦਾ ਹੈ। ਨਹੀਂ ਤੇ ਸੁਖਮਨੀ ਸਾਹਿਬ ਦਾ ਪਾਠ ਤੇ ਬਹੁਤਾ ਕਰਦੇ ਹਨ ਲੋਕ, ਸਾਰਿਆਂ ਵਾਸਤੇ ਸਫਲ ਦਰਸ਼ਨ ਪੇਖਤ ਪੁਨੀਤ ਨਹੀਂ ਹੈ। ਤੇ ਜੇ ਹੁਣ ਵੀ ਗੱਲ ਤੇ ਵਿਸ਼ਵਾਸ ਨਹੀਂ ਹੈ ਤੇ ਅਗਲੀ ਲਾਈਨ ਪੜ੍ਹ ਕੇ ਦੇਖੋ, ਅਗਲੀ ਲਾਈਨ ਤੇ ਹੋਰ ਵੀ ਪਾਵਰਫੁਲ ਹੈ। ਪਰਸਤ ਚਰਨ ਗਤ ਨਿਰਮਲ ਰੀਤ, ਪਰਸਣਾ ਮਨੇ ਛੂਣਾ ਕਿਸੇ ਨੂੰ, ਪਰਸ ਕਰਨੀ ਕਿਸੇ ਨੂੰ, ਕਿਸੇ ਦੇ ਨਾਲ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਨੀ। ਤੇ ਚਰਨ ਵਰਡ ਆਏ ਹਨ ਇੱਥੇ। ਜਦੋਂ ਗੁਰੂ ਆਪ ਹੁੰਦੇ ਸਨ ਤੇ ਸਰੀਰ ਰੂਪ ਵਿੱਚ ਉਹਨਾਂ ਦੇ ਚਰਨ ਛੂੰਹਦੇ ਸਨ, ਚਰਨਾਮ੍ਰਿਤ ਦਾ ਕਨਸੈਪਟ ਸੀ ਉਸ ਵੇਲੇ। ਪਰਸਤ ਚਰਨ, ਚਰਨ ਨੂੰ ਪਰਸਣਾ ਭਾਵ ਨਿਮਰਤਾ ਵਿੱਚ ਆ ਕੇ ਗੁਰਬਾਣੀ ਦੇ ਪ੍ਰਿੰਸੀਪਲਸ ਨੂੰ ਐਕਸੈਪਟ ਕਰਨਾ, ਨਿਮਰਤਾ ਵਿੱਚ ਆ ਕੇ ਨਿਮਰ ਹੋ ਕੇ ਚਰਨ ਛੂੰਹਦਾ ਬੰਦਾ ਨਿਮਰਤਾ ਨਾਲ ਹੈ। ਨਿਮਰਤਾ ਚ ਆ ਕਿਸੇ ਝੋਲੇ ਨਾਲ ਨਹੀਂ, ਕਿਸੇ ਜ਼ਬਰਦਸਤੀ ਨਾਲ ਨਹੀਂ। ਗਤ ਨਿਰਮਲ ਰੀਤ, ਗਤ ਮਤਲਬ ਗਤੀ ਉਸਦੀ, ਉਹਦੀ ਪਹਿਚਾਣ, ਉਹਦੀ ਚੱਲਣ ਦਾ ਤਰੀਕਾ। ਤੇ ਨਿਰਮਲ ਰੀਤ ਮਤਲਬ ਹੁੰਦਾ ਹੈ ਤੁਹਾਡੀ ਜੀਵਨੀ ਰੀਤ, ਮਤਲਬ ਤੁਹਾਡੀ ਡੇਲੀ ਲਾਈਫ। ਨਿਰਮਲ ਮਨੇ ਪਵਿੱਤਰਤਾ। ਗੁਰੂ ਦੇ ਚਰਨ ਪਰਸਣ ਨਾਲ ਤੁਹਾਡੀ ਲਾਈਫ ਵਿੱਚ ਆਟੋਮੈਟਿਕਲੀ ਤੁਹਾਡੀ ਲਾਈਫ ਜਿਹੜੀ ਹੈ ਉਹ ਨਿਰਮਲ ਹੋ ਜਾਂਦੀ ਹੈ, ਤੁਹਾਡੀ ਲਾਈਫ ਟਰੂਥਫੁਲ ਹੋ ਜਾਂਦੀ ਹੈ। ਹੋਏਗੀ ਟਰੂਥਫੁਲ, ਕਿਉਂਕਿ ਇਹੋ ਜਿਹੇ ਬੰਦੇ ਨਾਲ ਬੈਠੋਗੇ, ਬਾਰ-ਬਾਰ ਇਹੋ ਜਿਹੀਆਂ ਗੱਲਾਂ ਸੁਣੋਗੇ ਤੇ ਗਤ ਨਿਰਮਲ ਰੀਤ ਤੇ ਹੋਣੀ ਹੈ ਉਸਦੀ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਗੁਰੂ ਦੇ ਚਰਨ ਪਰਸਣ ਨਾਲ ਤੁਹਾਡੀ ਅੰਦਰਲੀ ਗਤ ਜਿਹੜੀ ਹੈ, ਤੁਹਾਡੀ ਅੰਦਰਲੀ ਅਵਸਥਾ ਨਿਰਮਲ ਹੋ ਜਾਂਦੀ ਹੈ। ਬਹੁਤ ਝੂਠ ਬੋਲਣਾ ਆਪਣੇ ਆਪ ਬੰਦ ਹੋ ਜਾਂਦਾ ਹੈ, ਨਿੰਦਿਆ ਬੰਦ ਹੋ ਜਾਂਦੀ ਹੈ, ਦੂਸਰਿਆਂ ਦੀ ਸੇਵਾ ਕਰਨ ਦਾ ਤੁਹਾਡਾ ਮਨ ਉਪਜਦਾ ਹੈ, ਦੂਸਰਿਆਂ ਦੇ ਦੁੱਖ ਦਰਦ ਵੰਡਣ ਨੂੰ ਤੁਹਾਡਾ ਜੀ ਕਰਦਾ ਹੈ, ਖਿਮਾ ਤੁਹਾਡੇ ਅੰਦਰ ਐਂਟਰ ਕਰ ਜਾਂਦੀ ਹੈ, ਪਰਾਇਆ ਰੂਪ ਦੇਖਣਾ ਬੰਦ ਕਰ ਦਿੰਦਾ ਹੈ, ਪਰਾਇਆ ਹੱਕ ਖਾਣਾ ਬੰਦ ਕਰ ਦਿੰਦਾ ਹੈ, ਕਿਸੇ ਦੇ ਜੀ ਨੂੰ ਦਿਖਾਉਂਦਾ ਨਹੀਂ, ਮੂੰਹੋਂ ਕੋਈ ਅਪਸ਼ੁਕਨ ਨਹੀਂ ਬੋਲਦਾ। ਇਹ ਨਿਰਮਲ ਰੀਤ ਹੈ ਗੁਰੂ ਦੇ ਸ਼ਬਦ ਗੁਰਬਾਣੀ ਨਾਲ ਜੁੜਨ ਨਾਲ। ਤੇ ਕਹਿੰਦੇ ਨੇ ਸਿਰਫ ਨਿਰਮਲ ਰੀਤ ਹੀ ਨਹੀਂ ਹੁੰਦੀ, ਪਹਿਲੇ ਪੇਖਤ ਪੁਨੀਤ ਲਿਖਿਆ ਨੇ ਉੱਪਰ, ਪਵਿੱਤਰ ਹੋ ਜਾਂਦਾ ਹੈ, ਫਿਰ ਨਿਰਮਲ ਰੀਤ ਲਿਖਿਆ ਨੇ। ਪਰ ਹੁਣ ਦੇਖੋ ਅਗਲੇ ਗੁਣ, ਮੈਂ ਕਹਿੰਦਾ ਇੱਕ ਲਾਈਨ ਵਿੱਚ ਇਸ ਤਰ੍ਹਾਂ ਮੋਤੀ ਪਰੋਏ ਹੋਏ ਹਨ। ਭੇਟਤ ਸੰਗ ਰਾਮ ਗੁਣ ਰਵੈ, ਹੁਣ ਵਰਡ ਭੇਟਤ ਆਏ ਹਨ, ਪਹਿਲੇ ਪਰਸਤ ਆਏ ਸਨ, ਹੁਣ ਭੇਟਤ ਆਏ ਹਨ ਵਰਡ। ਪਰਸਤ ਛੂਣਾ ਕਿਸੇ ਨੂੰ, ਸ਼ਬਦ ਨੂੰ ਆਪਣੇ ਅੰਦਰ ਹਿਰਦੇ 'ਚ ਵਸਾਣਾ। ਭੇਟਤ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਭੇਟ ਦੇਣਾ ਆਪਣੇ ਆਪ ਨੂੰ। ਭੇਟਤ ਸੰਗ, ਜੇ ਉਹਦਾ ਸੰਗ ਨੂੰ ਭੇਟ ਦਿਓ ਆਪਣੇ ਆਪ ਨੂੰ, ਤੇ ਪ੍ਰਮਾਤਮਾ ਦੇ ਗੁਣ ਫਿਰ ਰਵੈ, ਮਤਲਬ ਉਹਦੇ ਅੰਦਰ ਫਿਰ ਪ੍ਰਮਾਤਮਾ ਦੇ ਗੁਣ ਉਚਾਰਨ ਕਰਨ ਦਾ ਅੰਦਰ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਬਹੁਤ ਔਖਾ ਕੰਮ ਹੈ ਗੁਣ ਗਾਵਣੇ ਉਸਦੇ, ਹਮੇਸ਼ਾ ਇੱਕ ਚਿੱਤ ਹੋ ਕੇ ਹਮੇਸ਼ਾ ਪ੍ਰਮਾਤਮਾ ਦੇ, ਕੋਈ ਆਸਾਨ ਗੱਲ ਨਹੀਂ ਹੈ। ਭੇਟਤ ਸੰਗ ਰਾਮ ਗੁਣ ਰਵੈ, ਉਹਨੂੰ ਭੇਟਦਿਆਂ ਸਾਰ ਪ੍ਰਮਾਤਮਾ ਦੇ ਗੁਣ ਉਹਦੇ ਮੂੰਹ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਭਾਵ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਕਿਉਂਕਿ ਪਾਰ ਬ੍ਰਹਮ ਕੀ ਦਰਗਹਿ ਗਵੇ, ਪ੍ਰਮਾਤਮਾ ਦੀ ਦਰਗਾਹ ਵਿੱਚ, ਪ੍ਰਮਾਤਮਾ ਦੇ ਉਹਦੇ ਉਸ ਦਰਬਾਰ ਵਿੱਚ, ਗਵੇ ਸੰਸਕ੍ਰਿਤ ਦਾ ਵਰਡ ਹੈ, ਪਹੁੰਚ ਜਾਂਦਾ ਹੈ, ਭਾਵ ਉੱਥੇ ਪਹੁੰਚ ਜਾਂਦਾ ਹੈ ਨਾ। ਸਤਿਗੁਰ ਜਿੱਥੇ ਸੱਚਖੰਡ ਵਸੇ, ਨਿਰੰਕਾਰ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਸਨੂੰ।
ਤੇ ਇਹ ਹੀ ਨਹੀਂ ਹੈ। ਅਗਲੀ ਲਾਈਨਾਂ ਦੇਖੋ, ਸੁਨਕਰ ਬਚਨ ਕਰਨ ਆਘਾਨੇ। ਆਘਾਨੇ ਦਾ ਮਤਲਬ ਹੁੰਦਾ ਹੈ ਇੱਕ ਤ੍ਰਿਪਤੀ ਹੁੰਦੀ ਹੈ, ਜੋ ਭੁੱਖ ਬੜੀ ਲੱਗੀ ਹੋਈ ਹੈ, so you eat something and you eat a lot and then you feel satisfied, है ना। प्यास लगी है, बंदा पानी पी लेंदा है, लेकिन वो तृप्ति है, हो जाती है momentarily, लेकिन 4, 5, 6 hours later then you feel hungry again, है ना। then you have to eat again to fill yourself up and then you get hungry, that cycle है सारा। अघाने मतलब ਹੁੰਦਾ ਹੈ ਉਹ ਤ੍ਰਿਪਤੀ ਜਿਹੜੀ ਦੁਬਾਰਾ ਕੁਝ ਲੈਣ ਦੀ ਲੋੜ ਨਾ ਪਵੇ, ਅਘਾ ਜਿਹੜਾ ਬੰਦਾ ਹੋਏ। ਸ਼ੋਕ ਸੰਸਕ੍ਰਿਤੀ ਵਿੱਚ ਹੀ ਅਘਾਏ ਵਰਡ ਬੜੀ ਵਾਰੀ ਆਏ ਹਨ, ਮਹਾਰਾਜ ਨੇ ਉੱਥੇ ਵੀ ਯੂਜ਼ ਕੀਤੇ ਹਨ ਪੰਡਤਾਂ ਬਾਰੇ, ਪੰਡਤਾਂ ਨਾਲ ਡਿਸਕਸ਼ਨ ਵਿੱਚ ਤੇ ਹੋਈ ਹੈ। ਅਘਾਨੇ ਮਤਲਬ ਕਿ ਬਸ ਹੁਣ ਕੁਝ ਕਰਨ ਦੀ, ਅੱਗੇ ਫਿਰ ਕੁਝ ਕਰਨ ਦੀ, ਹੋਰ ਕੁਝ ਲੈਣ ਦੀ ਲੋੜ ਨਾ ਪਵੇ ਉੱਥੇ। ਸੁਨਕਰ ਬਚਨ, ਗੁਰੂ ਦੇ ਬਚਨ ਭਾਵ ਗੁਰਬਾਣੀ ਸੁਣਨ ਨਾਲ, ਕੀਰਤਨ ਕਰਨ ਨਾਲ ਜਿਹੜੇ ਅੰਦਰੋਂ ਸੁਣਦੇ ਹਨ। ਸੁਨਕਰ ਬਚਨ ਕਰਨ ਅਘਾਨੇ, ਕੰਨ ਜਿਹੜੇ ਹਨ ਉਹ ਅਘਾਨੇ ਭਾਵ ਹੋਰ ਕੁਝ, ਫਿਰ ਉਹ ਤ੍ਰਿਪਤੀ ਹੋ ਜਾਂਦੀ ਹੈ, ਸੰਸਾਰ ਦੀ ਮਟੀਰੀਅਲ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ। ਤੇ ਇੱਥੇ ਹੀ ਨਹੀਂ, ਅੱਗੇ ਵਰਡ ਦੇਖੋ, ਮਨ ਸੰਤੋਖ ਆਤਮ ਪਤਿਆਨੇ। ਮਨ ਵਿੱਚ ਇੱਕ, ਕਿਉਂਕਿ ਕਰਨ ਅਘਾਨੇ ਹੋ ਗਏ ਹਨ, ਹੁਣ ਅੱਗੇ ਕੁਝ ਮੰਗਦੇ ਨਹੀਂ, ਕਰਨ ਅਘਾਨੇ ਹੋ ਜਾਣ ਦੇ ਨਾਲ ਮਨ ਵਿੱਚ ਸੰਤੋਖ ਆ ਜਾਂਦਾ ਹੈ, ਮਨ ਸੰਤੋਖ ਵਿੱਚ ਆ ਜਾਂਦਾ ਹੈ, ਮਨ ਵਿੱਚ ਹੋਰ ਕੁਝ ਕਰਨ ਦੀ ਇੱਛਾ ਨਹੀਂ ਬਚਦੀ। ਇਹ ਬਹੁਤ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਾਈਨਾਂ ਲਿਖੀਆਂ ਗਈਆਂ ਹਨ, ਮੇਰੇ ਵਾਸਤੇ ਨਹੀਂ ਲਿਖੀਆਂ ਗਈਆਂ, ਤੁਹਾਡੇ ਵਾਸਤੇ ਸ਼ਾਇਦ ਲਿਖੀਆਂ ਹੋਣ, ਡੈਫੀਨਿਟਲੀ ਮੈਂ ਨਹੀਂ ਇਸ ਕੈਟੇਗਰੀ 'ਚ, ਕਿਸੇ ਕੋਲ ਵੀ ਨਹੀਂ ਹੈ ਕਿਧਰੇ। ਮਨ ਸੰਤੋਖ ਆਤਮ ਪਤਿਆਨੇ, ਮਨ ਵਿੱਚ ਸੰਤੋਖ ਆ ਜਾਂਦਾ ਹੈ ਤੇ ਆਤਮ ਪਤਿਆਨੇ ਮਤਲਬ ਆਤਮਾ ਪਤੀਜ ਜਾਂਦੀ ਹੈ, ਆਤਮਾ ਇੰਪ੍ਰੈਸ ਹੋ ਜਾਂਦੀ ਹੈ, ਆਤਮਾ ਵਿੱਚ ਪਤੀਜਣਾ ਆ ਜਾਂਦਾ ਹੈ। ਆਤਮਾ ਪਤੀਜਣਾ ਮਤਲਬ ਆਤਮਾ ਪ੍ਰਮਾਤਮਾ ਨਾਲ ਪਤੀਜੀ ਹੋਈ ਹੈ, ਮਤਲਬ ਇੰਪ੍ਰੈਸ ਹੋ ਕੇ ਚਰਨਾਂ ਵਿੱਚ ਗਿਰੀ ਹੋਈ ਹੈ, ਬਹੁਤ ਪਿਆਰ ਵੱਧ ਜਾਂਦਾ ਹੈ ਉਹਦਾ। ਤੇ ਇਹੋ ਜਿਹਾ ਗੁਰੂ, ਪੂਰਾ ਗੁਰ, ਅਖਿਓ ਜਾਕਾ ਮੰਤਰ। ਅਖਿਓ ਮਤਲਬ ਹੁੰਦਾ ਹੈ ਜਿਹਦੇ ਨਾਲ ਕਦੀ, ਜਿਹੜਾ ਕਦੀ ਖਤਮ ਨਾ ਹੋਵੇ, ਭਾਵ ਜਿਹਦੇ ਉੱਤੇ ਕੋਈ ਦੂਸਰੇ ਦਾ ਅਸਰ ਨਾ ਪਾ ਸਕੇ, ਕੋਈ ਕੱਟ ਨਾ ਸਕੇ, ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ। ਗੁਰੂ ਦੀ ਬਾਣੀ ਅਖਿਓ ਹੈ। ਕਹਿੰਦੇ ਨੇ ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ। ਐਸੀ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ, ਐਸੀ ਗੁਰੂ ਦੀ ਚਾਲ ਹੈ ਅੰਦਰੋਂ, ਐਸੀ ਗੁਰਬਾਣੀ ਦੀ ਤਾਕਤ ਹੈ, ਜਿਹੜਾ ਇਸ ਅੰਮ੍ਰਿਤ ਰੂਪ ਗੁਰਬਾਣੀ ਦੇ ਨੇੜੇ ਆਉਂਦਾ ਹੈ, ਜਿਹੜੀ ਅੰਮ੍ਰਿਤ ਦ੍ਰਿਸ਼ਟੀ ਜਿਸ ਨੂੰ ਪਾਉਂਦਾ, ਜਿਹਦੇ ਉੱਤੇ ਭੇਖੇ ਹੋਏ ਸੰਤ, ਦੇਖਦਿਆਂ ਸਾਰ ਉਸ ਨੂੰ ਸੰਤ ਬਣਾ ਸਕਦਾ। ਉਸਨੂੰ ਗੁਰਬਾਣੀ ਦੇ ਨਾਲ ਜੁੜਨ ਨਾਲ ਆਮ ਬੰਦਾ ਸੰਤ ਬਣ ਸਕਦਾ ਹੈ। ਇਹੋ ਜਿਹੀ ਤਾਕਤ ਹੈ ਗੁਰੂ ਵਿੱਚ। ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ। ਤੇ ਇਸ ਗੁਰੂ ਦੀ, ਇਸ ਗੁਰਬਾਣੀ ਦੀ, ਇਸ ਗੁਰੂ ਦੀ ਗੁਣ ਬੇਅੰਤ ਕੀਮਤ ਨਹੀਂ ਪਾਏ। ਇਹ ਜੋ ਗੁਰੂ ਬੇਅੰਤ ਹੈ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹੋ ਜਿਹੇ ਗੁਰੂ ਦੀ ਕੋਈ ਕੀਮਤ ਨਹੀਂ ਹੈ। ਕੋਈ ਇਹੋ ਜਿਹਾ ਗੁਰੂ ਬਾਜ਼ਾਰੋਂ ਮੁੱਲ ਨਹੀਂ ਮਿਲਦਾ। ਇਹੋ ਜਿਹਾ ਗੁਰੂ ਵਿਕਾਊ ਨਹੀਂ। ਇਹੋ ਜਿਹਾ ਗੁਰੂ ਆਪਣੇ ਪ੍ਰਿੰਸੀਪਲ ਤੋਂ ਹਟਦੇ ਨਹੀਂ। ਕਿਉਂਕਿ ਇੱਕ ਆਪਣੇ ਨਾਲ ਨਹੀਂ ਜੋੜ ਰਹੇ ਨਾ, ਉਹਨੂੰ ਕੋਈ ਲਾਲਚ ਹੀ ਨਹੀਂ ਹੈ। ਉਹਨੂੰ ਤੇ ਇੱਕੋ ਹੀ ਲਾਲਚ ਹੈ ਉਸ ਗੁਰੂ ਨੂੰ ਕਿ ਤੁਸੀਂ ਪਰਮੇਸ਼ਰ ਨਾਲ ਜੁੜ ਜਾਓ, ਤੁਹਾਡੀ ਲਾਈਫ ਸਫਲ ਹੋ। ਉਹਨੂੰ ਉਹ ਤੇ ਆਪ ਮਿਲੇ, ਉਹਨਾਂ ਨੂੰ ਕੀ ਫਰਕ ਪੈਂਦਾ। ਗੁਰੂ ਨਾਨਕ ਨਾਲ ਨਾ ਜਪਜੀ ਪੜੋ ਤੇ ਗੁਰਬਾਣੀ ਨੂੰ ਕੀ ਫਰਕ ਪੈ ਚੱਲਿਆ ਉਹਦੇ, ਨਾ ਆਸਾ ਦੀ ਵਾਰ ਸਮਝ ਪਏ ਤਾਂ ਉਹਦੇ ਕੀ ਫਰਕ ਪੈ ਚੱਲਿਆ ਉਹਨਾਂ ਨੂੰ। ਨਾਨਕ ਜਿਸ ਭਾਵੇ ਤਿਸ ਲੈ ਮਿਲਾਏ। ਹੇ ਮੇਰੇ ਨਾਨਕ, ਜਿਹਦੇ ਉੱਤੇ ਉਹ ਮੇਰਾ ਮਾਲਿਕ ਕਿਰਪਾ ਕਰਦਾ ਹੈ, ਜਿਹਦੇ ਉੱਤੇ ਉਹ ਕਿਰਪਾਲੂ ਹੁੰਦਾ ਹੈ, ਉਸ ਕਿਰਪਾਲੂ ਦੇ ਉੱਤੇ ਹੀ ਇਹੋ ਜਿਹੇ ਸੱਚੇ ਗੁਰੂ ਦਾ ਮਿਲਾਪ ਹੁੰਦਾ ਹੈ। ਔਰ ਮੈਂ ਇਹ ਗੱਲ ਦੱਸ ਦਿਆਂ ਕਿ ਗੁਰੂ ਦੇ ਮਿਲਾਪ ਤੇ ਗੁਰੂ ਨੂੰ ਦੇਖਣਾ ਤੇ ਸਾਡੇ ਵਰਗੇ ਬੰਦੇ, ਮੇਰੇ ਵਰਗੇ ਬੰਦੇ ਜਿਹੜੇ ਬਹੁਤ ਸਰਫੇਸ ਲੈਵਲ ਤੇ ਰਹਿੰਦੇ ਹਨ, I'm going to stop sharing the screen, ਉਹਦੇ ਚ ਬਹੁਤ ਵੱਡਾ ਫਰਕ ਹੈ, ਬੜਾ ਵੱਡਾ। ਸੋ ਡੋਂਟ, ਮਹਾਰਾਜ ਦੇ ਪੱਤਰਿਆਂ ਨੂੰ ਦੇਖ ਲੈਣਾ ਤੇ ਮੱਥਾ 50 ਵਾਰੀ ਟੇਕ ਲੈਣਾ, ਕਰੋੜਾਂ ਵਾਰੀ ਉਹਦੀ ਪਰਿਕਰਮਾ ਕਰ ਲੈਣੀ, ਜਪਜੀ ਨੂੰ 1000 ਵਾਰੀ ਪੜ੍ਹ ਲੈਣਾ। ਜੇ ਪੜ੍ਹ ਕੇ ਇਹ ਚੀਜ਼ਾਂ ਨਹੀਂ ਆਈਆਂ ਜਿਹੜੀਆਂ ਉੱਤੇ ਲਿਖੀਆਂ ਹੋਈਆਂ ਸਨ ਤੇ ਮਨ ਪਤੀਜਿਆ ਨਹੀਂ ਹਲੇ, ਉਹਦੀ ਕਿਰਪਾ ਨਾਲ ਪਤੀਜਦਾ ਹੈ ਮਨ। ਪੂਰੀ ਅਸ਼ਟਪਦੀ ਵਿੱਚ ਨੋਟਿਸ ਕਰੋਗੇ ਅੱਗੇ ਜਾ ਕੇ ਇਸ ਅਸ਼ਟਪਦੀ ਵਿੱਚ ਉਹ ਵੀ ਗੱਲਾਂ ਆਣੀਆਂ ਜਿਹੜੀਆਂ ਮੇਬੀ ਆਈ ਸ਼ੁਡ ਹੈਵ ਡਿਸਕਸਡ ਇਟ ਵਨ ਮੋਰ
paragraph, maybe we'll go through it later though. But ਤੁਸੀਂ ਦੇਖੋਗੇ ਪੂਰੀ ਅਸ਼ਟਪਦੀ ਇਹ ਪੂਰੇ 8 ਸਟੈਂਜ਼ਾ ਵਿੱਚ ਅੱਗੇ ਜਾ ਕੇ ਜੋ ਦੇਖੋਗੇ ਨਾ ਇਸ ਸਟੈਂਜ਼ਾ ਦੇ ਟੁਵਰਡਸ ਦੀ ਐਂਡ ਆਫ ਦਾ ਸਟੈਂਜ਼ਾ ਤੇ ਹੁਣ ਪ੍ਰਮਾਤਮਾ ਬਾਰੇ ਗੱਲ ਫਿਰ ਸ਼ੁਰੂ ਕਰ ਦੇਣਗੇ ਜੀ, ਕਿਉਂਕਿ ਅਲਟੀਮੇਟ ਗੋਲ ਉਹਨਾਂ ਦਾ ਸੁਖਮਨੀ ਲਿਖਣ ਦਾ ਇਹ ਹੈ ਕਿ ਦੱਸਿਆ ਨੇ ਇਸ ਅਸ਼ਟਪਦੀ ਵਿੱਚ ਕਿ ਗੁਰੂ ਦਾ ਰੋਲ ਕਿਤਨਾ ਵੱਡਾ ਹੈ ਉਸ ਤੱਕ ਪਹੁੰਚਣ ਦਾ। ਹਾਂਜੀ, ਕਿਉਂਕਿ ਟੀਚਰ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਕਿਸੇ ਸਟੂਡੈਂਟ ਦੀ ਲਾਈਫ ਵਿੱਚ। ਕਈ ਵਾਰੀ ਅੱਛਾ ਟੀਚਰ ਮਿਲ ਜਾਏ ਤੇ ਉਸ ਸਬਜੈਕਟ ਮੈਟਰ ਵਿੱਚ ਇੰਟਰਸਟ ਪੈ ਜਾਂਦਾ ਹੈ। ਇਹ ਬੜੀ ਵਾਰੀ ਦੇਖਿਆ ਹੈ, ਕੋਈ ਇੱਕ ਮੈਥ ਦਾ ਟੀਚਰ ਬਹੁਤ ਅੱਛਾ ਮਿਲ ਗਿਆ 4th 5th 6th 7th 8th ਗ੍ਰੇਡ ਵਿੱਚ, ਤੇ ਉਹ ਟੀਚਰ ਨੇ ਇਤਨਾ ਇੰਟਰਸਟਿੰਗ ਬਣਾ ਦਿੱਤਾ ਉਸ ਸਬਜੈਕਟ ਮੈਟਰ ਨੂੰ ਕਿ ਬੰਦਾ ਕਹਿੰਦਾ ਯਾਰ ਇਹ ਹੀ ਹੈ ਸਬਜੈਕਟ ਪੜ੍ਹਨ ਦਾ। ਜਾਂ ਹਿਸਟਰੀ ਦਾ ਕੋਈ ਟੀਚਰ ਇਹੋ ਜਿਹਾ ਮਿਲ ਗਿਆ। ਕਈ ਵਾਰੀ ਟੀਚਰ ਖਰਾਬ ਮਿਲ ਜਾਂਦੇ ਨੇ, ਟੀਚਰ ਨਹੀਂ ਠੀਕ ਮਿਲਿਆ ਤੇ ਉਹ ਸਬਜੈਕਟ ਚੋਂ ਇੰਟਰਸਟ ਚਲਾ ਜਾਂਦਾ, ਬਿਲਕੁਲ ਕਹਿੰਦਾ ਯਾਰ ਇਹ ਬਕਵਾਸ ਕੰਮ ਹੈ, ਮੈਂ ਨਹੀਂ ਕਰਨਾ ਕੰਮ ਹੈ, ਇਹ ਮੈਨੂੰ ਸਮਝ ਨਹੀਂ ਆ ਰਹੀ ਗੱਲ ਦੀ, ਆਪ ਹੀ ਕਲੈਰਿਟੀ ਨਹੀਂ ਹੈ ਇਸਨੂੰ ਤੇ ਮੈਨੂੰ ਕੀ ਸਮਝਾਏਗਾ, ਇਹ ਹੀ ਹੈ ਸਬਜੈਕਟ ਨਹੀਂ ਹੈ ਮੇਰੇ ਵਾਸਤੇ। ਕੋਈ ਸਬਜੈਕਟ ਮਾੜਾ ਨਹੀਂ ਹੈ, ਹੈ ਨਾ। ਮਾੜਾ ਉਹ ਹੈ ਕਿ ਜਦੋਂ ਤੁਹਾਡੀ ਹੈਂਡ ਹੋਲਡਿੰਗ ਕਰੈਕਟ ਨਾ ਹੋਵੇ, ਉੱਥੇ ਮਾੜਾਪਨ ਆ ਜਾਂਦਾ ਹੈ ਉੱਥੇ। ਤੇ ਗੁਰੂ ਦੇ ਉਪਦੇਸ਼ ਇੱਥੇ ਇਹੀ ਹੈ, ਇਸ ਪੂਰੀ ਅਸ਼ਟਪਦੀ ਵਿੱਚ ਇੱਕੋ ਹੀ ਗੱਲ ਹੈ ਕਿ ਦੁਨਿਆਵੀ ਗੁਰੂ ਨਹੀਂ ਹੈ, ਸਿਵਾਏ ਉਸ ਸੱਚੇ ਗੁਰੂ ਤੋਂ ਇਸ ਰਸਤੇ ਤੇ ਤੁਹਾਨੂੰ ਪਾਉਣ ਵਾਲਾ ਕੋਈ ਨਹੀਂ ਹੈ। ਇੱਥੇ ਗੱਲ ਤੋਂ ਇੰਪ੍ਰੈਸ ਕਰਾਉਂਦੇ ਪਏ ਸਾਰੀ। ਹਾਂਜੀ, I'm going to stop for a second and see if somebody has any questions or comments on the Sukhmani the Ashtapadi that we just read, you know. Otherwise, I'll continue the thought process ਜਿਹੜਾ ਅਗਲਾ ਹੈ ਜਿਹੜਾ। Vijay, I had a couple of questions. Actually, jab tusi screen share kar rahe se, I was trying to ask, but then I decided to wait. So the ek question jada haiga, that is about difference between Guru and Satguru. Kyunki wo dono words aaye si jab tusi start kiti si screen sharing. So I wanted to get some clarity ki what's the distinction, because from my जिस तरह मैंने समझ आई है, and I am hoping to understand this better, कि Satguru is referring to the Paramatma and Guru is referring to the physical or the intermediary between Guru and Satguru. But I don't know if that's the true understanding. That is true. Sometimes they do refer to Satguru and Guru as Paramatma. बड़ी बारी गुरु भी परमात्मा वास्ते वर्ड आया है, गुरबाणी विच भी जी, ते सतगुरु भी आया है वर्ड, पर सतगुरु वर्ड गुरु वास्ते भी आया है, you know. सतगुरु वर्ड बड़ी बारी गुरु वास्ते भी आया है, बड़ी बारी परमात्मा वास्ते आया है, इंटरचेंजेबली वर्ड यूज होए हैं। सो मेरा आंसर वीर जी है कि ਕੰਟੈਕਸਚੁਅਲ ਦੇਖੋ ਉੱਥੇ ਮੀਨਿੰਗ ਹੈ ਜੀ, ਉਹਨੂੰ ਕਿਸੇ ਢਾਂਚੇ 'ਚ ਨਾ ਪਾਓ। ਜੋ ਸ਼ਬਦ ਦਾ ਜਿਹੜੇ ਸ਼ਬਦ ਨੂੰ ਦੇਖ ਰਹੇ ਹੋ ਉਹਦੇ ਥਾਟ ਪ੍ਰੋਸੈਸ ਨੂੰ ਦੇਖੋ ਤੇ ਫਿਰ ਦੇਖੋ ਕਿ ਸਤਿਗੁਰ ਵਰਡ ਉੱਥੇ, ਹੁਣ ਫॉर ਐਗਜ਼ਾਮਪਲ ਇੱਥੇ ਵਰਡ ਸਤਿਗੁਰ ਉੱਪਰ ਆਇਆ ਹੈ, ਯੂ نو, ਉੱਥੇ ਸਤਿਗੁਰੂ ਵਾਸਤੇ ਆਇਆ ਹੈ ਵਰਡ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਜਿਸਨੇ ਉਸਨੂੰ ਜਾਣ ਲਿੱਤਾ ਉਹਦਾ ਨਾਂ ਸਤਿਗੁਰ ਹੈ। ਇੱਥੇ ਵਰਡ ਸਤਿਗੁਰ ਗੁਰੂ ਵਾਸਤੇ ਆਇਆ ਹੈ ਵਰਡ, ਬਟ ਬੜੀ ਵਾਰੀ ਗੁਰਬਾਣੀ ਵਿੱਚ ਵਰਡ, ਐਜ਼ ਯੂ ਕਰੈਕਟਲੀ ਪੁਆਇੰਟਡ ਆਊਟ, ਬੜੀ ਵਾਰੀ ਵਰਡ ਸਤਿਗੁਰ ਗੁਰਬਾਣੀ ਵਿੱਚ ਪਰਮਾਤਮਾ ਵਾਸਤੇ ਵੀ ਆਇਆ ਹੈ, ਬਹੁਤ ਵਾਰੀ ਆਇਆ ਹੈ ਪਰਮਾਤਮਾ ਵਾਸਤੇ ਵਰਡ। ਹਾਂਜੀ, ਸੋ ਕੰਟੈਕਸਚੁਅਲ ਹੈ ਗੁਰਬਾਣੀ ਵਿੱਚ। ਅਨਫੋਰਚੂਨੇਟਲੀ ਫੋਰਚੂਨੇਟਲੀ ਜਿਸ ਤਰ੍ਹਾਂ ਵੀ ਮਰਜ਼ੀ ਕਹੋ, ਇਹ ਆਰਟ ਹੈ ਵੀਰ ਜੀ, ਸਾਇੰਸ ਨਹੀਂ ਹੈ। ਸੋ ਇੱਕ ਢਾਂਚੇ ਵਿੱਚ ਨਹੀਂ ਪੈਂਦੀ, ਕਈ ਵਾਰੀ ਅਲੱਗ-ਅਲੱਗ ਕੰਟੈਕਸਚੁਅਲਿਟੀ ਵਿੱਚ ਅਲੱਗ-ਅਲੱਗ ਮੀਨਿੰਗ ਉਹਦੇ ਉੱਭਰ ਕੇ ਆਏ ਹਨ ਵਰਡ। ਸੋ that is the answer to the question. Thank you, Veerji. And the second question is about man. So ਕਿਉਂਕਿ ਜਿਹੜੀ ਤੁਸੀਂ ਸ਼ੋ ਕਰ ਰਹੇ ਸੀਗੇ ਉਹਦੇ ਵਿੱਚ ਮਨ ਵੇਚੇ ਵਾਲੀ ਇੱਕ ਲਾਈਨ ਸੀਗੀ ਜਿਸ ਤਰ੍ਹਾਂ, ਤੇ the reason, the confusion in my mind is ਕਿਉਂਕਿ ਜਦ ਤੁਸੀਂ ਉਹ ਡਿਸਕ੍ਰਾਈਬ ਕਰ ਰਹੇ ਸੀਗੇ ਤੇ the confusion was ਕਿ ਜਿਸ ਤਰ੍ਹਾਂ ਇੱਕ there's one line which it's you know very famous line from Japji Sahib, man jeete jagjeet, ਤੇ when I try to understand what's the meaning of man, ਤੇ ਹਲੇ ਜਿਹੜੀ you know I am just trying to learn, ਤੇ ਜਿਹੜੀ understanding ਹੈਗੀ ਕਿ man is not only the thought process, it's also the emotions, ਦੋਨੋਂ combined ਹੈਗੇ ਨੇ। ਉਹਦੇ ਵਿੱਚ brain ਵੀ ਹੈਗਾ, heart ਵੀ ਹੈਗਾ, thoughts ਵੀ ਹੈਗੇ, emotions ਵੀ and feelings, you know, all of those things are referred to as man. So the issue here is this: I am ready to do man beche, लेकिन जब मन कंट्रोल च नहीं होता, क्योंकि thought process you can say कि चलो जी इस गल ਨੂੰ मैं मान लेता, but feelings जब control देने ਵਿੱਚ नहीं होंगे. So I'm just trying to understand कि how does that, so does Gurbani talk about man? Are there some sort of
pointers towards कि what is मन and मन ਨੂੰ ਕਿਸ ਤਰ੍ਹਾਂ ਵੇਚਿਆ ਜਾਵੇ ਕਿਉਂਕਿ ਮਨ ਨੂੰ ਜਦ ਤੁਸੀਂ ਕੰਟਰੋਲ ਕਰੋਗੇ ਤਾਂ ਹੀ ਵੇਚੋਗੇ ਨਾ ਸੋ ਵੀਰ ਜੀ ਮਨ ਕੰਟਰੋਲ ਤੁਹਾਡੇ ਵਿੱਚ ਨਹੀਂ ਇਹ ਵੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਸੋ ਬੜੀਆਂ ਲਾਈਨਾਂ ਹਨ ਦੇ ਉੱਤੇ ਸੋ ਮਨ ਇਮੋਸ਼ਨ ਵੀ ਮਨ ਹੈ ਸਾਰਾ ਕੁਝ ਮਨ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੰਨਣ ਨੂੰ ਤਿਆਰ ਹੋ ਕਈ ਵਾਰੀ ਅੰਦਰਲਾ ਬੰਦਾ ਨਹੀਂ ਹੈ ਲੇਕਿਨ ਨਾ ਉਹਦੇ ਨਾਲ ਉਹਦਾ ਪ੍ਰੋਸੈਸ ਵੀਰ ਜੀ ਇਹ ਹੈ ਕਿ ਛੋਟੇ ਪ੍ਰੋਸੈਸ ਤੋਂ ਮਨ ਜਿਹੜਾ ਹੈ ਤੁਹਾਡਾ ਪ੍ਰਮਾਤਮਾ ਦੇ ਅੱਗੇ ਸਰੈਂਡਰ ਹੁੰਦਾ ਹੈ ਇੱਕ ਟਾਈਮ ਆਉਂਦਾ ਹੈ ਔਰ ਮੈਂ ਪਰਸਨਲੀ ਵੀ ਨੋਟਿਸ ਕੀਤਾ ਹੈ ਆਪਣੇ ਘਰ ਵਿੱਚ ਮੈਂ ਦੇਖਿਆ ਹੈ ਕਈਆਂ ਨੂੰ ਜਿਨ੍ਹਾਂ ਦੇ ਮਨ ਕੰਟਰੋਲ ਚ ਆਏ ਹਨ ਜਿਨ੍ਹਾਂ ਦੇ ਤੇ ਉੱਥੇ ਵੀ ਜਿਹੜੀ ਜਪਜੀ ਵਾਲੀ ਲਾਈਨ ਜਿਹੜੀ ਹੈ ਨਾ ਮਨ ਜੀਤੇ ਜਗਜੀਤ ਉੱਥੇ ਵੀ ਉਸ ਮਨ ਨੂੰ ਜਿੱਤਣ ਦਾ ਜਿਹੜੀ ਉੱਥੇ ਵੀ ਗੱਲ ਜਿਹੜੀ ਹੈ ਮੈਨੂੰ ਮੇਕ ਸ਼ੋਰ ਕਿ ਉੱਥੇ ਵੀ ਸਿਮਿਲਰ ਹੈ ਗੱਲ ਕਨਸੈਪਟ ਕੋਈ ਫਰਕ ਨਹੀਂ ਹੈ ਮਨ ਨੂੰ ਜਿੱਤਣਾ ਮਤਲਬ ਪ੍ਰਮਾਤਮਾ ਦੇ ਉਸ ਗੁਰੂ ਦੇ ਅੱਗੇ ਮਨ ਨੂੰ ਵੇਚ ਦੇਣਾ ਉਹ ਮਨ ਨੂੰ ਜਿੱਤਦਾ ਹੈ ਬੰਦਾ ਮਨ ਨੂੰ ਜਿੱਤਣ ਦਾ ਮਤਲਬ ਹੁੰਦਾ ਹੈ ਕਿ ਆਪਣੀ ਮਰਜ਼ੀ ਨਾ ਕਰਕੇ ਗੁਰੂ ਦੀ ਮਰਜ਼ੀ ਦੇ ਉੱਤੇ ਹਾਵੀ ਹੋ ਜਾਵੇ ਉਹਦੇ ਉੱਤੇ ਸੋ ਇਹ ਇੱਕ ਪ੍ਰੋਸੈਸ ਹੈ ਵੀਰ ਜੀ ਤੁਸੀਂ ਕਈ ਵਾਰੀ ਕੋਸ਼ਿਸ਼ ਕਰਦੇ ਹੋ ਨਹੀਂ ਹੋ ਪਾਉਂਦਾ ਪਰ ਮੇਬੀ there are times in a day out of 24 hours maybe there are 3 hours in a day that you feel totally aligned and there are maybe 5 hours a day you don't feel aligned ਪਰ ਜਿਹੜੇ ਪ੍ਰਮਾਤਮਾ ਨਾਲ ਜੁੜਦੇ ਹਨ ਬਹੁਤ ਜ਼ਿਆਦਾ ਜਿਹੜੇ ਕਰਦੇ ਹਨ ਪਿਆਰ ਜਿਹੜਾ ਇਸ ਪਾਸੇ ਕਰਦੇ ਹਨ ਉਹਨਾਂ ਦਾ ਹੌਲੀ ਹੌਲੀ ਕਰਕੇ ਉਹਨਾਂ ਦਾ ਜਿਹੜਾ ਮਾਈਂਡ ਜਿਹੜਾ ਹੈ ਉਹਨਾਂ ਦੀ ਲੌਂਗ ਟਰਮ ਜਿਹੜੀ ਥਿੰਕਿੰਗ ਜਿਹੜੀ ਹੈ ਗੁਰੂ ਵਾਲੀ ਬਣ ਜਾਂਦੀ ਹੈ ਹੌਲੀ ਹੌਲੀ ਕਰਕੇ ਮੈਂ ਦੇਖਿਆ ਹੋਇਆ ਆਪਣੀ ਲਾਈਫ ਵਿੱਚ ਹੌਲੀ ਹੌਲੀ ਕਰਕੇ ਉਹ ਵਾਲੀ ਥਿੰਕਿੰਗ ਅੰਦਰ ਆਣੀ ਸ਼ੁਰੂ ਹੋ ਜਾਂਦੀ ਹੈ ਇੱਕ ਦਿਨ ਚ ਤੁਸੀਂ ਆਪਣਾ ਮਨ ਵੇਚ ਨਹੀਂ ਸਕਦੇ ਹੈ ਨਾ ਹੌਲੀ ਹੌਲੀ ਕਰਕੇ ਦਿਸ ਅ ਪ੍ਰੋਸੈਸ ਹੈ ਸਾਰਾ और फिर कई बार ये भी होता है कि on a scale of 1 to 10 10 being the most important things 1 being the least important things कोई एहो जी लाइफ विच level 8 दी घटना हो जावे कोई किसी दी कोई something happens in life जेडी कि इन्ना easy नहीं है झेलना उसनु तो level 8 और 9 विच जाके मन डोल जांदा होदा ये भी कोई वड्डी गल नहीं है पर मे बी level 5 दी कोई गल होवे तो ओदा मन ना डोले होदा ये भी progress है सो ये नहीं है कि ये इट्स एब्सोल्यूट कॉन्सेप्ट नहीं है वाला ये प्रोग्रेशन है लाइफ दी ताई खंड भी 5 है एक खंड नहीं है कि इको ही खंड है सचखंड खाली सो ये एक कांस्टेंट स्ट्रगल है वीर जी और कांस्टेंट स्ट्रगल दी जित ये है कि अगर इफ यू आर विनिंग इफ यू आर इन द विनिंग साइकिल विच हो तुसी अगर है ना दैट्स व्हाट इट इज and we can talk about it more but it's 9:18 now I want to finish this today I don't want to drag it on next week though understood Vijay. so just the request here is ki is there any section of Guru Granth Sahib or Sukhmani Sahib jithe man de bare zyada matlab understanding mile ki man that the question that I asked basically yeah मन बारे देखो वर्ड ते बड़ा कॉम्प्लेक्स ये वाला टॉपिक है लोग चले इधर मन जनरली रेफर्स टू एवरी ਤੁਹਾਡੀ ਅੰਦਰਲੀਆਂ ਫੀਲਿੰਗਸ ਲੌਂਗ ਟਰਮ ਵਾਲੀਆਂ ਸ਼ਾਰਟ ਵਾਲੀਆਂ ਮਤ ਕੀ ਹੈ ਬੁੱਧ ਹੈ ਅੰਦਰ ਸਾਰਾ ਇੰਟੈਲੈਕਟ ਕੀ ਹੈ ਪਰ ਬਾਟਮ ਲਾਈਨ ਇਹ ਹੈ ਕਿ ਤੁਹਾਡੇ ਅੰਦਰੋਂ ਜਿਹੜੀ ਆਵਾਜ਼ ਉੱਠਦੀ ਹੈ ਕਰਨ ਦੀ ਜਿਹੜੀ ਚੀਜ਼ ਜਿਹੜੀ ਅਗਰ ਉਹ ਜਿਹੜੀ ਅੰਦਰਲੀ ਆਵਾਜ਼ ਜਿਹੜੀ ਹੈ ਉਹ ਅੰਦਰਲੀ ਆਵਾਜ਼ ਜਿਹੜੀ ਪ੍ਰਮਾਤਮਾ ਦੀ ਜਿਹੜੀ ਹੈ ਜਿਹੜੀ ਜਦੋਂ ਸਟਰੋਂਗ ਹੋ ਜਾਵੇ ਬਹੁਤ ਔਰ ਤੁਹਾਡੀ ਥਾਟ ਪ੍ਰੋਸੈਸ ਗੁਰੂ ਦੀ ਥਾਟ ਪ੍ਰੋਸੈਸ ਨਾਲ ਮਿਲਣਾ ਸ਼ੁਰੂ ਹੋ ਜਾਵੇ that and it's a constant struggle there are some weeks that everybody struggles with that and you have to go through that which ਹੈ ਗੁਰੂ ਗ੍ਰੰਥ ਸਾਹਿਬ ਬੜੇ ਇਹੋ ਜਿਹੀਆਂ ਲਾਈਨਾਂ ਹਨ ਜਿਹੜੀਆਂ ਡੀਲ ਕਰਦੀਆਂ and I have to look into it which ones are there though but in a nutshell that's what it is ਇਸ ਤੋਂ ਅੱਗੇ ਮੈਂ ਇੱਕ ਹੋਰ ਗੱਲ ਕਵਾਂ ਕਿ well let me just talk about that also right now then ਗੁਰੂ ਦਾ ਮਨ ਦੇ ਉੱਤੇ ਵੇਚਣ ਦੇ ਮਨੇ ਭਰੋਸਾ ਦਾ ਕਨਸੈਪਟ ਬੜਾ ਵੱਡਾ ਹੈ ਗੁਰੂ ਤੇ ਭਰੋਸਾ ਕਰਨਾ ਨਿਸ਼ਚੈ ਜਿਹੜਾ ਹੈ ਭਰੋਸਾ ਜਿਹੜਾ ਹੈ ਉਹ ਹੁਣ ਇਹ ਵੀ ਇੱਕ ਪ੍ਰੋਸੈਸ ਹੈ ਗੁਰੂ ਤੇ ਭਰੋਸਾ ਮੇਰਾ ਗੁਰੂ is right and I am not right ਮੇਰੀ ਬੁੱਧੀ ਠੀਕ ਨਹੀਂ ਹੈ ਗੁਰੂ ਦੀ ਬੁੱਧੀ ਠੀਕ ਹੈ ਇਹ ਵਿਸ਼ਵਾਸ ਜਿਹੜਾ ਹੈ ਇਹ ਵਿਸ਼ਵਾਸ ਤਾਂ ਪੈਦਾ ਹੁੰਦਾ ਹੈ ਅੰਦਰੋਂ ਜਿਹੜਾ ਗੁਰਬਾਣੀ ਨਾਲ ਬਹੁਤਾ ਜੁੜਿਆ ਹੋਵੇ ਤੇ ਗੁਰਬਾਣੀ ਹੁਣ ਕਿਸ ਨਾਲ ਜੁੜੇ ਬੰਦਾ ਕਿੰਜ ਇੰਪ੍ਰੈਸ ਹੋਵੇ ਉਹਦੇ ਨਾਲ ਉਹਦੇ ਵਾਸਤੇ ਤੁਹਾਨੂੰ ਸਤਸੰਗਤ ਦੀ ਲੋੜ ਪੈਂਦੀ ਹੈ ਉਹਦੇ ਵਾਸਤੇ ਤੁਹਾਨੂੰ ਉਹਨਾਂ ਬੰਦਿਆਂ ਨੂੰ ਸਰਾਊਂਡ ਕਰਨਾ ਪਏਗਾ ਜਿਹੜੇ ਬੰਦੇ ਜੁੜੇ ਹੋਏ ਹਨ ਪ੍ਰਮਾਤਮਾ ਨਾਲ ਕਿਉਂਕਿ ਪ੍ਰੋਬੇਬਿਲਿਟੀ ਹੈ ਕਿ ਉਹ ਬੰਦੇ ਜਿਨ੍ਹਾਂ ਨਾਲ ਬਹੁਤਾ ਮੇਲ ਜੋਲ ਰੱਖੋਗੇ ਉਹਨਾਂ ਨਾਲ
ਤੇ ਉਹ ਸ਼ਾਇਦ ਤੁਹਾਨੂੰ ਇਨਕਰੇਜ ਕਰਨਗੇ ਇਸ ਰਸਤੇ ਤੇ ਚੱਲਣ ਵਾਸਤੇ। ਤੇ ਜੇ ਨਹੀਂ ਰੱਖੋਗੇ ਉਹਨਾਂ ਨਾਲ ਮੇਲ ਜੋਲ ਬਹੁਤਾ ਤੇ ਫਿਰ ਲਾਈਫ ਬਿਕਮਸ ਮੋਰ ਡਿਫਿਕਲਟ, ਯੂ ਨੋ, ਦੈਨ ਕੰਮ ਔਖਾ ਹੋ ਜਾਂਦਾ। ਜੇ ਤੁਸੀਂ ਤੁਹਾਡਾ ਮੇਲ ਜੋਲ ਸਿਰਫ ਉਹਨਾਂ ਬੰਦਿਆਂ ਨਾਲ ਹੀ ਹੈ ਜਿਹੜਾ ਦੁਨਿਆਵੀ ਬੰਦੇ ਹਨ, ਜਿਹੜੇ 24 ਘੰਟੇ ਉਹਨਾਂ ਨਾਲ ਹੀ ਅਗਰ ਘੇਰੇ ਰਹੋਗੇ, ਫਿਰ ਬੜਾ ਮੁਸ਼ਕਿਲ ਹੈ। ਔਰ ਇਹ ਬੜੀ ਕਾਮਨ ਕੰਪਲੇਨ ਆਉਂਦੀ ਹੈ ਕਿ ਕਿਸ ਤਰ੍ਹਾਂ ਕਰੀਏ ਕੰਮ, ਨਹੀਂ ਮਿਲਦੇ ਉਹ ਜੇ ਬੰਦੇ, ਤੇ ਫਿਰ ਕਿਤਾਬਾਂ ਪੜ੍ਹੇ, ਫਿਰ ਦੈਨ ਬੁੱਕਸ ਦਾ ਸਹਾਰਾ ਲਵੇ। ਜੇ ਬੁੱਕਸ ਨਹੀਂ ਹਨ ਤੇ ਫਿਰ ਉਹ ਟੇਪਾਂ ਦੇ ਉੱਤੇ ਜਾਂ ਕਿਸੇ ਦੇ ਉੱਤੇ ਸੁਣੇ ਉਹਨਾਂ ਨੂੰ, ਉਹਨਾਂ ਦਾ ਸਹਾਰਾ ਲਵੇ। ਕਿਸੇ ਵੀ ਤਰੀਕੇ ਨਾਲ ਸਹਾਰਾ ਤੇ ਤੁਹਾਨੂੰ ਲੈਣਾ ਪਏਗਾ ਕਿਸੇ ਚੀਜ਼ ਦਾ, ਤੁਹਾਨੂੰ ਹੈਲਪ ਤੇ ਲੈਣੀ ਪਏਗੀ ਤੁਹਾਨੂੰ, ਵੀ ਕਿਸ ਤਰ੍ਹਾਂ ਮੈਂ ਇੰਪ੍ਰੈਸ ਹੋਵਾਂ, ਕਿਸ ਤਰ੍ਹਾਂ ਗੁਰਸੇਵਾ ਵਿੱਚ ਜੁੜਾਂ, ਕਿਸ ਤਰ੍ਹਾਂ ਮੇਰਾ ਮਨ ਜਿਹੜਾ ਵੈ ਗੁਰਬਾਣੀ ਵਿੱਚ ਇਹ ਸੇਵਾ, ਗੁਰੂ ਕੀ ਸੇਵਾ ਮੈਂ ਕਿਸ ਤਰ੍ਹਾਂ ਅਡਾਪਟ ਕਰਾਂ ਆਪਣੀ ਲਾਈਫ ਵਿੱਚ, ਕਿਸ ਤਰ੍ਹਾਂ ਮੈਂ ਗੁਰੂ ਦੇ ਨਾਲ ਅੱਛੀ ਤਰ੍ਹਾਂ ਜੁੜ ਸਕਾਂ। ਤੇ ਇਹਦੇ ਵਾਸਤੇ ਇੱਕ ਵਰਡ, ਦੋ ਮੈਂ ਚੀਜ਼ਾਂ ਡਿਸਕਸ ਕਰਨੀਆਂ ਐਂਡ ਦੈਨ ਆਮ ਗੋਇੰਗ ਟੂ ਐਂਡ ਮਾਈ ਟਾਕ। ਇੱਕ ਤੇ ਦੀਖਿਆ ਦਾ ਕਨਸੈਪਟ ਹੈ ਸਿੱਖੀਜ਼ਮ ਵਿੱਚ। Let me just draw a simple diagram and then I'm going to give another example from Gurbani and then I'm going to stop. So let me just draw a little diagram here though. Dikhya ki hai, you know. So Dikhya da concept hai ki Dikhya da concept hai ki ek te hai utte akal purkh, ਜਿਹੜੇ ਪ੍ਰਾਪਰਮ ਪਰਮੇਸ਼ਰ ਜਿਹੜਾ ਸਭ ਤੋਂ ਉੱਤੇ ਹੈ, ਉਸ ਤੋਂ ਥੱਲੇ ਜਿਹੜੇ ਰੀਅਲਾਈਜ਼ ਸੋਲ ਹਨ, ਜਿਹੜੇ ਗੁਰੂ ਹੈ ਜੀ, ਤੇ ਗੁਰੂ ਗੁਰਬਾਣੀ ਰੂਪ ਵਿੱਚ ਹੈ ਸਾਡੇ ਵਾਸਤੇ। ਤੇ ਫਿਰ ਸਿੱਖਿਆ ਹੈ ਗੁਰੂ ਦੀ, ਗੁਰੂ ਜਿਹਨੂੰ ਸਿੱਖਿਆ ਦਿੰਦਾ ਹੈ, ਗੁਰੂ ਜਿਹਨੂੰ ਬਾਣੀ ਵਿੱਚ ਬੜੀ ਵਾਰੀ, ਮੈਂ ਆਮ ਗੋਇੰ ਟੂ ਚੇਂਜ ਮਾਈ ਕਲਰ ਜਸਟ ਟੂ ਮੇਕ ਸ਼ੋਰ ਕਿ ਉਹਨੂੰ ਕਈ ਵਾਰੀ ਗੁਰਸਿੱਖ ਵੀ ਕਿਹਾ ਗਿਆ ਹੈ, ਬੜੇ ਡਿਫਰੈਂਟ ਵਰਡ ਆਏ ਹਨ। ਮੈਂ ਇੱਥੇ ਗੁਰਸਿੱਖ ਕਹਿੰਦਾ, ਜੈਂਡਰ ਫ੍ਰੀ ਹੈ ਇੱਥੇ, ਰਿਲੀਜਨ ਫ੍ਰੀ ਵੀ ਹੈ, ਕੋਈ ਰਿਲੀਜਨ ਨਾਲ ਕੋਈ ਮਤਲਬ ਨਹੀਂ ਹੁੰਦਾ। ਜਿਹੜੀ ਆਪਣੀ ਮੁਰਸ਼ਿਦ, ਜਿਹੜੀ ਆਪਣੀ ਗੁਰੂ ਦੀ ਗੱਲ ਸੁਣੇ, ਮੈਂ ਗੁਰਸਿੱਖ ਲਿਖ ਦਿੰਦਾ ਇੱਥੇ। ਤੇ ਇਹ ਦੀਖਿਆ ਹੈ, ਦੀਖਿਤ ਹਨ ਬੰਦੇ, ਗੁਰੂ ਜੀ ਨੂੰ ਸਿੱਖਿਆ ਦਿੱਤੀ ਹੈ, ਜਿਹਨੇ ਗੁਰੂ ਨੂੰ ਸੋਝੀ ਦਿੱਤੀ ਹੈ, ਜਿਹਨੂੰ ਦੀਖਿਆ ਦਿੱਤੀ ਹੈ ਇਸ ਗੁਰਸਿੱਖ ਨੂੰ। ਇਹਨੂੰ ਦੀਖਿਤ ਵੀ ਕਿਹਾ ਜਾਂਦਾ ਹੈ, ਇਹ ਦੀਖਿਤ ਹੈ। ਤੇ ਦੀਖਿਤ ਮਤਲਬ, ਹੁਣ ਫॉर ਐਗਜ਼ਾਮਪਲ, ਹੁਣ ਅੱਜ ਮੈਂ ਬੈਠਾ ਹਾਂ ਤੁਹਾਡੇ ਸਾਹਮਣੇ ਤੇ ਮੈਂ ਇਸ ਵੇਲੇ ਫॉर ਦਿਸ 1 ਆਵਰ, ਕਿਉਂਕਿ ਮੈਂ ਗੁਰੂ ਦੀ ਗੱਲ ਕਰਦਾ ਪਿਆ, ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸਾਰਿਆਂ ਨੂੰ ਕਿ ਪ੍ਰਮਾਤਮਾ ਨਾਲ ਜੁੜੋ, ਇਸ ਵਾਸਤੇ ਇਸ ਵਾਰੀ ਮੈਨੂੰ ਦੀਖਿਆ ਦਿੱਤੀ ਗਈ ਹੈ ਅੱਜ ਕਿ ਤੂੰ ਬੋਲ ਜਾ ਕੇ, ਮੈਨੂੰ ਸਿੱਖਿਆ ਦਿੱਤੀ ਗਈ ਹੈ, ਮੈਨੂੰ ਸੋਝੀ ਦਿੱਤੀ ਗਈ ਹੈ, ਆਪਣੀ ਨਹੀਂ ਹੈ ਮੇਰੀ ਸੋਝੀ, ਗੁਰੂ ਦੀ ਸੋਝੀ ਮੈਨੂੰ ਦਿੱਤੀ ਗਈ ਹੈ ਤੇ ਮੈਨੂੰ ਦੱਸਿਆ ਗਿਆ ਕਿ ਤੂੰ ਜਾ ਕੇ ਦੱਸ ਸਾਰਿਆਂ ਨੂੰ। ਇਸ ਵਾਰੀ ਹੁਣ ਮੈਂ ਦੀਖਿਤ ਖੜਾ ਤੁਹਾਡੇ ਸਾਹਮਣੇ, ਕਿਉਂਕਿ ਗੁਰੂ ਗੁਰਬਾਣੀ ਰੂਪ ਵਿੱਚ ਹੈ। ਦੇਖਣ ਨਾਲ ਤੇ ਮੁਕਤੀ ਹੋ ਨਹੀਂ ਸਕਦੀ ਜਦ ਤੱਕ ਸ਼ਬਦ ਦਾ ਵਿਚਾਰ ਨਾ ਕਰੇ। ਆਏ ਨਾ ਵਰਡ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਹੈ ਨਾ। ਜਦੋਂ ਵਿਚਾਰ ਕਰੇ ਨਾ, ਤੇ ਗੁਰਬਾਣੀ ਦੀ ਸੋਝੀ ਜਿਹੜੀ ਹੈ ਉਹ ਦੀਖਿਆ ਦੇ ਥਰੂ ਆਂਦੀ ਹੈ, ਤੇ ਉਹ ਆਂਦੀ ਹੈ ਗੁਰਸਿੱਖਾਂ ਦੇ ਥਰੂ, ਉਹਨਾਂ ਦੇ ਥਰੂ ਜਿਨ੍ਹਾਂ ਨੂੰ ਆਪ ਸੋਝੀ ਪ੍ਰਮਾਤਮਾ ਦਿੰਦਾ ਹੈ, ਤੇ ਇਹ ਦੀਖਿਤ ਹੁੰਦੇ ਹਨ। ਤੇ ਗੁਰੂ ਘਰ ਵਿੱਚ ਇਹੋ ਜਿਹੀਆਂ ਗੁਰਸਿੱਖਾਂ ਦੀ, ਇਹੋ ਜਿਹੇ ਦੀਖਿਤ ਜਿਹੜੇ ਬੰਦੇ ਜਿਹੜੇ ਹਨ, ਮੇਰੇ ਵਰਗੇ ਨਹੀਂ, ਜਿਹੜੇ ਭਾਈ ਨੰਦ ਲਾਲ ਵਰਗੇ, ਜੱਸਾ ਸਿੰਘ ਆਲੂਵਾਲੀਆ ਵਰਗੇ, ਹੈ ਨਾ, ਸੰਤ ਬਾਬਾ ਨੰਦ ਸਿੰਘ ਵਰਗੇ, ਜਿਹੜੇ ਉੱਚੀਆਂ ਆਤਮਾਵਾਂ ਜਿਹੜੀਆਂ ਆਈਆਂ ਹਨ, ਉਹਨਾਂ ਦੇ ਬੜੀ ਵੱਡਾ ਇੱਕ ਸਥਾਨ ਮੰਨਿਆ ਗਿਆ। ਕਿਉਂਕਿ ਉਹ ਦੀਖਿਤ ਬੰਦੇ ਜਿਹੜੇ ਹਨ, ਉਹ ਜਦੋਂ ਉਹਨਾਂ ਨਾਲ ਸੰਗ ਪੈਂਦਾ ਹੈ, ਉਹਨਾਂ ਸੰਤਾਂ ਦਾ, ਉਹਨਾਂ ਦੀਖਿਤ ਬੰਦਿਆਂ ਦਾ, ਤੇ ਉਹ ਉਹਨਾਂ ਗੁਰਸਿੱਖਾਂ ਦੇ ਨਾਲ ਫਿਰ ਆਮ ਜਿਹੜਾ ਜੀਵ ਜਿਹੜਾ ਹੈ ਬਹੁਤ ਇੰਪ੍ਰੈਸ ਹੋ ਜਾਂਦਾ ਉਹਦੇ ਨਾਲ, ਤੇ ਇਹ ਜੀਵ ਦਾ ਮਨ ਵੇਚਣ ਦੀ ਜਿਹੜੀ ਪ੍ਰਥਾ ਜਿਹੜੀ ਹੈ ਉਹ ਈਜ਼ੀਅਰ ਹੋ ਜਾਂਦੀ ਹੈ ਉਸਦੀ। ਤੇ ਗੁਰਬਾਣੀ ਵਿੱਚ ਇਸ ਬਾਰੇ ਬਹੁਤ ਡਿਸਕਸ਼ਨ ਹੈ, ਸਤਸੰਗ ਬਾਰੇ। ਸੁਖਮਨੀ ਸਾਹਿਬ ਦੀਆਂ ਤੇ ਬੜੀਆਂ ਅਸ਼ਟਪਦੀਆਂ ਇਹਦੇ ਉੱਤੇ ਹਨ, ਸਾਧ ਵਾਲੀ ਅਸ਼ਟਪਦੀ ਲਾ ਲਓ, ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਲਾ ਲਓ, ਤੇ ਸੁਖਮਨੀ ਸਾਹਿਬ ਵਿੱਚ ਇਸ ਦੀਖਿਤ ਬੰਦੇ ਨੂੰ ਜਨ ਕਿਹਾ ਗਿਆ ਹੈ। ਮੈਂ JN ਲਿਖਿਆ, JUN ਲਿਖ ਲਓ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਇੱਥੇ ਤੱਕ ਵਰਡ ਆਏ ਹਨ ਕਿ ਜਨ ਕੇ ਸੰਗ ਚਿਤ ਆਵੇ ਨਾਉ, ਵਰਡ ਆਏ ਹਨ ਸੁਖਮਨੀ ਸਾਹਿਬ ਵਿੱਚ। ਜਨ ਕੇ ਸੰਗ ਚਿਤ ਆਵੇ ਨਾਉ ਮਤਲਬ ਇਹਨਾਂ ਜਨ ਦੇ ਮਿਲਣ ਨਾਲ ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਤੇ ਗੁਰੂ ਕਿਉਂਕਿ ਗੁਰਬਾਣੀ ਰੂਪ ਵਿੱਚ ਹੈ, ਗੁਰੂ ਸ਼ਬਦ ਰੂਪ ਵਿੱਚ ਹੈ,
ਗੁਰੂ ਨੇ ਲਿਖ ਦਿੱਤੇ ਹਨ ਸਾਰੇ ਐਕਸਪੀਰੀਐਂਸਸ, ਪਰ ਉਹ ਐਕਸਪੀਰੀਐਂਸਸ ਜਿਹੜੇ ਮੰਦੇ ਹਨ, ਜਿਹੜੇ ਦਿਖਿਅਤ ਹਨ, ਜਿਹੜੇ ਥੋੜੇ ਬਹੁਤ ਜਿਨ੍ਹਾਂ ਨੂੰ ਥੋੜੀ ਬਹੁਤ ਦਿਖਿਆ ਮਿਲੀ ਹੈ, ਉਹਨਾਂ ਦਿਖਿਅਤ ਪੁਰਖਾਂ ਕੋਲੋਂ, ਉਹਨਾਂ ਦਿਖਿਅਤ ਪੁਰਖਾਂ ਦੀ ਸੰਗਤ ਨਾਲ ਮਨ ਵੇਚਣ ਦਾ ਜਿਹੜਾ ਪ੍ਰਥਾ ਹੈ ਉਹ ਈਜ਼ੀਅਰ ਹੋ ਜਾਂਦਾ ਹੈ। ਤੇ ਦਿਖਿਅਤ ਕੌਣ ਹਨ? ਦਿਖਿਅਤ ਉਹ ਹਨ ਜਿਨ੍ਹਾਂ ਨੇ ਜਿਹੜੇ ਗੁਰੂ ਤੋਂ ਥੋੜੇ ਬਹੁਤ ਇੰਪ੍ਰੈਸ ਹੋਏ ਹਨ, ਜਿਹੜੇ ਗੁਰਬਾਣੀ ਤੋਂ ਥੋੜੇ ਬਹੁਤ ਇੰਪ੍ਰੈਸ ਹੋਏ ਹਨ, ਜਿਹੜੇ ਕੋਸ਼ਿਸ਼ ਕਰਦੇ ਹਨ ਉਸ ਰਸਤੇ ਤੇ ਚੱਲਣ ਦੀ, ਹਾਲੇ ਪੂਰੀ ਤਰ੍ਹਾਂ ਚੱਲ ਨਹੀਂ ਪਾਏ। ਜਨ is not a word that is used in ਗੁਰਬਾਣੀ ਜਿਹੜੀ ਪੂਰੀ realized soul ਹੋਵੇ। realized soul ਵਾਸਤੇ ਬ੍ਰਹਮ ਗਿਆਨੀ ਆਇਆ word, realized soul ਵਾਸਤੇ word ਆਇਆ ਹੈ ਸਾਧ, realized soul ਵਾਸਤੇ ਜਨ ਨਹੀਂ ਆਇਆ। ਜਨ ਉਹ ਹੈ ਜਿਹੜੀ ਕੋਸ਼ਿਸ਼ ਕਰਦਾ ਪਿਆ ਵਿਚਾਰਾ, ਜਿਹੜਾ just trying to take those steps, ਉਹ ਜਨ ਹੈ। ਤੇ ਜਨ ਜਿਹੜਾ ਹੈ ਉਹ ਦਿਖਿਅਤ ਹੈ, ਦਿਖਿਆ ਲੈਂਦਾ ਹੈ ਗੁਰੂ ਦੀ। ਤੇ ਇਹ ਜਨ ਜਿਹੜੇ ਹਨ ਇਹਨਾਂ ਦੀ ਬਹੁਤ ਵੱਡੀ ਇੰਪੋਰਟੈਂਸ ਮੰਨੀ ਗਈ ਹੈ। ਕਿਉਂਕਿ ਮੈਂ ਕਹਿ ਰਿਹਾ ਕਿਉਂਕਿ ਗੁਰਪ੍ਰਸਾਦ ਤਾਂ ਹੀ ਹੁੰਦਾ ਹੈ ਜਦੋਂ ਜਨ ਦੇ ਨਾਲ ਉਹਦੀ ਇਹੋ ਜਿਹੀ ਦਿਖਿਅਤ ਬੰਦਿਆਂ ਦੇ ਨਾਲ ਜਦੋਂ ਦੀ ਜਾਣ ਪਛਾਣ ਹੁੰਦੀ ਹੈ। ਤੇ ਜੇ ਨਾ ਮਿਲੇ ਰੀਅਲ ਲਾਈਫ ਵਿੱਚ ਤੇ ਫਿਰ ਉਹਨਾਂ ਦੀਆਂ ਕਿਤਾਬਾਂ ਪੜ੍ਹਦਾ ਹੈ, ਫਿਰ ਕਲਗੀਧਰ ਚਮਤਕਾਰ ਪੜ੍ਹਦਾ ਹੈ, ਫਿਰ ਸਹਿਜ, ਫਿਰ ਸੰਥਿਆ ਪੜ੍ਹਦਾ ਹੈ ਨਾ, ਫਿਰ ਭਾਈ ਵੀਰ ਸਿੰਘ ਤੋਂ ਲੈ ਕੇ ਭਾਈ ਗੁਰਦਾਸ ਦੀ ਸਟੱਡੀ ਕਰਦਾ ਹੈ, ਕਿਉਂਕਿ ਉਹ ਵੀ ਤੇ ਜਨ ਹਨ, ਉਹ ਵੀ ਰੀਅਲਾਈਜ਼ ਸੋਲ ਹਨ ਜਿਨ੍ਹਾਂ ਨੇ ਆਪਣੀਆਂ ਰਾਈਟਿੰਗਸ ਵਿੱਚੋਂ ਗੁਰੂ ਦੀ ਮੱਤ ਨੂੰ ਵਿਖਿਆਨ ਕੀਤਾ ਹੈ ਅੱਗੇ। I just want to make sure we are on the same page here, you know. So ਗੁਰੂ ਦੀ ਪ੍ਰਾਪਤੀ ਗੁਰਬਾਣੀ ਦੀ ਸੋਝੀ ਹੈ। ਗੁਰਬਾਣੀ ਦੀ ਸੋਝੀ ਕੀਰਤਨ ਰੂਪ ਵਿੱਚ ਹੈ, ਤੇ ਗੁਰਬਾਣੀ ਦੀ ਇਮੋਸ਼ਨਲ ਰੂਪ ਵਿੱਚ ਹੈ, ਤੇ ਗੁਰਬਾਣੀ ਦੀ ਸੋਝੀ ਮੀਨਿੰਗ ਰੂਪ ਵਿੱਚ ਹੈ। ਇਹ ਗੁਰਬਾਣੀ ਦੀ ਸੋਝੀ ਦੀਖਿਆ ਤੋਂ ਮਿਲਦੀ ਹੈ। ਦੀਖਿਅਤ ਉਹ ਹਨ ਜਿਹੜੇ ਥੋੜੇ ਬਹੁਤ ਉਸ ਰਸਤੇ ਤੇ ਚੱਲਦੇ ਹਨ, ਤੇ ਉਹਨਾਂ ਦੀ ਬਹੁਤ ਵੱਡੀ ਇੰਪੋਰਟੈਂਸ ਸੁਖਮਨੀ ਸਾਹਿਬ ਤੇ 17ਵੀਂ ਅਸ਼ਟਪਦੀ ਵਿੱਚ ਤੇ ਕਮਾਲ ਹੀ ਕਰ ਦਿੱਤੀ ਹੈ। ਇੱਥੇ ਤੱਕ ਵਰਡ ਆਏ ਹਨ ਸੁਖਮਨੀ ਦੀ 17th ਅਸ਼ਟਪਦੀ ਵਿੱਚ ਕਿ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਤੇ ਅੱਗੇ ਜਾ ਕੇ ਪੂਰੀ ਅਸ਼ਟਪਦੀ 17th ਅਸ਼ਟਪਦੀ ਦੀ ਜਿਹੜੀਆਂ ਅਖੀਰਲੀਆਂ ਜਿਹੜੀਆਂ ਲਾਈਨਾਂ ਜਿਹੜੀਆਂ ਆਈਆਂ ਹਨ, ਇੱਥੇ ਤੱਕ ਆਏ ਹਨ ਵਰਡ ਕਿ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਚਿਸਰੇ ਦੇ ਭਗਵੰਤ। ਉਹ ਧਨਵੰਤ ਹਨ ਕਿਉਂਕਿ ਪੈਸੇ ਵਾਲੇ ਹਨ, ਉਹਨਾਂ ਕੋਲ ਨਾਮ ਧਨ ਇਕੱਠਾ ਕੀਤਾ ਉਹਨਾਂ ਨੇ, ਉਹ ਦਿਖਿਅਤ ਹਨ। ਕੁਲਵੰਤ ਹਨ ਕਿਉਂਕਿ ਉੱਚੀ ਕੁਲ ਵਿੱਚ ਪੈਦਾ ਹੋਏ ਹਨ, ਕਿਉਂਕਿ ਉਹਨਾਂ ਨੂੰ ਗੁਰੂ ਦਾ ਗਿਆਨ ਦਿਖਿਅਤ ਰੂਪ ਵਿੱਚ ਮਿਲਿਆ ਹੈ। ਉਹ ਧਨਵੰਤ ਕੁਲਵੰਤ ਪਤਵੰਤ ਹਨ, ਪਤਵੰਤ ਮਨੇ ਇੱਜ਼ਤ ਵਾਲੇ ਹਨ, ਪਤਵੰਤੇ ਸੱਜਣ ਹਨ, ਬੜੇ ਜੀਵਨ ਮੁਕਤ ਹਨ ਉਹ। ਤੇ ਇਹਨਾਂ ਸਤਸੰਗੀਆਂ ਦੀ, ਇਹਨਾਂ ਗੁਰਸਿੱਖਾਂ ਦੀ ਜਿਹੜੇ ਦਿਖਿਅਤ ਹਨ, ਜਿਹੜੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਜਿਨ੍ਹਾਂ ਨੇ ਸਥਾਨ ਦਿੱਤੀ ਹੈ, ਇਹਨਾਂ ਦਾ ਸੰਗ ਕਰਨਾ, ਇਹਨਾਂ ਦੇ ਸੰਗ ਦੇ ਨਾਲ ਗੁਰਬਾਣੀ ਦੀ ਵਾਰਮਥ ਤੁਹਾਡੇ ਜੀਵਨ ਚ ਆਉਂਦੀ ਹੈ। ਇਹਨਾਂ ਦੇ ਸੰਗ ਕਰਨ ਦੇ ਨਾਲ ਗੁਰਬਾਣੀ ਦੀ ਵਾਰਮਥ ਨੂੰ ਬੰਦਾ ਐਕਸਪੀਰੀਅੰਸ ਕਰ ਸਕਦਾ ਹੈ, ਆਪ ਨਾ ਐਕਸਪੀਰੀਅੰਸ ਕਰ ਸਕੇ ਸ਼ਾਇਦ। ਸੋ ਇੱਥੇ ਵੀ ਬੜੀ ਹਿਦਾਇਤ ਹੈ। ਤੇ ਬਿਫੋਰ ਆਈ ਸਟਾਪ, I have my 5-10 more minutes though, and I'm going to share Gurbani di ek ਹੋਰ, I'm going to stop, I'm going to clear this up first of all. Maybe I should just talk about it next week, you know. Let me see if I can share this. मैं एक लाइना सिद्ध घोष तो लितियां हैं. Let me talk about it. I think it's good to know this. I think it's beneficial sab vaste to know ki ho raha hai the. And then we can have a discussion on this, you know. Discussion maybe we can do it next week, but let me share this one. Can everybody see these lines? Can Kavan Mool, Kavan Matvela. Bavraj, can you see this? Yes, Virji. Yeah, ਇਹ ਸਿੱਧ ਘੋਸ਼ ਵਿੱਚ when just to let you know, ਰਾਮਕਲੀ ਰਾਗ ਵਿੱਚ ਬਾਣੀ ਲਿਖੀ ਹੋਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ। ਸਿੱਧਾ ਨਾਲ ਜਿਹੜੀ ਗੱਲ ਹੋਈ ਹੈ ਅਚਲ ਬਟਾਲੇ ਜਿਹੜੀ ਸਿੱਧਾ ਨਾਲ ਹੋਈ ਹੈ, ਇਹ ਉਸ ਗੱਲ ਦਾ ਵੇਰਵਾ ਇਸ ਬਾਣੀ ਵਿੱਚ ਦਿੱਤਾ ਗਿਆ ਹੈ। ਬੜੀ ਅਪਾਰ ਡੈਪਥ ਹੈ ਇਸ ਬਾਣੀ ਵਿੱਚ, ਔਰ ਮੇਰੇ ਹਿਸਾਬ ਦੇ ਨਾਲ ਸਭ ਤੋਂ ਔਖੀ ਬਾਣੀ ਹੈ ਸਮਝ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ। ਸ਼ਲੋਕ ਸੰਸਕ੍ਰਿਤੀ ਤੋਂ ਵੀ ਜ਼ਿਆਦਾ ਡੈਪਥ ਹੈ ਇਸ ਬਾਣੀ ਵਿੱਚ, ਮਤਲਬ ਕਿ ਸ਼ਲੋਕ ਸੰਸਕ੍ਰਿਤੀ ਵਿੱਚ ਬਹੁਤ ਡੈਪਥ ਹੈ, ਪਰ ਇਹ ਬਾਣੀ ਹੋਰ ਵੀ ਔਖੀ ਹੈ ਉਹਦੇ ਨਾਲੋਂ।
ਐਬਸਟ੍ਰੈਕਟ ਹੈ, ਨਿਰਗੁਣ ਰੂਪ ਪ੍ਰਮਾਤਮਾ ਦੇ ਉੱਤੇ ਬਹੁਤ ਫੋਕਸ ਕਰਦੀ ਹੈ ਔਰ ਬੜੀਆਂ, ਕਿਉਂਕਿ ਇਹ ਆਬਵੀਅਸ ਹੈ ਰਾਈਟ। ਹੁਣ ਦੇਖੋ ਇੱਕ ਸਟੂਡੈਂਟ ਬੈਠਾ ਹੈ, ਇੱਕ ਟੀਚਰ ਬੈਠਾ ਹੈ, ਤੇ ਇੱਕ ਸਟੂਡੈਂਟ ਟੀਚਰ ਕੋ ਕੁਐਸਚਨ ਪੁੱਛੇਗਾ ਤੇ ਉਹ ਆਨਸਰ ਦੇਗਾ, ਉਹ ਇੱਕ ਅਲੱਗ ਗੱਲ, ਠੀਕ ਹੈ। ਤੇ ਜੇ ਦੋ ਬੰਦੇ ਸਿਆਣੇ ਬੈਠੇ ਹੋਣ, ਇੱਕ ਬਹੁਤ ਵੱਡਾ ਸਿਆਣਾ ਸਟੂਡੈਂਟ ਬੈਠਾ ਹੋਵੇ, ਉਹਦੇ ਨਾਲ ਜਿਹੜੀ ਗੁਰੂ ਗੱਲਬਾਤ ਕਰਨਗੇ ਉਹ ਹੋਰ ਉੱਚੇ ਲੈਵਲ ਦੀ ਹੋਏਗੀ। ਹਾਂਜੀ, okay, somebody is watching TV while I'm talking about Gurbani, so that shows ki how bad it is, you know. So it's just, I think I'm going to talk about it next time. Maybe I'll make a rule of putting the cameras on. Maybe that might be the way out, you know. I'd rather have 10 people listening, and I don't need numbers na koi matlab nahi da koi Gurbani de naal. I might change my rules now. Whoever cannot turn the cameras on will not be allowed in the classroom, because I think Bani di betpi main karda paya, maybe meri wajah naal hundi pai hai. People watch TV and stuff while I'm talking. It's not right. ਤੇ ਇਸ ਬਾਣੀ ਵਿੱਚ ਪਰ ਦੋ, ਜਿਸ ਫॉर एग्जांपल ਸ਼ਲੋਕ ਸੰਸਕ੍ਰਿਤੀ ਦੀ ਡੈਪਥ ਜ਼ਿਆਦਾ ਹੈ ਇਸ ਵਾਸਤੇ ਕਿਉਂਕਿ ਪੰਡਿਤ ਕੁਐਸਚਨ ਪੁੱਛਦੇ ਪਏ ਹਨ। ਹੁਣ ਪੰਡਿਤ ਜਿਹੜੇ ਹਨ ਉਹ ਆਲਰੇਡੀ ਬਹੁਤ ਪਹੁੰਚੇ ਹੋਏ ਹਨ ਪ੍ਰਮਾਤਮਾ ਦੇ ਰਸਤੇ ਵਿੱਚ, ਤੇ ਉਹ ਜਦੋਂ ਕੁਐਸਚਨ ਪੁੱਛਣਗੇ ਤੇ ਉਹ ਲੈਵਲ ਦੂਸਰੇ ਲੈਵਲ ਦੇ ਕੁਐਸਚਨ ਹੋਣਗੇ। ਹੁਣ ਇੱਥੇ ਸਿੱਧਾ ਨਾਲ ਗੱਲ ਹੁੰਦੀ ਪਈ ਹੈ, ਹੁਣ ਇਹ ਪਹੁੰਚੇ ਹੋਏ ਨੇ ਉੱਤੇ ਬਹੁਤ, ਆਬਵੀਅਸਲੀ ਜਦੋਂ ਉਸ ਲੈਵਲ ਦੇ ਬੰਦੇ ਨਾਲ ਗੱਲ ਹੋਏਗੀ ਜਦੋਂ ਤੇ ਉਹ ਫਿਰ ਉਹਨਾਂ ਉਸ ਲੈਵਲ ਦੀਆਂ ਗੱਲਾਂ ਹੋਣਗੀਆਂ। Generally speaking, I shy away from talking about this Gurbani in Zoom, which मैं गुरुद्वारे उत्थे भी KCF ਵਿੱਚ ਬੜੀਆਂ ਘੱਟ example ਸਿੱਧ ਗੋਸ਼ ਤੋਂ ਦਿੰਦਾ ਹਾਂ, and purposely not given that way. Reason I don't give it is because ਇਸ ਬਾਣੀ ਦੀ depth ਬਹੁਤ ਜ਼ਿਆਦਾ ਹੋਣ ਕਰਕੇ ਕਈ ਵਾਰੀ ਆਮ ਸੰਗਤਾਂ ਨੂੰ ਇਸ ਬਾਰੇ ਬੋਧ ਕਰਾਉਣਾ is becomes a big challenge. But ਅੱਜ ਮੈਂ challenge ਲਿੱਤਾ, let me see if I'm successful or not. ਤੇ ਬਾਣੀ question answer format ਵਿੱਚ ਹੈ। तो पहले क्वेश्चन है ए नंबर 43 स्टैंजा विच क्वेश्चन है, ते क्वेश्चन मैं सिंपल क्वेश्चन है बड़े कि पहला क्वेश्चन है एक गुरु नानक देव जी नो क्वेश्चन करते हैं सिद्ध, कवण मूल कवण मत वेला, जीवन दा मूल की है, जीवन दा आधार की है, जीवन दा सारांश की है, इंट्रिंसिक वैल्यू की है जीवन दी। कवण मत वेला, केड़ा वेला बेस्ट है परमात्मा दी मत लैण वाला, ਕਿਹੜਾ ਟਾਈਮ ਬੈਸਟ ਹੈ ਜੀਵਨ ਦੇ ਵਿੱਚ ਮਤ ਲੈਣ ਵਾਲਾ। ਤੇ ਅਗਲਾ ਕੁਐਸਚਨ, ਤੇਰਾ ਕੌਣ ਗੁਰੂ, ਤੇਰਾ ਗੁਰੂ ਕੌਣ ਹੈ ਤੇਰਾ, ਦੱਸ ਇਹ ਨਾਨਕ ਤੇਰਾ ਗੁਰੂ ਕੌਣ ਹੈ। ਜਿਸਕਾ ਤੂੰ ਚੇਲਾ, ਜਿਹਦਾ ਤੂੰ ਚੇਲਾ ਹੈ, ਕੌਣ ਹੈ ਜਿਹਦਾ ਤੂੰ ਚੇਲਾ ਹੈ, ਤੇਰਾ ਗੁਰੂ ਕੌਣ ਹੈ ਨਾਨਕ ਦੱਸ। ਕਵਣ ਕਥਾ ਲੈ ਰੋ ਨਿਰਾਲੇ, हे ਨਾਨਕ ਇਹ ਕਿਹੜੀਆਂ ਕਥਾ ਕਰਦਾ ਹੈ ਜਿਸ ਨਾਲ ਤੂੰ ਨੇਕਾਮੀ ਹੋ ਗਿਆ, ਜਿਸ ਤਰ੍ਹਾਂ ਤੂੰ ਨਿਰਾਲਾ ਹੈ, ਤੇਰੀ ਚੀਜ਼ ਤੇ ਕੋਈ ਅਸਰ ਨਹੀਂ ਪੈਂਦਾ ਤੇਰੇ ਤੇ, तू नेकामी निराला है। एक किथों सीखी है तू कथा, कौन कथा करने वाला है। बोले नानक सुनो तुम बाले, ते नानक कहते हैं, नानक दे कके नूं औंकड़ है इत्थे, संबोधन च नहीं है नानक, करता करक विच है, करता बोले नानक बोलते हैं, नानक कहते हैं सुनो तुम बाले, मैनू कहते हैं सिद्ध, हे बाले, हे बालक, हे बच्चे, हे तुसी दसो ये किहड़ियां गल्लां हैं। इस कथा का दे विचार, इस कथा का विचार दस दियो सानू। भवजल शब्द लंघावन हार, बार बार कहंदे हो शब्द लंघावन हार है भवजल तो, ते इस कथा का सानू सार दस दियो, की है सार इस कथा का। मैं तां चूज किया बिकॉज ये भी गुरु ते फोकस्ड है, ए वाली लाइनां सिद्ध गोश तो। एज आई सेड जनरली मैं बहुत घट एग्जाम्पल इस बाणी तो देना, एंड देयर इज अ बिग रीजन बिहाइंड इट। पहला आंसर देख लो ਤੇ ਉੱਥੋਂ ਹੀ ਸ਼ੁਰੂ ਹੋ ਜਾਏਗਾ ਕੰਮ। ਪਹਿਲਾ ਕੁਐਸਚਨ ਸੀ, ਲੈਟ ਮੀ ਗਿਵ ਯੂ ਦ ਕੁਐਸਚਨ, ਕਵਣ ਮੂਲ, ਪਹਿਲਾ ਕੁਐਸਚਨ ਸੀ ਮੂਲ ਕੀ ਹੈ ਨਾਨਕ, ਤੇ ਮੂਲ ਦਾ ਆਨਸਰ ਦਿੰਦੇ ਹਨ ਪਵਨ ਆਰੰਭ, ਆਨਸਰ ਹੈ ਉਹਦਾ ਪਵਨ ਆਰੰਭ, ਮਤਲਬ ਮੂਲ ਪਵਨ, ਪਵਨ ਮਨੇ ਪ੍ਰਾਣ, ਅੰਦਰਲੇ ਪ੍ਰਾਣ ਜਿਹੜੇ ਹਨ। ਸਾਨੂੰ ਕਿਸੇ ਨੂੰ ਨਹੀਂ ਪਤਾ ਪ੍ਰਾਣ ਕਦੋਂ ਪਾਏ ਜਾਂਦੇ ਹਨ ਅੰਦਰ, ਕੀ ਨਿਕਲ ਜਾਂਦਾ ਹੈ ਅੰਦਰੋਂ ਜਦੋਂ ਬੰਦਾ ਮਰ ਜਾਂਦਾ ਹੈ। ਕਈ ਵਾਰੀ ਸਭ ਕੁਝ ਠੀਕ ਹੁੰਦਾ ਹੈ ਅੰਦਰ ਤੇ ਬਸ ਚਲਾ ਜਾਂਦਾ ਬੰਦਾ, ਰੀਜ਼ਨ ਵੀ ਨਹੀਂ ਪਤਾ ਲੱਗ ਪਾਉਂਦਾ। ਅੰਦਰ ਜਿਹੜੇ ਪ੍ਰਾਣ ਹਨ, ਅੰਦਰ ਜਿਹੜੀ ਕੌਨਸ਼ੀਅਸਨੈਸ ਹੈ, ਜਿਹੜੀ ਅੰਦਰ ਟਿਕਾਓ ਹੈ, ਜਿਹੜਾ ਜਿਹਦੇ ਨਾਲ ਬੰਦਾ ਦੇਖਦਾ ਹੈ, ਸੁਣਦਾ ਹੈ, ਕਰਦਾ ਹੈ, ਉਹ ਪ੍ਰਾਣ ਹਨ ਅੰਦਰ, ਉਹ ਸਵਾਸ ਹਨ ਅੰਦਰਲੇ। ਉਹ ਪ੍ਰਾਣ ਜਿਹੜੇ ਹਨ, ਗੁਰਬਾਣੀ ਬੜੀ ਵਾਰੀ ਪ੍ਰਾਣ ਨੂੰ ਆਪਣੇ ਜੀਵਨ ਦਾ ਆਧਾਰ ਮੰਨਿਆ। ਬਿਲਾਵਲ ਦਾ ਸ਼ਬਦ ਗਾਉਂਦੇ ਆ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਉੱਥੇ ਵੀ ਪ੍ਰਾਣਾਂ ਨੂੰ ਆਧਾਰ ਆਪਣਾ ਮੰਨਿਆ ਨੇ। ਤੇ ਜਿਹੜਾ ਸ਼ਲੋਕ ਪੜ੍ਹਦੇ ਹੋ ਜਿਹੜਾ ਰੋਜ਼, ਪਵਨ ਗੁਰੂ ਪਾਣੀ ਪਿਤਾ ਵਾਲਾ, ਉੱਥੇ ਵੀ ਪਵਨ ਨੂੰ ਗੁਰੂ ਮੰਨਿਆ ਗਿਆ ਹੈ।
गुरु पवन है, क्योंकि प्राण गुरु हैं। पवन आरंभ है, आरंभ मने शुरुआत है। मूल मूल प्राण हैं तेरे ਜਿਹੜੇ ਅੰਦਰ ਚੱਲਦੇ ਪਏ ਹਨ। ਪ੍ਰਮਾਤਮਾ ਦੀ ਅੰਸ਼ ਜਿਹੜੀ ਤੇਰੇ ਅੰਦਰ ਬੈਠੀ ਹੋਈ ਹੈ, ਉਹ ਮੂਲ ਹੈ ਤੇਰਾ, ਉਹ ਆਰੰਭ ਹੈ ਤੇਰਾ, ਉਹ ਪਵਨ ਆਰੰਭ ਹੈ ਤੇਰਾ। ਤੇ ਸਤਿਗੁਰ ਮਤ ਵੇਲਾ, ਇਹ ਜੀਵਨ, ਇਹ ਮਨੁੱਖਾ ਜੀਵਨ ਸਤਿਗੁਰ ਦੀ ਮਤ ਲੈਣ ਵਾਲਾ ਵੇਲਾ ਹੈ। ਸਤਿਗੁਰ ਦੀ ਮਤ ਲੈਣ ਵਾਲਾ ਟਾਈਮ ਵੇਲਾ ਜਿਹੜਾ ਹੈ, ਇਹ ਤੇਰਾ ਮਨੁੱਖੀ ਜੀਵਨ ਹੈ ਤੇਰਾ। ਤੇ ਪ੍ਰਾਣ ਤੇਰੇ ਜੀਵਨ ਦਾ ਆਧਾਰ ਹੈ, ਪ੍ਰਾਣ ਤੇਰੇ ਆਰੰਭ ਵਿੱਚ ਹਨ ਤੇਰੇ ਜੀਵਨ। ਤੇ ਗੁਰੂ ਮੇਰਾ ਸ਼ਬਦ ਹੈ, ਗੁਰੂ ਮੇਰਾ ਸ਼ਬਦ ਹੈ, ਕਿਉਂਕਿ ਸ਼ਬਦ ਗੁਰੂ ਅਸੀਂ ਮੰਨਦੇ ਹਾਂ ਇਹ ਨਾਜ਼ਰ ਹੋਇਆ ਹੈ ਸ਼ਬਦ। ਪੂਰਨ ਰਿਅਲਾਈਜ਼ ਸੋਲ ਵਿੱਚ ਜੋ ਲਿਖਦਾ ਹੈ, ਉਹ ਪ੍ਰਮਾਤਮਾ ਦੇ ਜੋ ਲਿਖਵਾਉਂਦਾ ਹੈ ਉਸ ਕੋਲੋਂ ਉਹ ਲਿਖਿਆ ਜਾਂਦਾ ਉਹਦੇ ਕੋਲੋਂ। ਇਸ ਵਾਸਤੇ ਸ਼ਬਦ ਨੂੰ ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ, ਤੇ ਬਾਣੀ ਨੂੰ ਗੁਰੂ ਹੀ ਨਹੀਂ ਮੰਨਦੇ, ਬਾਣੀ ਨੂੰ ਨਿਰੰਕਾਰ ਵੀ ਮੰਨਦੇ ਹਾਂ। ਧੰਨ ਧੰਨ ਬਾਣੀ ਨਿਰੰਕਾਰ ਹੈ, ਬਾਣੀ ਨੂੰ ਨਿਰੰਕਾਰ ਵਰਡ ਵੀ ਆਏ ਹਨ। ਬਾਣੀ ਗੁਰੂ ਹੀ ਨਹੀਂ ਹੈ ਸਿਰਫ, ਬਾਣੀ ਨੂੰ ਪ੍ਰਮਾਤਮਾ ਦਾ ਰੂਪ ਦਿੱਤਾ ਗਿਆ ਹੈ, ਨਾਮ ਦਾ ਰੂਪ ਦਿੱਤਾ ਗਿਆ। ਕਿਉਂ? ਇਸ ਵਾਸਤੇ ਕਿਉਂਕਿ ਸਾਡੀ ਬਿਲੀਫ ਹੈ ਕਿ ਪੂਰਨ ਰਿਅਲਾਈਜ਼ ਸੋਲ ਵਿੱਚੋਂ ਜੋ ਮੂੰਹ ਨਿਕਲਦਾ ਹੈ, ਜੋ ਉਹ ਲਿਖਦੇ ਹਨ, ਉਹ ਪ੍ਰਮਾਤਮਾ ਦੇ ਆਪਣੇ ਬੋਲ ਹਨ। ਇਸ ਵਾਸਤੇ ਸ਼ਬਦ ਮੇਰਾ ਗੁਰੂ ਹੈ। ਤੇ ਚੇਲਾ ਕੌਣ ਹੈ? ਚੇਲਾ ਮਤਲਬ ਡਿਸਾਈਪਲ, ਮੇਰੀ ਸੁਰਤ, ਮੇਰੀ ਕੌਨਸ਼ੀਅਸਨੈਸ, ਮੇਰਾ ਟਿਕਾਓ, ਮੇਰੀ ਅੰਦਰਲੀ ਬੁੱਧੀ ਜਿਹੜੀ ਉਸ ਸੁਰਤ ਵਿੱਚ, ਜਿਹੜੀ ਸੁਰਤ ਹੈ ਮੇਰੀ ਕੌਨਸ਼ੀਅਸਨੈਸ ਜਿਹੜੀ, ਉਹ ਧੁਨ ਵਿੱਚ, ਧੁਨ ਵਰਡ ਕਿ ਲਗਾਤਾਰ ਧੁਨ ਵਿੱਚ ਲਈ, ਜਿਹਦੇ ਕਿ ਲਗਾਤਾਰ ਹੋਵੇ ਜਿਹੜੀ ਚੀਜ਼। ਮੇਰੀ ਸੁਰਤ ਜਿਹੜੀ ਲਗਾਤਾਰ ਉਸ ਸ਼ਬਦ ਵਿੱਚ ਜੁੜੀ ਹੋਈ ਹੈ, ਮੇਰੀ ਕੌਨਸ਼ੀਅਸਨੈਸ, ਮੇਰੀ ਮਤ ਜਿਹੜੀ ਲਗਾਤਾਰ ਉਸ ਧੁਨ ਵਿੱਚ, ਇੱਕ ਧੁਨ ਵਿੱਚ, ਉਸ ਸੁਰਤ ਵਿੱਚ ਜੋ ਸ਼ਬਦ ਨਾਲ ਜੁੜੀ ਹੋਈ ਹੈ, ਉਹ ਚੇਲਾ ਹੈ, ਉਹ ਚੇਲਾ ਹੈ। ਸਦਾ ਨੂੰ ਸਮਝਾਇਆ ਹੈ। ਹੁਣ ਇੱਕ ਲਾਈਨ ਦੇ ਉੱਤੇ ਯੂ ਵਿਲ ਫਾਈਂਡ, ਐਸਾ ਨਾ ਭਾਈ ਸਾਹਿਬ ਵੀਸੀਆਂ ਨੇ ਇਹ ਬਾਣੀ, ਧੰਨ ਮੇਰੇ ਨਾਨਕ ਜਿਨ੍ਹਾਂ ਨੇ ਲਿਖੀ ਇਹ ਬਾਣੀ, ਅੱਗੇ ਜਾ ਕੇ ਇਸ ਬਾਣੀ ਵਿੱਚ ਵਿਸਮਾਦ ਬਾਰੇ ਗੱਲ ਛੇੜੀ ਨੇ। ਅੱਗੇ ਜਾ ਕੇ 3 ਤਰ੍ਹਾਂ ਦੇ ਵਿਸਮਾਦ ਸਮਝਾਏ ਹਨ, ਜਿਹੜਾ ਪਰ ਇਹ ਬਾਣੀ ਪੜ੍ਹਨ ਤੋਂ ਪਹਿਲੇ ਹੋਰਾਂ ਬਾਣੀਆਂ ਦਾ ਬਹੁਤ ਹੋਣਾ ਬਹੁਤ ਇੰਪੋਰਟੈਂਟ ਹੈ, ਬਿਕਾਜ਼ ਇਹ ਬਾਣੀ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਡੈਪਥ ਹੋਰ ਔਖੀ ਬਾਣੀ ਹੈ ਸਮਝਣੀ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਮੇਰਾ ਸ਼ਬਦ ਹੈ, ਪਰਮਾਤਮਾ ਦਾ ਹੁਕਮ ਮੇਰੇ ਵਾਸਤੇ ਸ਼ਬਦ ਹੈ, ਪਰਮਾਤਮਾ ਦਾ ਨਾਮ ਮੇਰੇ ਵਾਸਤੇ ਸ਼ਬਦ ਹੈ। ਜੋ ਪਰਮਾਤਮਾ ਸ਼ਬਦ ਰੂਪ ਵਿੱਚ ਮੈਨੂੰ ਕਹਿੰਦਾ ਹੈ, ਉਹ ਮੇਰਾ ਗੁਰੂ ਹੈ। ਤੇ ਮੇਰੀ ਸੁਰਤ, ਮੇਰੀ ਆਤਮਾ, ਮੇਰੀ ਕੌਨਸ਼ੀਅਸਨੈਸ ਜਿਹੜੀ ਇੱਕ ਧੁਨ ਵਿੱਚ ਹੈ, ਜਿਹੜੀ ਉਸ ਸ਼ਬਦ ਵਿੱਚ ਜੁੜੀ ਹੋਈ ਹੈ, ਉਹ ਮੇਰਾ ਚੇਲਾ ਹੈ। ਅਕਥ ਕਥਾ ਲੈ ਰਹੋ ਨਿਰਾਲਾ, ਅਕਥ ਕਥਾ ਦੇ ਕਹਿਣ ਵਾਲਾ, ਪਰਮਾਤਮਾ ਦੀ ਅਕਥ ਕਥਾ ਨੂੰ ਸੁਣਨ ਵਾਲਾ, ਉਹਦੇ ਨਾਲ ਮੈਂ ਰਹਿ ਕੇ ਨਿਰਾਲਾ ਬਣਿਆ ਹਾਂ, ਉਹਦੇ ਨਾਲ ਪਿਆਰ ਕਰਕੇ ਮੈਂ ਨਿਰਾਲਾ ਬਣਿਆ ਹਾਂ। ਤੇ ਹੇ ਸਿੱਧੋ, ਇਹ ਗੱਲ ਸੁਣ ਲਓ ਕਿ ਮੇਰਾ ਗੁਰੂ, ਮੇਰਾ ਪ੍ਰਮਾਤਮਾ, ਉਹ ਜੁਗਾਂ ਜੁਗਾਂ ਤੋਂ ਹੈ, ਉਹ ਇੱਕ ਅੱਜ ਨਹੀਂ ਆਇਆ। ਨਾਨਕ ਜੁਗ ਜੁਗ ਗੁਰ ਗੋਪਾਲਾ, ਜੁਗਾਂ ਜੁਗਾਂ ਤੋਂ ਗੁਰ ਗੋਪਾਲਾ ਹੈ ਮੇਰਾ। ਇੱਥੇ ਵੀਰ ਜੀ, ਇੱਥੇ ਗੁਰ ਗੋਪਾਲ ਵਰਡ ਪ੍ਰਮਾਤਮਾ ਵਾਸਤੇ ਆਇਆ ਹੈ, ਇੱਥੇ ਗੁਰ ਗੋਪਾਲ ਵਰਡ ਗੁਰੂ ਵਾਸਤੇ ਨਹੀਂ ਆਇਆ। ਸੋ ਕੰਟੈਕਸਚੁਅਲ, ਐਜ਼ ਆਈ ਸੈਡ ਅਰਲੀਅਰ, ਇੱਥੇ ਗੁਰ ਗੋਪਾਲ ਵਰਡ ਪ੍ਰਮਾਤਮਾ ਵਾਸਤੇ ਆਇਆ ਹੈ, ਤੇ ਇੱਥੇ ਗੁਰੂ ਵਰਡ ਵੀ ਪ੍ਰਮਾਤਮਾ ਵਾਸਤੇ ਆਇਆ ਹੈ। ਸ਼ਬਦ ਗੁਰੂ, ਇੱਥੇ ਆਪਣਾ ਗੁਰੂ ਉਹਨਾਂ ਦਾ ਇੱਥੇ ਗੁਰੂ ਉਹਨਾਂ ਦਾ ਪ੍ਰਮਾਤਮਾ ਗੁਰੂ ਵਾਸਤੇ ਆਇਆ ਹੈ। ਪਰ ਕਈ ਜਗ੍ਹਾ ਗੁਰੂ ਸਾਡੇ ਗੁਰੂ ਸਾਹਿਬਾਨ ਵਾਸਤੇ ਆਇਆ ਹੈ, ਕਈ ਜਗ੍ਹਾ ਗੁਰੂ ਗੁਰਬਾਣੀ ਵਾਸਤੇ ਆਇਆ ਹੈ। ਸੋ ਕੰਟੈਕਸਚੁਅਲ ਹੈ ਹਰ ਜਗ੍ਹਾ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਤੇ ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ। ਜਿਨੇ ਇੱਕ ਪ੍ਰਮਾਤਮਾ ਦੇ ਸ਼ਬਦ ਦੀ ਕਥਾ ਨੂੰ ਵਿਚਾਰਿਆ ਹੈ, ਇੱਕ ਪ੍ਰਮਾਤਮਾ ਦੀ ਕਥਾ ਦਾ ਵਿਚਾਰ ਆਪਣੇ ਹਿਰਦੇ ਵਿੱਚ ਵਿਚਾ ਕੇ ਸ਼ਬਦ ਧੁਨ ਚੇਲਾ ਕੀਤਾ ਹੈ, ਤੇ ਉਸ ਗੁਰਮੁਖ ਨੇ ਹੋਮੇ ਅਗਨ ਨਿਵਾਰੀ, ਆਪਣੀ ਈਗੋ ਨੂੰ ਡਿਸਟਰੋਏ ਕਰ ਲਿੱਤਾ ਹੈ, ਭਾਵ ਆਪਣੇ ਮਨ ਨੂੰ ਦਬਾ ਕੇ ਗੁਰੂ ਦੀ ਆਗਿਆ ਨੂੰ ਮੰਨਿਆ ਹੈ। ਇਹ ਬਾਣੀ, as I said before, it's not that simple, abstract ਹੈ ਬਹੁਤ। ਤੇ I'm going to stop sharing the screen and I'm going to stop speaking now and see if anybody has any. I want
somebody to any comment ਹੋਵੇ ਅਗਰ ਇਸ ਬਾਣੀ ਦੇ ਉੱਤੇ ਰਾਗ ਰਾਮਕਲੀ ਵਿੱਚ ਦਰਜ ਹੈ ਜੀ ਬਾਣੀ ਜਿਹਨੇ ਪੜ੍ਹਨੀ ਹੋਵੇ ਬੜੇ ਟੀਕੇ ਮੌਜੂਦ ਹਨ ਬਟ ਪਹਿਲੇ ਹੀ ਵਾਰਨ ਕਰਦੇ ਹਾਂ ਮੈਂ ਕਿ ਐਬਸਟਰੈਕਟ ਹੈ ਕਿਉਂਕਿ ਹੁਣ ਗੱਲ ਸਿੱਧਾ ਨਾਲ ਹੁੰਦੀ ਪਈ ਹੈ ਤੇ ਆਬਵੀਅਸਲੀ ਜਿੱਥੇ ਹੁਣ ਇਹੋ ਜਿਹੇ ਬੰਦੇ ਬੈਠੇ ਹਨ ਜਿਹੜੇ ਆਪ ਬੜੇ ਪਹੁੰਚੇ ਹੋਏ ਹਨ ਜਿਹੜੇ ਤੇ ਉੱਥੇ ਫਿਰ ਜਦੋਂ ਹੋਏਗੀ ਉਹਨਾਂ ਨਾਲ ਤੇ ਫਿਰ ਉਹ ਗੱਲ ਜਿਹੜੀ ਹੈ ਉਸ ਗੱਲ ਵਿੱਚ ਗਹਿਰਾਈ ਜ਼ਿਆਦਾ ਹੋਏਗੀ ਤੇ ਸੋ ਇਸ ਬਾਣੀ ਦੀ ਡੈਪਥ ਜਿਹੜੀ ਹੈ ਉਹ ਅਲੱਗ ਡੈਪਥ ਹੈ ਇਸ ਬਾਣੀ ਦੀ ਹੋਰਾਂ ਬਾਣੀਆਂ ਨਾਲ ਕੰਪੇਅਰ ਨਹੀਂ ਕਰ ਸਕਦੇ ਸੁਖਮਨੀ ਬਾਣੀ ਦੀ ਬਹੁਤ ਡੈਪਥ ਹੈ ਪਰ ਸੁਖਮਨੀ ਬਾਣੀ ਸਰਲ ਹੈ ਸਮਝਣਾ ਈਜ਼ੀ ਹੈ concepts easier ਹਨ ਬੜੀ ਵਾਰੀ self explanatory ਵੀ ਹੈ other than the last 4 Ashpadis but I have never found Siddh Ghosh to be a self explanatory Gurbani though is self explanatory nahi hai hanji I'll wait for some questions before I end the class Viji, thank you for bringing this reference up and you know it's a very interesting and intriguing ਜਿਹੜਾ ਤੁਸੀਂ ਸ਼ਬਦ ਦੀ discussion ਕੀਤੀ ਹੈਗੀ ਇੱਥੇ ਤੇ my question to you is ਕਿ can you refer me to particular ਕੀਰਤਨ ਰੀਤਸ ਜਿਨ੍ਹਾਂ ਨੇ ਇਸ particular ਸ਼ਬਦ ਨੂੰ ਗਾਇਆ ਹੈ ਕਿਉਂਕਿ in my personal experience if I'm trying to understand something if I'm listening to a particular reet over and over again ਤੇ ਉਹਦੇ ਨਾਲ understanding ਵੱਧਦੀ ਹੈਗੀ So, are there any particular? I don't know that of any. I can definitely look it up. Though generally speaking, Siddh Ghosh Bani da Kirtan cut honda hai. Even though te raag da naam likhya Ramkali, so Ramkali gaan vich raag vich gaan di hidayat te hai is Bani nu gaan di. But मैं ਕਿਸੇ ਵੱਡੇ ਰਾਗੀ ਕੋਲੋਂ ਇਸ ਬਾਣੀ ਦਾ ਕੀਰਤਨ ਰੂਪ ਹੀ ਨਹੀਂ ਸੁਣਿਆ ਕਿਉਂਕਿ ਇਸ ਬਾਣੀ ਦਾ ਵਿਚਾਰ ਹੀ ਸਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਡੂੰਘਾਈ ਬਹੁਤ ਜ਼ਿਆਦਾ ਹੋਣ ਕਰਕੇ ਔਰ ਇਸ ਬਾਣੀ ਦਾ ਵਿਚਾਰ ਹੀ ਬਹੁਤ ਘੱਟ ਹੁੰਦਾ ਹੈ ਆਈ ਹੈਵ ਨਾਟ ਹਰਡ ਕਿਸੇ ਗੁਰਦੁਆਰਿਆਂ ਵਿੱਚ ਕੋਈ ਆਇਆ ਹੋਵੇ ਕਥਾ ਕਰਨ ਵਾਲਾ ਤੇ ਸਿੱਧ ਗੋਸ਼ ਦੀ ਬਾਣੀ ਦਾ ਲੜੀਵਾਰ ਕੋਈ ਕਿਸੇ ਨੇ ਵਿਚਾਰ ਕੀਤਾ ਹੋਵੇ ਪਤਾ ਨਹੀਂ ਤੁਸੀਂ ਸ਼ਾਇਦ ਸੁਣਿਆ ਹੋਵੇ ਪਰ ਮੈਂ ਨਹੀਂ ਕਦੀ ਸੁਣੀ ਉਹਦਾ ਰੀਜ਼ਨ ਹੈ ਫੁਲਾ ਵੀਰ ਜੀ ਆਲਸੋ ਸੇਇੰਗ ਨੋ ਫੁਲਾ ਵੀਰ ਜੀ ਰੀਜ਼ਨ ਇਹਦਾ ਇਹ ਹੈ ਵੀਰ ਜੀ ਕਿ ਇਸ ਬਾਣੀ ਦਾ ਵਿਚਾਰ ਇੱਕ ਕਠਿਨ ਹੈ ਬਹੁਤ ਕਠਿਨ ਹੋਣ ਕਾਰਨ ਇਹ ਉਸ ਇਨਵਾਇਰਨਮੈਂਟ ਵਿੱਚ ਇਸ ਕਲਾਸਰੂਮ ਇਨਵਾਇਰਨਮੈਂਟ ਵਿੱਚ ਇਸ ਬਾਣੀ ਦਾ ਵਿਚਾਰ ਹੋ ਸਕਦਾ ਹੈ ਕਿਉਂਕਿ ਯੂ ਹੈਵ ਦ ਫੁੱਲ ਫਰੀडम ਟੂ ਆਸਕ ਮੀ ਐਨੀ ਕੁਐਸਚਨ ਯੂ ਵਾਂਟ ਜਸਟ ਲਾਈਕ ਵਿਕ ਵੀਰ ਜੀ ਇਜ਼ ਆਸਕਿੰਗ ਨਾਓ ਬਟ ਇਸ ਬਾਣੀ ਦਾ ਮਤਲਬ ਉੱਥੇ ਜੇ ਗੁਰਦੁਆਰੇ 'ਚ ਕਥਾ ਹੋਏਗੀ ਤੇ ਬੰਦਾ ਫਿਰ ਕੁਐਸਚਨ ਨਹੀਂ ਕੋਈ ਪੁੱਛ ਸਕਦਾ ਯੂ ਨੋ So anyway, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ I will try to find Virji if I found a read in that I doubt ਜੀ ਜੋ ਉਹਨਾਂ ਨੂੰ ਆਉਂਦਾ ਉਹ ਕਥਾ ਕਰ ਜਾਂਦੇ ਨੇ ਤੇ ਨਾ ਕਦੇ ਓੰਕਾਰ ਬਾਣੀ ਦੀ ਕੀਤੀ ਹੈ ਨਾ ਸਿੱਧ ਗੋਸ਼ ਦੀ ਬੜੀ ਵਾਰੀ ਬੇਨਤੀ ਕੀਤੀ ਹੈ ਉਹ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਬਹੁਤ ਘੱਟ ਬੰਦੇ ਕਰ ਸਕਦੇ ਹਨ ਬਹੁਤ ਸਪੈਸ਼ਲੀ ਦਖੜੀ ਓੰਕਾਰ ਬਾਣੀ ਵੀ ਡੈਪਥ ਹੈ ਬੜੀ ਲੇਕਿਨ ਵੀਰ ਜੀ ਸਿੱਧ ਗੋਸ਼ ਦੀ ਤੇ ਇੱਕ ਅਲੱਗ ਲੈਵਲ ਹੈ ਬੋਏ ਅੱਗੇ ਜਾ ਕੇ ਜਿੱਥੇ ਉਹ ਗੱਲਾਂ ਆਈਆਂ ਨਾ ਜਿੱਥੇ ਮਹਾਰਾਜ ਨੇ ਛੇੜੀਆਂ ਜਿਹੜੀਆਂ ਵਿਸਮਾਦ ਬਾਰੇ the only time I have discussed that in depth though that portion is when I discussed the 21st Ashpadi ਕਮਲ ਸ਼ਾਇਦ ਯਾਦ ਹੋਵੇ ਗੁਰਦੁਆਰੇ ਜਦੋਂ ਕੀਤੀ ਹੋਏਗੀ 10 ਸਾਲ ਪਹਿਲੇ ਤੇ ਉੱਥੋਂ ਫਿਰ ਮੈਨੂੰ ਪਤਾ 2-2.5 ਮਹੀਨੇ ਮੈਨੂੰ ਆਪਣੇ ਟਾਈਮ ਲੱਗਿਆ ਮੈਨੂੰ ਉਹਨਾਂ 5 ਪੌੜੀਆਂ ਦੀ ਸਮਝਣ ਵਿੱਚ ਅੱਛੀ ਤਰ੍ਹਾਂ ਲਿਖਣ ਦੇ ਨੋਟਸ ਵਗੈਰਾ and everything so Fulaviji you're right though most people will have a tough time talking about this Bani ਵੀਰ ਜੀ ਅਗਲੇ ਸੰਡੇ ਭਾਈ ਵੀਰ ਸਿੰਘ ਜੀ ਦਾ ਦਿਨ ਮਨਾ ਰਹੇ ਅਸੀਂ ਗੁਰੂ ਘਰ oh very good chalo very good I wish I was there I would have spoken few words so yeah so Anji. Any questions or otherwise I'm going to end now. I think this next week should be a few more minutes and we are done. I hope you enjoyed all this. Just a question. Hanji. Hanji. Pawan is not like a hawa. Pawan. Pawan hawa hai lekin ji pawan hawa hai te swas hai na naal so nu connect karo vir ji hun thought dot nu connect kariye. So pawan hawa hai. Hawa oxygen hai. ऑक्सीजन श्वास हैं श्वास प्राण हैं ते प्राण आधार है ਤੁਹਾਡਾ ਜੀਵਨ ਦਾ
ਤੇ ਵੀ ਦੇਖੋ ਕਿਸ ਤਰ੍ਹਾਂ ਕਨੈਕਟ ਕੀਤਾ ਨੇ, ਇੱਕ ਵਰਡ ਵਿੱਚ ਕਹਿ ਦਿੱਤਾ ਨੇ। ਉੱਤੇ ਉਹਨਾਂ ਨੇ ਪੁੱਛਿਆ ਕੁਐਸਚਨ ਕਵਣ ਮੂਲ, ਆਨਸਰ ਹੈ ਪਵਨ ਆਰੰਭ। ਕਵਣ ਮਤ ਵੇਲਾ, ਸਤਗੁਰ ਮਤ ਵੇਲਾ। ਧੰਨ ਸੱਚੇ ਪਾਤਸ਼ਾਹ, ਉਹਨਾਂ ਵਰਗਾ ਨਹੀਂ ਹੈ ਕੋਈ ਹੋਰ। ਉਹ ਦੇਖੋ ਅੱਗੇ ਜਾ ਕੇ ਸ਼ਲੋਕ ਵੀ ਜਿਹੜਾ ਲਿਖਿਆ ਨੇ, ਜਿਹੜਾ ਪਵਨ ਗੁਰੂ ਵਾਲਾ, ਉੱਥੇ ਦੇਖੋ ਤੁਸੀਂ, ਪਵਨ ਗੁਰੂ ਹੈ ਮਤਲਬ ਕਿ ਤੇਰੇ ਗੁਰੂ ਤੇਰੇ ਵਾਸਤੇ ਇਸ ਤਰ੍ਹਾਂ ਹੋਵੇ, ਤੇਰਾ ਗੁਰੂ ਦਾ ਰੋਲ ਤੇਰੇ ਜੀਵਨ ਵਿੱਚ ਇਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਪਵਨ ਦਾ ਗੂਲ ਤੇਰੇ ਲਾਈਫ ਵਿੱਚ ਹੈ। ਜਿਸ ਤਰ੍ਹਾਂ ਪ੍ਰਾਣਾ ਬਿਨਾ ਤੂੰ ਮਰ ਜਾਏ, ਪ੍ਰਾਣਾ ਬਿਨਾ ਤੇਰੀ ਮ੍ਰਿਤਿੂ ਹੋ ਜਾਏ, ਤੇਰੀ ਪ੍ਰਾਣਾ ਬਿਨਾ ਤੂੰ ਜੀ ਨਾ ਸਕੇ, ਤੂੰ ਤੇਰੀ ਕੌਨਸ਼ੀਅਸਨੈਸ ਪ੍ਰਾਣਾ ਤੇ ਅਟਕੇ, ਇਸ ਤਰ੍ਹਾਂ ਗੁਰਸਿੱਖ ਦੇ ਜੀਵਨ ਵਿੱਚ ਗੁਰੂ ਦਾ ਰੋਲ ਪਵਨ ਵਰਗਾ ਹੋਵੇ। ਇਹ ਕਿਤਨੀ ਗਹਿਰੀ ਗੱਲ ਹੈ, ਉਹਦੇ ਚ ਕਿਤਨੀ ਗਹਿਰਾਈ ਹੈ ਉਸ ਥਾਟ ਪ੍ਰੋਸੈਸ ਵਿੱਚ। Never heard this thing before. Pawan, we were always thinking hawa, hawa, hawa. ਉੱਥੇ ਗੱਡੀ ਰੁਕ ਜਾਂਦੀ ਹੈ ਬਸ। ਜੀ Beautiful. ਚੰਗੇ ਸ਼ਬਦਾਂ ਚ ਕਹਿੰਦੇ ਨੇ ਪ੍ਰਾਣ ਨਿਕਲ ਗਏ, ਜਿਹੜੇ ਮਾਰੇ ਸ਼ਬਦਾਵਲੀ ਵਾਲੇ ਨੇ ਕਹਿੰਦੇ ਇਹਦੀ ਹਵਾ ਨਿਕਲ ਗਈ। ਹਾਂਜੀ, ਬਸ ਬਸ ਇਹ ਕਹਿ ਦਿੰਦੇ ਨੇ। ਸੋ ਗੁਰਦਿਆਲ ਵੀਰ ਜੀ, ਇਹਨਾਂ ਔਰ ਦੇਖੋ ਪਵਨ ਗੁਰੂ ਪਾਣੀ ਪਿਤਾ ਦੇ ਮੀਨਿੰਗ ਹੁਣ ਤੱਕ ਅਸੀਂ ਕਿੱਥੋਂ ਲੈਂਦੇ ਹਾਂ? ਭਾਈ ਗੁਰਦਾਸ ਦੀਆਂ ਉਹਨਾਂ ਨੇ ਆਪ ਟ੍ਰਾਂਸਲੇਟ ਕੀਤੀ ਹੈ ਇਹਨਾਂ ਨੂੰ, ਤੋਂ ਉੱਥੋਂ ਸਾਰੇ ਉੱਥੋਂ ਹੀ ਬੋਰੋ ਕਰਦੇ ਹਾਂ ਅਸੀਂ। ਸੋ ਐਨੀਵੇ, ਗੁਰਬਾਣੀ ਤੇ ਬਹੁਤ ਇੰਪ੍ਰੈਸਿਵ ਹੈ। ਤੁਸੀਂ ਹੁਣ ਇੰਪ੍ਰੈਸ ਨਾ ਹੋਣਾ ਚਾਹੋ, ਨਾ ਪੜੋ ਤੇ ਫਿਰ ਹੋਰ ਗੱਲ ਹੈ, ਬਟ ਹਾਂਜੀ, ਐਨੀ ਅਦਰ ਕੁਐਸਚਨ ਜੀ ਬਿਫੋਰ ਵੀ ਕਾਲ ਇਟ ਅ ਡੇ? No questions? Chalo ji. Yes, thank you. Oh, you're welcome, Didi. And ਜਦੋਂ ਅਗਰ ਟਾਈਮ ਮਿਲੇ ਤੇ ਇਸ ਦੁਨੀਆ ਤੋਂ ਜਾਣ ਤੋਂ ਪਹਿਲੇ ਤੇ ਫਿਰ ਇਹ ਪੜ੍ਹ ਕੇ ਜਾਓ ਸਾਰਾ ਕੁਝ, ਫਿਰ ਸਮਝ ਕੇ ਜਾਓ ਤੇ ਬੈਟਰ ਹੈ, ਯੂ ਨੋ, ਜੇ ਇੰਪ੍ਰੈਸ ਹੋ ਗਏ ਤੇ ਸੋ ਪੜ੍ਹ ਕੇ ਜਾਓ ਸਾਰਾ ਕੁਝ, ਯੂ ਨੋ। ਸੋ ਐਨੀਵੇ, ਇਹ ਜਿਹੜਾ Sid Ghosh ਵਾਲੀ ਲਾਈਨਾਂ often quoted ਹੁੰਦੀਆਂ, so I thought I'll bring this up on the, I thought I'll get you the questions also and the answers, and the entire Bani is like that. और कितने complex question पूछते हैं, कई जगह ते इतने complex question पूछते हैं। नानक दास विस्माद की है, नानक दास सुन की है, सुन दे पुत्ते ते इतनी डेप्थ डिस्कशन आई है, सुन असुन उत्ते त्रिभुवन असुन आइन वर्ड उदे अंदर। सो फिलोसॉफिकल डिस्कशन है इस बाणी विच सारी। So हाँ जी Gee, thank you very much. Thank you ji, you take care of yourself. I was listening from my phone. It's not letting me put my camera on. It's not accessing my camera. No problem, no problem. I'm going to do some soul searching though, but I'm seriously thinking about am I contributing towards Bani da niradar kidre main te nahi karda pya, because even though there are people listening and they, some of them, most of them don't, but some of them I saw ki piche TV chaldi hundi hai. I feel personally responsible ki, you know, am I doing something wrong here? You know, I have to do some soul searching myself. But if I come to the conclusion, mere andron ki, if I am contributing towards that, then I might make this new rule. I'd rather have 10 people. I don't care. It doesn't bother me. It doesn't bother me one bit ki ek banda sun raha ki 10 sun rahe ki 5 sun de pen. That has no effect on me at all. Numbers don't mean nothing to me, you know. ਪਰ ਸੁਰਿੰਦਰ ਜੀ, ਇਹ ਤੁਸੀਂ ਨਹੀਂ ਹੋ, ਇਹ ਉਹਨਾਂ ਦੀ ਕੌਨਸ਼ੀਅਸ ਕੋਈ ਇੱਕ ਅੱਧ ਇੰਜ ਦਾ ਵਿੱਚ ਹੁੰਦਾ, ਸਾਰੇ ਤੇ ਬਲਿੰਕ ਵੀ ਨਹੀਂ ਕਰ ਸਕਦੇ when you speak. Surinder ji, Sat Shri Akal. Sat Shri Akal, Jatinder ji. I have to say something here. जो भी तुसी करो, जो भी मैं करा, महाराज ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਤੁਸੀਂ ਜੋ ਆਪਣਾ ਕੰਮ ਕਰਦੇ ਹੋ ਪਲੀਜ਼ ਕਰੋ, ਮੇਰੇ ਵਰਗਿਆਂ ਨੂੰ ਫਾਇਦਾ ਹੁੰਦਾ ਹੈ। ਇਹਦੇ ਚ ਮਹਾਰਾਜ ਨੂੰ ਕੋਈ ਫਰਕ ਨਹੀਂ ਪੈਂਦਾ। ਇੰਨਾ ਛੋਟਾ ਮੋਟਾ ਤੁਹਾਡੇ ਤੋਂ ਸਿੱਖ ਕੇ ਮੈਂ ਕਹਿ ਸਕਦਾ ਹਾਂ। ਥੈਂਕ ਯੂ। या पर मेरे मन विच गल आंदी है जतिंदर जी की बाणी दा फिर भी निरादर है ना, मैंने कि तुसी आम अगर लेट्स से a regular class going on Jatinder and I'm teaching a class, will somebody dare to watch TV while I'm teaching Gurbani? The answer is no, they will not. No, they will not. They do that now. To me it's the same thing whether I'm in class teaching or whether I'm teaching here remotely.
because of this pandemic and stuff. So I feel ki people who do this, I mean, it's not right. I don't know what consciousness allows them to do that, but I agree with you. It's not right, but I don't think it has anything to do with Niradhar for the Guru. And whatever somebody does, they cannot affect the Guru, period. Right. But And some of us, even in spite of the pandemic and not being able to come to class, have been able to get some things participating with you. That is the only thing I'm trying to say. Again, ਤੁਹਾਡੀ ਸਮਝ ਜ਼ਿਆਦਾ ਹੈ, whatever you like. Thank you for sharing that. So, and Virji, I wanted to just also add a perspective. I think I agree with what Jitendra Virji was just saying. And my guess is that sometimes when you hear the background noises, it's not that the person is watching the TV. It could be just somebody in the adjoining room watching a TV or something. And the microphones sometimes are very sensitive. They pick up the sound. So, it could be just a very, a different explanation, not that somebody is intentionally trying to do it. Okay. Yeah, I could say कि कल मेरे students, I have after school tutoring, and they were there genuinely to learn. But then one of them, there was all this background TV noise, and she couldn't control it because there was somebody else in her house who was listening to it, because she was totally mere Zoom lesson which focused. So I don't know, things like that happen. Okay. Yeah. I get it. I understand. Maybe I overreacted. Okay, ji. Goodbye, everybody. Ji. Vajji Khalsa, Vajji Ki Fateh, ji. Thank you, Virji. Thank you. There is no class now.